ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹ ਉਹਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਜਿਹੜੇ ਦੋਸਤ ਸਾਡੇ ਨਾਲ ਰਲਣਾ ਚਾਹੁੰਦੇ ਨੇ ਉਹ ਆ ਜਾਣ ਔਰ ਅਸੀਂ ਆਪਣਾ ਜਿਹੜਾ ਅੱਜ ਦਾ ਗੱਲਬਾਤ ਹੈ, ਅੱਜ ਦੀ ਟਾਕ ਹੈ, ਉਹਨੂੰ ਸ਼ੁਰੂ ਕਰ ਸਕੀਏ। ਮੈਂ ਉਨੀ ਦੇਰ ਤੱਕ ਜਿਹੜਾ ਲਿੰਕ ਹੈ ਮੈਂ ਸਕੋਲਰਸ ਤੱਕ ਪਹੁੰਚਾ ਦਿਆਂ ਤਾਂ ਕਿ ਉਹ ਵੀ ਆਪਣੀ ਵਾਲ ਤੇ ਸ਼ੇਅਰ ਕਰ ਸਕਣ। ਔਰ ਤੁਸੀਂ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਪਲੀਜ਼ ਉਹ ਐਜ਼ ਸੂਨ ਐਜ਼ ਪੋਸੀਬਲ ਆ ਜਾਣ ਔਰ ਇਹਨੂੰ ਸ਼ੇਅਰ ਕਰ ਦੇਣ ਤਾਂ ਕਿ ਫਿਰ ਅਸੀਂ ਅੱਗੇ ਗੱਲਬਾਤ ਜਿਹੜੀ ਹੈ ਨਾ ਉਹ ਤੋਰ ਸਕੀਏ। ਜੀ ਸਾਰੇ ਦੋਸਤਾਂ ਨੂੰ ਜਿਹੜੇ ਆ ਗਏ ਨੇ ਸਾਡੇ ਨਾਲ ਜੀ ਆਇਆਂ ਨੂੰ। ਅੱਜ ਇੱਕ ਬਹੁਤ ਇੰਟਰਸਟਿੰਗ ਟੌਪਿਕ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਤੁਸੀਂ ਪੜ੍ਹ ਲਿਆ ਹੋਏਗਾ, ਅਸੀਂ ਫੇਸਬੁੱਕ ਤੇ ਵੀ ਸ਼ੇਅਰ ਕਰ ਦਿੱਤਾ ਸੀ। ਅਸੀਂ ਜਿਹੜੇ ਇੱਕ ਬਹੁਤ ਹੀ ਚਿਰ ਤੋਂ ਇਹ ਗੱਲਾਂ ਬਾਤਾਂ ਹੁੰਦੀਆਂ ਆਈਆਂ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਪਰ ਕਿਸ ਤਰ੍ਹਾਂ ਜਿਹੜੀ ਸਾਡਾ ਵਿਰਸਾ ਹੈ ਉਹਨੂੰ ਅਸੀਂ ਵੇਖਦੇ ਹਾਂ। ਤੋਂ ਇੱਕ ਬਹੁਤ ਹੀ ਅਹਿਮ ਟੌਪਿਕ ਅੱਜ ਸਿੱਖ ਰੈਲਿਕਸ ਐਂਡ ਆਰਟੀਫੈਕਟਸ ਫਰੋਮ ਪੰਜਾਬ ਟੂ ਯੂਕੇ ਦਾ ਜਿਹੜਾ ਅੱਜ ਟੌਪਿਕ ਹੈ ਉਹ ਇਸ ਹਵਾਲੇ ਨਾਲ ਹੀ ਬੜਾ ਇੰਟਰਸਟਿੰਗ ਹੈ ਕਿ ਕਿਸ ਤਰ੍ਹਾਂ ਸਾਰੇ ਉੱਥੇ ਆਰਟੀਫੈਕਟ ਪਹੁੰਚੇ ਔਰ ਕਿਸ ਤਰ੍ਹਾਂ ਉਹਨਾਂ ਦੀ ਅੱਜ ਕੀ ਗੱਲਬਾਤ ਹੈ ਜਾਂ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਵੇਖ ਸਕਦੇ ਹਾਂ। ਬਹੁਤ ਚਿਰ ਤੋਂ ਗੱਲਾਂ ਇਸ ਪੰਜਾਬ ਵਿੱਚ ਵੀ ਹੁੰਦੀਆਂ ਰਹੀਆਂ। ਮੇਰੀ ਆਪਣੇ ਸਕਾਲਰ ਨਾਲ ਵੀ ਗੱਲ ਹੋ ਰਹੀ ਸੀ ਕਿ ਉਹਨਾਂ ਨੂੰ ਵਾਪਸ ਲਿਆਉਣ ਦੀਆਂ ਤੇ ਉਹਦੇ ਨਾਲ ਨਾਲ ਉਹਨਾਂ ਨੂੰ ਪ੍ਰੀਜ਼ਰਵ ਕਰਨ ਦੀਆਂ। ਸੋ ਇੱਕ ਬਹੁਤ ਹੀ ਯੂਨੀਕ ਕੰਮ ਅਸੀਂ ਜਿੱਦਾਂ ਲਾਇਲਪੁਰ ਯੰਗ ਹਿਸਟੋਰੀਅਨ ਸ਼ੁਰੂ ਕੀਤਾ। ਇਸ ਤੋਂ ਪਹਿਲੇ ਅਸੀਂ ਕੁਕਨਸ ਦਾ ਕੰਮ ਵੀ ਕਰਨੇ, ਜਿਹੜਾ ਲਾਇਲਪੁਰ ਪੰਜਾਬੀ ਸੁਲੇਖ ਮੇਲਾ ਕਰਾਉਣਾ ਹੈ। ਉਹਦੇ ਵਿੱਚ ਵੀ ਅਸੀਂ ਜਦੋਂ ਕੰਮ ਕਰ ਰਹੇ ਸਾਂ ਤੇ ਸਾਡਾ ਇਹ ਦਿਲ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਮਾਡਰਨ ਟੈਕਨੀਕਸ ਨੇ ਉਹਨਾਂ ਨੂੰ ਲਿਆਇਆ ਜਾਏ ਤੇ ਤਾਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਵੀ ਸੇਵਾ ਕਰ ਸਕਦੇ, ਆਪਣੇ ਕਲਚਰ ਦੀ ਵੀ, ਆਪਣੇ ਪੰਜਾਬ ਦੀ ਵੀ। ਸੋ ਇਹਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਜਿਹੜਾ ਕੰਮ ਹੈ। ਅੱਜ ਜਿਹੜੇ ਸਾਡੇ ਨਾਲ ਜਨਾਬ ਗੁਰਿੰਦਰ ਸਿੰਘ ਮਾਨ ਜੀ ਅੱਜ ਸਾਡੇ ਨਾਲ ਨੇ। ਉਹਨਾਂ ਦੀ ਬੜੀ ਮਿਹਰਬਾਨੀ, ਉਹਨਾਂ ਸਾਨੂੰ ਟਾਈਮ ਦਿੱਤਾ, ਬਹੁਤ ਮਸਰੂਫ ਆਦਮੀ ਨੇ। ਉਹਨਾਂ ਨੇ ਬਹੁਤ ਹੀ ਖੂਬਸੂਰਤ ਜਿਹੜਾ ਕੰਮ ਕੀਤਾ ਉਹ ਸਿੱਖ ਰੈਲਿਕਸ ਦੇ ਹਵਾਲੇ ਨਾਲ ਹੀ ਮੈਂ ਉਹਨਾਂ ਦਾ ਥੋੜਾ ਜਿਹਾ ਤਾਰਫ ਦਿਆਂਗਾ ਔਰ ਉਹਦੇ ਤੋਂ ਬਾਅਦ ਅਸੀਂ ਉਹਨਾਂ ਦੇ ਕੋਲੋਂ ਉਹਨਾਂ ਦੀ ਸਾਰੀ ਕਹਾਣੀ ਜਿਹੜੀ ਉਹਨਾਂ ਨੇ ਜਿਸ ਤਰ੍ਹਾਂ ਇਹ ਸਾਰਾ ਉਹਨਾਂ ਨੇ ਬਣਾਇਆ। ਜਨਾਬ ਨੇ ਬਹੁਤ ਸਾਰੇ ਡਿਫਰੈਂਟ ਆਰਟੀਫੈਕਟਸ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾ ਹੈ ਉਹ 3D ਕੀਤਾ ਔਰ ਆਪਦੇ ਜਿਹੜਾ ਕ੍ਰੈਡਿਟ ਦੇ ਉੱਪਰ ਬਹੁਤ ਸਾਰੇ ਐਸੇ ਜਿਹੜੇ ਆਰਟੀਫੈਕਟਸ ਨੇ ਔਰ ਰੈਲਿਕਸ ਨੇ ਜਿਹੜੇ ਉਹਨਾਂ ਨੇ ਰੀਪਰੋਡਿਊਸ ਕੀਤੇ। ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਜਾਵਾਂ ਕਿ ਹਿਸਟੋਰੀਅਨ ਨੇ, ਰਿਸਰਚਰ ਨੇ ਔਰ ਡਾਇਰੈਕਟਰ ਨੇ ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਦੇ ਔਰ ਉਹਨਾਂ ਦਾ ਬਹੁਤ ਪ੍ਰੋਮੀਨੈਂਟ ਕੰਮ ਜਿਹੜਾ ਹੈ ਉਹ ਸਿੱਖ ਹਿਸਟਰੀ ਔਰ ਹੈਰੀਟੇਜ ਦੇ ਹਵਾਲੇ ਨਾਲ ਹੈ। ਔਰ ਖਾਸ ਕਰਕੇ ਉਹਨਾਂ ਦਾ ਜਿਹੜਾ ਕੰਮ ਕਿ ਉਹਨਾਂ ਨੂੰ ਇੱਕ ਵਰਚੁਅਲ ਇੱਕ ਚੀਜ਼ ਦੇ ਵਿੱਚ ਕਨਵਰਟ ਕਰਨਾ ਔਰ ਤਾਂ ਕਿ ਲੋਕ ਉਹਨੂੰ 3D ਵੇਖ ਸਕਣ, ਇਹ ਬਹੁਤ ਅਹਿਮ ਹੈ। ਆਪਦੀਆਂ ਕਿਤਾਬਾਂ ਵੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਤੋਂ ਛਪੀਆਂ ਔਰ ਬਹੁਤ ਸਾਰਾ ਕੰਮ ਉਹਨਾਂ ਦਾ ਜਿਹੜਾ ਹੈ ਉਹ ਹੁਣ ਤੱਕ ਪਬਲਿਸ਼ ਹੋ ਚੁੱਕਿਆ ਹੈ। ਖਾਸ ਕਰ ਮੈਂ ਅਗਰ ਉਹਨਾਂ ਦੀ ਗੱਲ ਕਰਾਂ, ਜਿਹੜਾ ਉਹਨਾਂ ਨੇ ਐਗਜ਼ੀਬਿਸ਼ਨ ਕੀਤੀ ਐਂਗਲੋ ਸਿੱਖ ਵਾਰ ਦੇ ਹਵਾਲੇ ਨਾਲ 2017 ਦੇ ਵਿੱਚ ਔਰ ਉਸ ਤੋਂ ਵੱਖ-ਵੱਖ ਜਗ੍ਹਾ ਤੇ ਜਾ ਕੇ ਇਹਨਾਂ ਨੇ ਐਗਜ਼ੀਬਿਸ਼ਨਸ ਕੀਤੀਆਂ ਔਰ ਆਪਣੇ ਇਸ ਜਿਹੜਾ ਮਿਸ਼ਨ ਹੈ ਉਹਨੂੰ ਲੈ ਕੇ ਚੱਲਦੇ ਰਹੇ। ਮੈਂ ਉਹਨਾਂ ਦਾ ਸਾਰਾ ਤਾਰਫ ਉੱਪਰ ਵੀ ਲਾ ਦਿੱਤਾ ਔਰ ਮੈਂ ਚਾਹਾਂਗਾ ਕਿ ਅਸੀਂ ਹੁਣ ਉਹਨਾਂ ਨੂੰ ਬੁਲਾਈਏ, ਉਹਨਾਂ ਦੇ ਨਾਲ ਗੱਲਬਾਤ ਕਰੀਏ ਔਰ ਉਹਨਾਂ ਦੇ ਇੰਟਰੋਡਕਸ਼ਨ ਦੇ ਹਵਾਲੇ ਨਾਲ ਜਿਹਨਾਂ ਦੇ ਨਾਲ ਕੁਐਸਚਨ ਔਰ ਗੱਲਬਾਤ ਹੈ ਉਹ ਵੀ ਸਾਂਝੀ ਕਰੀਏ। ਸੋ ਮੈਂ ਰਿਕੁਐਸਟ ਕਰਾਂਗਾ ਜਨਾਬ ਗੁਰਿੰਦਰ ਸਿੰਘ ਮਾਨ ਜੀ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਜੀ ਸਤਿ ਸ਼੍ਰੀ ਅਕਾਲ, अस्सलाम वालेकुम, नमस्ते एंड वेलकम। ਸਤਿ ਸ਼੍ਰੀ ਅਕਾਲ ਜੀ ਸਰ। ਪਹਿਲੇ ਸਭ ਤੋਂ ਤੇ ਤੁਹਾਡਾ ਬਹੁਤ ਸ਼ੁਕਰੀਆ ਸਰ, ਤੁਸੀਂ ਇੰਨਾ ਜ਼ਬਰਦਸਤ ਕੰਮ ਕਰ ਰਹੇ ਹੋ ਔਰ ਬਹੁਤ ਮਸਰੂਫ ਰਹਿੰਦੇ ਹੋ। ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਔਰ ਸਾਡੇ ਵਾਸਤੇ ਬੜੀ ਇੱਜ਼ਤ ਦੀ ਗੱਲ ਹੈ ਕਿ ਸਰ ਤੁਸੀਂ ਅੱਜ ਸਾਡੇ ਇਸ ਕਲੱਬ 'ਚ ਤਸ਼ਰੀਫ ਲਿਆਏ ਤੇ ਅੱਜ ਹੀ ਅਸੀਂ ਸਾਰੇ ਦੋਸਤ ਤੁਹਾਡੇ ਜਿਹੜੀ ਗੱਲਬਾਤ ਹੈ ਉਹ ਸੁਣਾਂਗੇ ਔਰ ਤੁਹਾਡਾ ਜਿਹੜਾ ਕੰਮ ਹੈ ਉਹ ਵੇਖਾਂਗੇ
ਤੇ ਤੁਹਾਡੀ ਗੱਲਬਾਤ ਤੋਂ ਬਾਅਦ ਮੈਂ ਸਰ ਹਾਜ਼ਰ ਹੋਵਾਂਗਾ, ਕੁਝ ਅਸੀਂ ਤੁਹਾਡੇ ਕੋਲ ਚੀਜ਼ਾਂ ਪੁੱਛ ਲਾਂਗੇ ਸਰ। ਠੀਕ ਆ, ਤਾਂ ਮੈਂ ਸ਼ੁਰੂ ਕਰ ਲੈਂਦਾ। ਸ਼ੁਕਰੀਆ ਸਰ। ਓਕੇ, ਸ਼ੁਕਰੀਆ। ਓਕੇ, ਤਾਂ ਜਿੱਦਾਂ ਮੈਂ ਕਿਹਾ, ਵੈਲਕਮ ਸਾਰੇ ਜਿੱਦਾਂ ਦੇਖਦੇ ਆ ਸਾਰੇ, ਅਮਰੀਕਾ, USA, ਪਾਕਿਸਤਾਨ, ਇੰਡੀਆ, ਅਰਾਊਂਡ ਦ ਵਰਲਡ, ਸੋ ਵੈਲਕਮ। ਅੱਜ ਜਿਹੜੀ ਮੈਂ ਟਾਕ ਜਿਹੜੀ ਕਰਨੀ ਆ, ਅੱਜ ਜਿੱਦਾਂ ਸਿੱਖ ਰੈਲਿਕਸ ਦੀ ਗੱਲ ਕਰਨੀ ਆ, ਸਿੱਖ ਰੈਲਿਕਸ and ਆਰਟੀਫੈਕਟਸ। ਤਾਂ ਮੈਂ ਕਾਫੀ ਖੋਜ ਕੀਤਾ ਹੋਇਆ, 20 ਸਾਲ ਦਾ ਕੰਮ ਇਨ ਟਰਮਸ ਆਫ ਜਿੱਦਾਂ ਪੰਜਾਬ ਤੋਂ ਕਿੱਦਾਂ ਇਹ ਰੈਲਿਕਸ ਆਏ, ਕਿੱਦਾਂ ਪਹੁੰਚਿਆ ਇੰਗਲੈਂਡ ਨੂੰ ਬੇਸਿਕਲੀ। ਸੋ ਜਦੋਂ ਲਾਹੌਰ ਤੋਸ਼ਖਾਨਾ ਦੇ ਵਿੱਚ ਸੀਗੇ ਇਹ ਜਿੱਦਾਂ ਪੁਰਾਤਨ ਜਿੱਦਾਂ ਆਰਟੀਫੈਕਟਸ ਜਿਹੜਾ ਆਪਾਂ ਕਹਿ ਸਕਦੇ ਹਾਂ, ਇਹ ਕਿੱਦਾਂ ਪਹੁੰਚੇ ਜਿੱਦਾਂ UK ਨੂੰ। ਸੋ ਮੈਂ ਪਹਿਲਾਂ ਜਿੱਦਾਂ ਸ਼ੁਰੂ ਕਰਨਾ ਹੈ, ਮੈਂ ਜਿੱਦਾਂ ਇਹ ਸਕਰੀਨ ਸ਼ੇਅਰ ਕਰਨੀ ਹੈ ਤੁਹਾਨੂੰ। ਸੋ ਪਹਿਲਾਂ ਮੈਂ ਜਿੱਦਾਂ ਮਿਸਲ ਪੀਰੀਅਡ ਤੋਂ ਮੈਂ ਸ਼ੁਰੂ ਕਰਨਾ ਕੰਮ। ਤਾਂ ਇਹ ਜਿੱਦਾਂ ਤੁਸੀਂ ਹੁਣ ਜੇ ਤੁਸੀਂ ਮੈਪ ਦੇਖ ਸਕਦੇ ਹੈ, ਤਾਂ essentially ਜਦੋਂ 18th ਸੈਂਚੁਰੀ ਜਾਂ 13ਵੀਂ ਸਦੀ ਦੇ ਵਿੱਚ ਜਿਹੜਾ ਸ਼ੁਰੂ ਹੋਇਆ ਸੀਗਾ ਜਿੱਦਾਂ ਸਿੱਖ ਮਿਸਲਾਂ ਦਾ ਕੰਮ, ਜਿਹੜਾ ਕਨਫੈਡਰੇਸੀ ਜਿਹੜਾ ਆਪਾਂ ਕਹਿੰਦੇ ਹਾਂ, ਉਹ ਟਾਈਮ ਦੇ ਵਿੱਚ ਸਿੱਖ ਜਿਹੜੇ ਸੀਗੇ ਉਹ ਕੰਸੋਲੀਡੇਟ ਕਰਦੇ ਸੀਗੇ ਆਪਣੇ ਆਪ ਨੂੰ। ਉਹ ਜਿੱਦਾਂ ਚਾਹੁੰਦੇ ਸੀਗੇ ਜਿੱਦਾਂ ਡਿਫਰੈਂਟ ਏਰੀਆਜ਼ ਨੂੰ ਜਿੱਦਾਂ ਓਵਰਰਨ ਕਰਨ ਨੂੰ, ਇਹ ਜਿੱਦਾਂ ਬਟਾਲੀਅਨਸ ਜਿੱਦਾਂ ਸੀਗੇ ਸਿੱਖ ਫੌਜਾਂ ਦੇ, ਉੱਦਾਂ ਇਹ ਮੈਪ ਜਿਹੜਾ ਹੈਗਾ, ਜਿਹੜਾ ਮੈਂ ਤੁਸੀਂ ਸਕਰੀਨ ਤੇ ਦੇਖ ਸਕਦੇ ਆ, ਇਹ ਵੈਰੀ ਇੰਪੋਰਟੈਂਟ ਆ ਟੂ ਅੰਡਰਸਟੈਂਡ ਜਿੱਦਾਂ ਸਿੱਖ ਮਿਸਲ ਕੌਣ ਸੀਗੇ। ਤੁਸੀਂ ਪਹਿਲਾਂ ਸੋਚਣਾ ਹੋਊਗਾ ਸਿੱਖ ਮਿਸਲਾਂ ਦਾ ਕੀ ਹੈਗਾ ਰੈਲੇਵੈਂਸ ਟੂ ਸਿੱਖ ਆਰਟੀਫੈਕਟਸ ਐਂਡ ਰੈਲਿਕਸ ਜਿੱਦਾਂ ਕਹਿੰਦੇ ਆ, ਉੱਦਾਂ ਮੈਂ ਤੁਹਾਨੂੰ ਹੁਣ ਦੱਸੂਗਾ। ਤਾਂ ਜਿਹੜੇ ਮਿਸਲ ਸੀਗੇ, ਇਹਨਾਂ ਦਾ ਜਿੱਦਾਂ ਰੀਚ ਬਹੁਤ ਸੀਗਾ। ਜੇ ਆਪਾਂ ਹੁਣ ਪਾਕਿਸਤਾਨ ਦੇ ਏਰੀਆ ਨੂੰ ਆਪਾਂ ਗੱਲ ਕਰੀਏ, ਜੇ ਸਾਡੇ ਜਿੱਦਾਂ ਕਹਿੰਦੇ ਭੰਗੀ ਮਿਸਲ, ਸਕਚਖੀਆ ਮਿਸਲ, ਇਹ ਜਿੱਦਾਂ ਟੌਪ ਲੈਫਟ ਹੈਂਡ ਸਾਈਡ ਤੇ ਜੇ ਆਪਾਂ ਦੇਖ ਸਕਦੇ ਆ, ਇਹ ਬਹੁਤ ਜਿੱਦਾਂ ਉਹਨਾਂ ਨੇ ਏਰੀਆ ਜਿੱਦਾਂ ਕਵਰ ਕੀਤੇ ਸੀਗੇ, ਕਵਰੇਜ ਉਹਨਾਂ ਦੀ ਸੀਗੀ। ਉਦਾਂ ਜਿਹੜਾ ਸਿੱਖ ਮਿਸਲ ਦਾ ਰੀਚ ਜਿਹੜਾ ਸੀਗਾ, ਉਹ ਜਿੱਦਾਂ ਰਿਵਰ ਜਮਨਾ ਤੱਕ ਵੀ ਜਿੱਦਾਂ ਸੀਗਾ। ਫਿਰ ਸਾਡੇ ਕੋੜਾ ਸਿੰਘਾ ਮਿਸਲ ਜਿੱਥੇ ਸੀਗੇ, ਨਿਸ਼ਾਨ ਵਾਲੇ ਮਿਸਲ ਵੀ ਆ ਪਾਸੇ ਨੂੰ ਆਉਂਦੀਆਂ ਸੀਗੀਆਂ। ਉਦਾਂ ਜਿਹੜਾ ਟੈਰੀਟਰੀ ਜਿੱਦਾਂ ਆਪਾਂ ਕਹਿੰਦੇ ਰਾਖੀ ਸਿਸਟਮ ਦਾ ਮੈਨਾ ਹੈ, ਜਿੱਦਾਂ ਉਹ ਮਨੀ ਜਦੋਂ ਮਿਲਦੇ ਸੀਗੇ ਜਿੱਦਾਂ ਟੈਰੀਟਰੀਜ਼ ਤੋਂ, ਇਹ ਤਾਂ ਲੈ ਕੇ ਜਿੱਦਾਂ ਰਿਵਰ ਗੰਗਾ ਤੱਕ ਪਹੁੰਚ ਗਏ ਸੀਗੇ ਮਿਸਲ। ਸੋ ਇਹਨਾਂ ਦੀ ਜਿੱਦਾਂ ਰੀਚ ਜਾਂ ਆਮ ਜਿੱਦਾਂ ਆਪਾਂ ਕਹਿ ਸਕਦੇ ਹਾਂ, ਜਿੱਦਾਂ ਸਟ੍ਰੈਚ ਜਿੱਦਾਂ ਆਪਾਂ ਕਹਿ ਸਕਦੇ ਹਾਂ, ਬਿਫੋਰ ਲੌਂਗ ਟਾਈਮ ਬਿਫੋਰ ਰਣਜੀਤ ਸਿੰਘ, ਇਹਨਾਂ ਦੀ ਰੀਚ ਬਹੁਤ ਸੀਗੀ। ਤਾਂ ਇਹਦਾ ਰੈਲੇਵੈਂਸ ਕੀ ਆ, ਇਹਦਾ ਰੈਲੇਵੈਂਸ ਕਿਉਂ ਆਪਾਂ ਗੱਲ ਕਰਦੇ ਆ ਇਨ ਟਰਮਸ ਆਫ ਸਿੱਖ ਮਿਸਲ ਜੇ ਆਪਾਂ ਕਹਿ ਸਕਦੇ ਹਾਂ। ਇਹ ਗੱਲ ਜਿਹੜੇ ਮੈਂ ਕਹਿਣ ਲੱਗਾ ਆ ਇਜ਼ ਇੰਪੋਰਟੈਂਟ ਬਿਕਾਜ਼ ਜਦੋਂ ਇਹ ਸਿੱਖ ਮਿਸਲ ਜਦੋਂ ਟੈਰੀਟਰੀ ਕੈਪਚਰ ਕਰਦੇ ਸੀਗੇ, ਇਹ ਵੀ ਆਪ ਜਿੱਦਾਂ ਹੋਰ ਵੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਭਾਰਤੀਆਂ ਤੋਂ, ਹੋਰ ਜਿੱਦਾਂ ਸੋਲਜਰ ਤੋਂ, ਇਹ ਵੀ ਆਮ ਜਿੱਦਾਂ obtain ਕਰਦੇ ਸੀਗੇ ਰੈਲਿਕਸ ਉਹਨਾਂ ਤੋਂ ਵੀ। ਸੋ ਇਹ ਜਿੱਦਾਂ ਸਿੱਖ ਮਿਸਲ ਜਿਹੜੇ ਸੀਗੇ ਉਹ ਟਾਈਮ ਵਿੱਚ, ਇਹ 18ਵੀਂ ਸਦੀ ਦੇ ਵਿੱਚ, they built up a large fortune themselves। ਇਹਨਾਂ ਕੀ ਵੀ ਜਿੱਦਾਂ ਆਮ ਵੀ ਜਿੱਦਾਂ ਉਹਨਾਂ ਨੇ ਸਿੱਖੇ ਸਟਾਰਟ ਕੀਤੇ ਸੀਗੇ, ਸਿੱਖ ਕੋਇਨੇਜ ਸ਼ੁਰੂ ਹੋਏ ਸੀ ਜਿੱਦਾਂ ਅੰਡਰ ਦ ਭੰਗੀ ਮਿਸਲ ਜੇ ਆਪਾਂ ਕਹਿ ਸਕਦੇ ਹਾਂ। ਉਦਾਂ ਇੱਕ ਸੈਂਟਰਲ ਟ੍ਰੈਜਰੀ ਨਹੀਂ ਸੀਗੀ ਜਿੱਦਾਂ ਆਪਾਂ ਕਹਿ ਸਕਦੇ ਹਾਂ। ਉਦਾਂ ਤਾਂ ਜਦੋਂ ਕਾਫੀ ਜਦੋਂ ਆਮਦਨ ਜਿੱਦਾਂ ਸਿੱਖ ਮਿਸਲ ਨੂੰ ਮਿਲ ਗਈ ਸੀਗੀ, ਉਹ ਬਹੁਤ ਡਿਪੋਜ਼ਿਟ ਕਰਦੇ ਸੀਗੇ ਹਰਮੰਦਰ ਸਾਹਿਬ ਅੰਮ੍ਰਿਤਸਰ ਵਾਸਤੇ। ਤਾਂ ਇੱਕ ਮਿਸਲਾਂ ਦੇ ਜਿੱਦਾਂ ਓਨ ਡਿਪੋਜ਼ਿਟਰੀ ਜਿੱਦਾਂ ਹੁੰਦੀ ਸੀ, ਜਿੱਦਾਂ ਆਪਣੇ ਕਹਿ ਸਕਦੇ ਹਾਂ ਸਿੱਖ ਰੈਲਿਕਸ, ਸਿੱਖ ਆਰਟੀਫੈਕਟਸ ਵਾਸਤੇ। ਉਦਾਂ ਦਿਸ ਵਾਸ ਅਬਾਊਟ ਟੂ ਚੇਂਜ। ਜਿੱਦਾਂ ਸਾਨੂੰ ਆਮ ਪਤਾ, ਜਦੋਂ ਮਹਾਰਾਜਾ ਰਣਜੀਤ ਸਿੰਘ ਪ੍ਰੋਮੀਨੈਂਸ ਵਿੱਚ ਆ ਗਿਆ, ਉਹ ਵਨ ਆਫ ਦ ਲੀਡਰ ਜਿੱਦਾਂ ਆਪਾਂ ਕਹਿ ਸਕਦੇ ਸਕਚਖੀਆ ਮਿਸਲ ਦੇ, ਉਹਨੇ ਜਦੋਂ ਟੇਕ ਓਵਰ ਕੀਤਾ ਜਿੱਦਾਂ ਹੋਰ ਮਿਸਲਾਂ ਤੋਂ, ਉਹਨੇ ਜਿੱਦਾਂ ਆਮ ਜਦੋਂ ਉਹਨੇ ਜਿੱਦਾਂ ਸਿੱਖ ਮਿਸਲ ਤੋਂ ਰੈਸਲ ਕੀਤੇ ਏਰੀਆ, ਜਿੱਦਾਂ ਵੈਰੀਅਸ ਏਰੀਆਸ ਆਪਾਂ ਕਹਿ ਸਕਦੇ ਹਾਂ, ਉਹਨੇ ਸਿੱਖ ਰੈਲਿਕਸ ਆਰਟੀਫੈਕਟਸ ਹਰੇਕ ਮਿਸਲਾਂ ਤੋਂ ਉਹਨੇ ਜਿੱਦਾਂ ਆਮ ਜਿੱਦਾਂ ਅਕੋਮੋਡੇਟ ਕਰਤੇ। ਸੋ ਜਦੋਂ ਉਹਨੇ ਇਦਾਂ ਹੀ ਕੀਤਾ ਆ, ਰਣਜੀਤ ਸਿੰਘ ਜਿਹਨੇ ਆਮ ਜਿੱਦਾਂ ਫਰਸਟ ਟ੍ਰੈਜਰੀ ਬਣਾਈ ਆ, ਜਿੱਦਾਂ ਆਪਾਂ ਕਹਿ ਸਕਦੇ ਆ ਆਫ ਦ ਸਿਕਸ ਫਰਸਟ ਟ੍ਰੈਜਰੀ ਪੰਜਾਬ ਦੇ ਵਿੱਚ, ਉਹ ਟ੍ਰੈਜਰੀ ਜਿਹੜਾ ਆਪਾਂ ਕਹਿ ਸਕਦੇ ਆ ਉਹ ਪੈ ਗਿਆ ਜਿੱਦਾਂ ਲਾਹੌਰ ਦੇ ਵਿੱਚ। ਠੀਕ ਆ, ਤਾਂ ਉਦਾਂ ਤਾਂ ਇੱਕ ਆਪਾਂ ਟ੍ਰੈਜਰੀ ਜਿੱਦਾਂ ਫੇਮਸ ਆਪਾਂ ਕਹਿ ਸਕਦੇ ਆ ਤੋਸ਼ਾਖਾਨਾ ਆਪਾਂ ਕਹਿ ਲਓ, ਲਾਹੌਰ ਤੋਸ਼ਾਖਾਨਾ, ਉਹ ਤਾਂ ਦੋ ਹੋਰ ਟ੍ਰੈਜਰ ਵੀ ਸੀਗੀਆਂ। ਉਹਦੇ ਵਾਸਤੇ ਮੈਂ ਜਾਣਕਾਰੀ I will talk about that later ਜਿੱਦਾਂ ਆਪਾਂ ਕਹਿ ਸਕਦੇ ਆ। ਸੋ ਇਹ ਜਿੱਦਾਂ ਆਪਾਂ ਸਟਾਰਟਿੰਗ ਪੀਰੀਅਡ ਆ ਇਨ ਟਰਮਸ ਆਫ ਮਹਾਰਾਜਾ ਰਣਜੀਤ ਸਿੰਘ। ਫਿਰ ਜਦੋਂ ਲਾਹੌਰ ਦਾ, ਜਦੋਂ ਅੰਮ੍ਰਿਤਸਰ ਲਾਹੌਰ ਨੂੰ ਜਦੋਂ ਉਹਨੇ ਟੇਕ ਓਵਰ ਕਰ ਲਿਆ ਸੀਗਾ, ਇਹਨੇ ਜਿੱਦਾਂ ਐਡਮਿਨਿਸਟ੍ਰੇਸ਼ਨ ਸਿਸਟਮ ਬਣਾ ਦਿੱਤਾ ਸੀਗਾ, ਜਿੱਦਾਂ ਕੋਇਨੇਜ ਵੀ ਆਪ ਉਹਨੇ ਜਿੱਦਾਂ ਸ਼ੁਰੂ ਕਰ ਲਈ ਸੀਗੀ। ਉਦਾਂ
ਉਹਨੇ ਇਨਵਾਈਟ ਵੀ ਕੀਤਾ ਸੀਗਾ ਬ੍ਰਿਟਿਸ਼ਰਸ ਨੂੰ, ਉਹਨੇ ਇਨਵਾਈਟ ਕੀਤਾ ਸੀਗਾ ਆਉਣ ਨੂੰ ਪੰਜਾਬ ਨੂੰ। ਰੀਜ਼ਨ ਕਿਉਂ ਸੀਗਾ? ਉਹਨੇ ਆਪ ਜਿੱਦਾਂ ਦਿਖਾਉਣਾ ਸੀਗਾ ਮਾਈਟ ਆਫ ਪੰਜਾਬ, ਆਪਾਂ ਸ਼ੇਰਾ ਪੰਜਾਬ, ਆਪਾਂ ਖਾਲਸਾ ਦੇ ਆਪਾਂ ਜਿੱਦਾਂ ਸਾਡਾ ਸਿਸਟਮ ਹੈਗਾ ਆ। ਸੋ ਜਦੋਂ ਬ੍ਰਿਟਿਸ਼ਰ ਆਏ ਸੀਗੇ, ਉਹ ਜਿੱਦਾਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ ਆ, ਤਾਂ ਫਿਰ ਸ਼ੇਅਰ ਸਕਰੀਨ ਮੈਂ ਤੁਹਾਨੂੰ ਕਰਨਾ ਆ। ਇਹ ਇੱਕ ਲੇਡੀ ਸੀਗੀ ਜਦੋਂ ਪੰਜਾਬ ਨੂੰ ਆਈ ਸੀਗੀ, ਉਹਦਾ ਨਾਂ ਸੀਗਾ ਐਮਿਲੀ ਈਡਨ। ਐਮਿਲੀ ਈਡਨ ਉਹਦਾ ਨਾਂ ਸੀਗਾ। ਸੋ ਐਮਿਲੀ ਈਡਨ ਜਦੋਂ ਪੰਜਾਬ ਨੂੰ ਆਈ ਸੀਗੀ, ਉਹ ਆਮ ਜਿੱਦਾਂ ਟੋਸ਼ਕਾਨਾ ਨੂੰ ਉਹਨੇ ਜਿੱਦਾਂ ਵਿਜ਼ਿਟ ਕੀਤਾ ਸੀਗਾ, ਤਾਂ ਉਹਨੇ ਜਿੱਦਾਂ ਕਿਤਾਬ ਦੇ ਵਿੱਚ ਉਹਨੇ ਆਪਣਾ ਓਨ ਸਕੈਚ ਜਿੱਦਾਂ ਬਣਾਇਆ ਸੀਗਾ। ਉਹ ਜਦੋਂ ਸਕੈਚ ਬਣਾਉਂਦੀ ਸੀਗੀ, ਉਹਦਾ ਕਮੈਂਟਰੀ ਵੀ ਜਿੱਦਾਂ ਸੀਗਾ, ਉਹਨਾਂ ਜਿੱਦਾਂ ਹੁਣ ਤੁਸੀਂ ਦੇਖ ਸਕਦੇ ਸਕਰੀਨ ਤੇ, ਉਹਨੇ ਕੋਹੀਨੂਰ ਦਾ ਜਿੱਦਾਂ ਸਕੈਚ ਕੀਤਾ, ਰੂਬੀਜ਼, ਐਮਰਲਡਸ, ਪਰਲਸ, ਟੋਪਾਜ਼, ਇਹ ਜਿੱਦਾਂ ਗਹਿਣੇ ਵੀ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ। ਇਹ ਗਹਿਣੇ ਜਿਹੜੇ ਸੀਗੇ, ਇਹਨੇ ਜਿੱਦਾਂ ਉਹਨੇ ਬਹੁਤ ਸਕੈਚ ਕੀਤੇ ਸੀਗੇ। ਉਹ ਟਾਈਮ ਦੇ ਵਿੱਚ ਜਿਹੜਾ ਸੀਗਾ 1836 ਦੇ ਵਿੱਚ ਜਦੋਂ ਉਹਨੇ ਵਿਜ਼ਿਟ ਕੀਤਾ ਸੀਗਾ, ਉਹਨੇ ਜਿੱਦਾਂ ਉਹ ਟਾਈਮ ਵਿੱਚ ਉਹਨੇ ਲਿਖਿਆ ਸੀਗਾ, ਇਹ ਜਿਹੜੇ ਐਮਰਲਡ, ਜਿਹੜੇ ਰੂਬੀ, ਜਿਹੜੇ ਇਹਦੀ ਆਮਦਨ ਜਿਹੜੀ ਪੰਜਾਬ ਦੀ ਆ, ਇਹ ਬਹੁਤ ਸਰਪਾਸ ਕਰਦੇ ਜਿੱਦਾਂ ਯੂਰਪੀਅਨਸ ਨੂੰ ਵੀ। ਇੰਨਾ ਆਮਦਨ ਇਹ ਸਿੱਖਾਂ ਦਾ ਜਿੱਦਾਂ ਜਾਂ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹੈਗੀ ਆ ਗੱਲ। ਸੋ ਇਹ ਜਿੱਦਾਂ ਸਾਡਾ ਪਹਿਲਾ ਸਟਾਰਟਿੰਗ ਪੁਆਇੰਟ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ, ਜਿੱਦਾਂ ਜਦੋਂ ਗੋਰਿਆਂ ਨਾਲ ਜਿੱਦਾਂ ਉਹਨਾਂ ਨੇ ਜਿੱਦਾਂ ਕੀ ਦੇਖਿਆ ਸਿੱਖਾਂ ਦਾ, ਉਹਨਾਂ ਦਾ ਕੀ ਆਬਜ਼ਰਵੇਸ਼ਨ ਜਿੱਦਾਂ ਆਪਾਂ ਕਹਿ ਸਕਦੇ ਸੀ। ਉਹਦਾ ਜੇ ਆਪਾਂ ਮੂਵ ਆਨ ਹੋ ਜਾਏ ਇੱਥੋਂ, ਆਪਾਂ ਇੱਕ ਹੋਰ ਵੀ ਗੱਲ ਜਿੱਦਾਂ ਮੈਂ ਕਹਿਣ ਲੱਗਾ ਸੀਗਾ, ਸਾਡੇ 3 ਟ੍ਰੈਜਰੀ ਸੀਗੇ ਪੰਜਾਬ ਦੇ ਵਿੱਚ। ਇੱਕ ਟ੍ਰੈਜਰੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਜਿੱਦਾਂ ਟੋਸ਼ਾਖਾਨਾ ਜਿੱਦਾਂ ਸੀਗੇ ਲਾਹੌਰ ਦੇ ਵਿੱਚ। ਇਹ ਸੈਕੰਡ ਟੋਸ਼ਾਖਾਨਾ ਜਿੱਦਾਂ ਆਪਾਂ ਕਹਿ ਸਕਦੇ ਇਹ ਗੋਬਿੰਦਗੜ੍ਹ ਫੋਰਟ ਵਿੱਚ ਸੀਗੇ, ਜੋ ਅੰਮ੍ਰਿਤਸਰ ਦੇ ਵਿੱਚ ਪੈਂਦਾ ਸੀਗਾ। ਤਾਂ ਉੱਥੇ ਜਿੱਦਾਂ ਸਾਡਾ ਕੋਇਨੇਜ ਜਿੱਦਾਂ ਸੀਗੇ ਪੰਜਾਬ ਦੇ ਕੋਇਨੇਜ ਉੱਥੇ ਸੀਗੇ, ਮਨੀ ਵੀ ਜਿੱਦਾਂ ਉੱਥੇ ਡਿਪੋਜ਼ਿਟ ਕਰਦੇ ਹੁੰਦੇ ਸੀਗੇ। ਫਿਰ ਥਰਡ ਟ੍ਰੈਜਰੀ ਜਿੱਦਾਂ ਆਪਾਂ ਕਹਿ ਸਕਦੇ ਉਹ ਜਿੱਦਾਂ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀ। ਸੋ ਆਪਾਂ ਕਹਿ ਸਕਦੇ ਹਾਂ 3 ਟ੍ਰੈਜਰੀ ਜਿੱਦਾਂ ਸੀਗੇ ਪੰਜਾਬ ਦੇ ਵਿੱਚ ਉਹ ਟਾਈਮ ਦੇ ਵਿੱਚ। ਸੋ ਇਹ ਵੈਰੀ ਇੰਪੋਰਟੈਂਟ ਗੱਲ ਜਿੱਦਾਂ ਸਮਝਣੀ ਆਉਣੀ ਚਾਹੀਦੀ ਆ, ਬਿਕਾਜ਼ ਮੋਸਟ ਪੀਪਲ ਡੋਂਟ ਨੋ ਦਿਸ ਜਿੱਦਾਂ ਆਪਾਂ ਕਹਿ ਸਕਦੇ ਹਾਂ। ਸੋ ਇਸ਼ੂ ਜਿਹੜਾ ਹੁਣ ਆਪਾਂ ਨੈਕਸਟ ਗੱਲ ਜਿਹੜਾ ਆਪਾਂ ਕਹਿ ਸਕਦੇ ਹਾਂ, ਵਾਟ ਹੈਪਨ ਨੈਕਸਟ, ਬਿਕਾਜ਼ ਸਾਨੂੰ ਆਮ ਪਤਾ ਜਿੱਦਾਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੂਰਾ ਜਿਹਾ ਹੋ ਗਿਆ ਸੀਗਾ। ਸੋ ਡਿਸੈਂਸ਼ਨ ਜਿੱਦਾਂ ਹੋ ਗਿਆ ਸੀਗਾ ਪੰਜਾਬ ਕੋਰਟ ਦੇ ਵਿੱਚ, ਲਾਹੌਰ ਕੋਰਟ ਜੇ ਆਪਾਂ ਕਹਿ ਸਕਦੇ ਹਾਂ। ਉਹ ਟਾਈਮ ਦੇ ਵਿੱਚ ਕਾਫੀ ਜਿੱਦਾਂ ਨੁਕਸਾਨ ਹੋਇਆ ਸੀਗਾ। there was ਜਿੱਦਾਂ ਕਿਲਿੰਗਸ ਜਿੱਦਾਂ ਆਪਾਂ ਕਹਿ ਸਕਦੇ ਹਾਂ, war of succession ਜੇ ਆਪਾਂ ਕਹਿ ਸਕਦੇ ਹਾਂ। ਸੋ ਉਹ ਟਾਈਮ ਦੇ ਵਿੱਚ ਵੀ ਜਿੱਦਾਂ ਸਿੱਖ ਟ੍ਰੈਜਰੀ was looted by Sikhs themselves, or ਜਿੱਦਾਂ ਆਪਾਂ ਡੋਗਰਾ ਵੀ ਕਹਿ ਸਕਦੇ, they were trying to attempt to take hold of the ਜਿੱਦਾਂ ਟ੍ਰੈਜਰੀ ਜਿੱਦਾਂ ਕਹਿੰਦੇ ਆ। ਉਹਦਾ ਸਾਡਾ ਜਦੋਂ ਐਂਗਲੋ ਸਿੱਖ ਵਾਰ ਸ਼ੁਰੂ ਹੋਇਆ 1845-1846, ਫਿਰ ਜਦੋਂ ਪ੍ਰੋਬਲਮ ਜਿੱਦਾਂ ਸ਼ੁਰੂ ਹੋਈ ਆ in terms of what the treasury ਜਿੱਦਾਂ ਉਹਦਾ ਮੈਨਾ ਕੀ ਸੀਗਾ in terms of what happened next। ਤਾਂ ਜੇ ਆਪਾਂ ਕਹਿ ਸਕਦੇ ਆ ਜੇ 1749 ਦੇ ਵਿੱਚ 1849 ਜੇ ਆਪਾਂ annexation of ਪੰਜਾਬ ਜੇ ਆਪਾਂ ਕਹਿ ਸਕਦੇ ਆ, ਉਹ ਟਾਈਮ ਦੇ ਵਿੱਚ was very difficult ਜੇ ਆਪਾਂ ਕਹਿ ਸਕਦੇ ਆ, ਬਿਕਾਜ਼ ਜਦੋਂ ਐਂਗਲੋ ਸਿੱਖ ਵਾਰ ਜਦੋਂ ਸੀਗਾ, ਜਿਹੜੇ ਸਿੱਖ ਸੀਗੇ ਉਹਨਾਂ ਨੇ ਵੀ ਜਦੋਂ ਬੈਟਲ ਕੀਤਾ ਸੀਗਾ ਗੋਰਿਆਂ ਨਾਲ, ਉਹਨਾਂ ਨੇ ਵੀ ਜਿੱਦਾਂ ਆਈਟਮਸ ਪਿਕਅਪ ਕੀਤੀਆਂ ਸੀਗਾ ਫਰੋਮ ਦੀ ਜਿੱਦਾਂ ਬੈਟਲ ਫੀਲਡਸ ਜੇ ਆਪਾਂ ਕਹਿ ਸਕਦੇ ਆ। ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਵੀ ਜਿੱਦਾਂ ਸਿੱਖਾਂ ਦੀਆਂ ਚੀਜ਼ਾਂ ਪਿਕਅਪ ਕੀਤੀਆਂ ਸੀਗਾ। ਸੋ ਇਟਸ ਵੈਰੀ ਵੈਰੀ ਇੰਟਰਸਟਿੰਗ, ਬਿਕਾਜ਼ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਪਿਕਅਪ ਕਰਕੇ ਚੀਜ਼ਾਂ, ਜਿੱਦਾਂ ਤਲਵਾਰਾਂ ਹੋਵੇ, ਕੋਈ ਸ਼ੀਲਡਸ ਹੋਵੇ, ਉਹਨਾਂ ਨੇ ਆਮ ਜਿੱਦਾਂ ਵਾਪਸ ਯੂਕੇ ਨੂੰ ਲੈਣ ਦਿਆ, ਜਾਂ ਉਹਨਾਂ ਨੇ ਜਿੱਦਾਂ ਗਵਰਨਰ ਜਨਰਲ ਨੂੰ ਉਹਨਾਂ ਵੀ ਉਹ ਟਾਈਮ ਤੇ ਡਿਪੋਜ਼ਿਟ ਕਰਤੀਆਂ ਚੀਜ਼ਾਂ। ਉਹਦਾ ਸਿੱਖਾਂ ਦੇ ਵਿੱਚ ਜਿਹੜੀਆਂ ਸਿੱਖਾਂ ਨੇ ਚੀਜ਼ਾਂ ਜਿੱਦਾਂ ਬ੍ਰਿਟਿਸ਼ ਉਹਨਾਂ ਨੇ ਜਿੱਦਾਂ ਟੇਕ ਕੀਤੀਆਂ ਜੇ ਆਪਾਂ ਕਹਿ ਸਕਦੇ ਹਾਂ, we don't know where these British items are ਜਿੱਦਾਂ ਕਹਿੰਦੇ ਆ ਪੰਜਾਬ ਦੇ ਵਿੱਚ। ਉਹਦਾ ਜਿਹੜੀਆਂ ਸਿੱਖਾਂ ਦੀਆਂ ਚੀਜ਼ਾਂ ਬ੍ਰਿਟਿਸ਼ ਲੈ ਗਏ ਸੀਗੇ, ਉਹ ਜਿੱਦਾਂ ਫੈਮਲੀਆਂ ਦੇ ਵਿੱਚ ਵੀ ਆ ਹੁਣ ਯੂਕੇ ਦੇ ਵਿੱਚ, ਨਾਲੇ ਹੋਰ ਵੀ ਜਿੱਦਾਂ ਕਲੈਕਸ਼ਨਸ ਦੇ ਵਿੱਚ ਹੈਗੀ ਜਿੱਦਾਂ ਯੂਕੇ ਦੇ ਵਿੱਚ। ਉਹਦੇ ਵਾਸਤੇ ਮੈਂ ਹੋਰ ਵੀ ਜਿੱਦਾਂ ਐਲੈਬੋਰੇਸ਼ਨ ਜੇ ਮੈਂ ਕਹਿ ਸਕਦਾ ਆਪਾਂ ਕਰੂੰਗੇ। ਸੋ ਇਹ ਟਾਈਮ ਦੇ ਵਿੱਚ ਜੇ ਆਪਾਂ ਕਹਿ ਸਕਦੇ ਐਨੈਕਸੇਸ਼ਨ ਆਫ ਪੰਜਾਬ ਦੇ ਵਿੱਚ was very difficult। 29 ਮਾਰਚ 1849 ਦੇ ਵਿੱਚ ਟ੍ਰੀਟੀ ਬਣਾਤੀ ਸੀਗੀ ਜਿੱਦਾਂ ਸਿੱਖਾਂ ਨਾਲ। ਫਿਰ ਜਿਹੜਾ ਐਡਮਿਨਿਸਟ੍ਰੇਸ਼ਨ ਸੀਗਾ ਉਹ ਜਦੋਂ ਗੋਰਿਆਂ ਨੂੰ ਜਿੱਦਾਂ ਹੈਂਡਓਵਰ ਜੇ ਆਪਾਂ ਕਹਿ ਸਕਦੇ ਹੋ ਗਿਆ ਸੀਗਾ। ਇਟਸ ਵੈਰੀ ਇੰਪੋਰਟੈਂਟ ਟੂ ਐਕਚੁਅਲੀ ਅੰਡਰਸਟੈਂਡ, ਬਿਕਾਜ਼ ਇੱਕ ਗੋਰਾ ਜਿਹੜਾ ਨਾਂ ਸੀਗਾ ਲੋਰਡ ਲੋਗਨ, ਇਹ ਵੈਰੀ ਵੈਰੀ ਇੰਪੋਰਟੈਂਟ ਸੈਂਟਰਲ ਕੈਰੈਕਟਰ ਆ ਜਿੱਦਾਂ ਜੇ ਆਪਾਂ ਕਹਿ ਸਕਦੇ ਆ
ਜਿੱਦਾਂ ਅੰਡਰਸਟੈਂਡਿੰਗ ਆਫ ਸਿੱਖ ਰਿਲਿਕਸ ਐਂਡ ਆਰਟੀਫੈਕਟ ਲੋਰਡ ਡਲਹਾਊਜ਼ੀ ਜਿਹੜਾ ਗਵਰਨਰ ਜਨਰਲ ਸੀਗਾ ਉਹ ਟਾਈਮ ਤੇ ਉਹਨੇ ਜਿੱਦਾਂ ਇੰਸਟਰਕਟ ਕੀਤਾ ਸੀਗਾ ਲੋਗਨ ਨੂੰ ਟੋਸ਼ਕਾਨਾ ਤੋਂ ਤੁਸੀਂ ਜਾਣਾ ਆ ਟੋਸ਼ਕਾਨਾ ਦੇ ਵਿੱਚ ਤੁਸੀਂ ਜਿੱਦਾਂ ਕੰਟੈਂਟ ਸਾਰ ਟ੍ਰੈਜਰੀ ਦਾ ਜਿੱਦਾਂ ਕਹਿ ਸਕਦੇ ਆ ਇਨਵੈਂਟਰੀ ਬਣਾਉਣੀ ਆ ਇਨਵੈਂਟਰੀ ਆਫ ਆਲ ਦ ਰਿਲਿਕਸ ਐਂਡ ਆਰਟੀਫੈਕਟਸ ਇਨ ਦ ਟੋਸ਼ਕਾਨਾ ਤਾਂ ਜਦੋਂ ਉਹ ਆਪ 6 ਅਪ੍ਰੈਲ ਦੇ ਵਿੱਚ ਗਿਆ ਸੀਗਾ ਉਹ ਜਿੱਦਾਂ ਕਹਿੰਦਾ ਆ ਜਦੋਂ ਮੈਂ ਟੋਸ਼ਕਾਨੇ ਦੇ ਵਿੱਚ ਐਂਟਰ ਕੀਤਾ ਆ ਇਹ ਬੈਸਟ ਤੋਂ ਬੈਸਟ ਜੁਐਲਰੀ ਮੈਂ ਦੇਖੀ ਸੀਗੀ ਉੱਥੇ ਕੋਹੀਨੂਰ ਵੀ ਜਿੱਦਾਂ ਸੀਗਾ ਜਿੱਦਾਂ ਸਪੈਸ਼ਲ ਗਾਰਡ ਵੀ ਉੱਥੇ ਰੱਖਿਆ ਹੋਇਆ ਸੀਗਾ ਫਿਰ ਲੋਗਨ ਜਿਹੜਾ ਸੀਗਾ ਦੋ ਚੀਜ਼ਾਂ ਦੇ ਵਿੱਚੋਂ ਸਾਡੇ ਆਪਾਂ ਸਟੋਰੀ ਦੇ ਵਿੱਚ ਆਪਾਂ ਦੱਸਦੇ ਹਾਂ ਇੱਕ ਉਹਨੇ ਇਨਵੈਂਟਰੀ ਜਿੱਦਾਂ ਬਣਾਈ ਆ ਸਿੱਖ ਰਿਲਿਕਸ ਐਂਡ ਆਰਟੀਫੈਕਟਸ ਵਾਸਤੇ ਸੈਕੰਡਲੀ ਹੀ ਵਾਸ ਆਲਸੋ ਜਿੱਦਾਂ ਆਪਾਂ ਕਹਿੰਦੇ ਆ ਦ ਗਾਰਡੀਅਨ ਆਫ ਮਹਾਰਾਜਾ ਦਲੀਪ ਸਿੰਘ ਫਿਰ ਜਦੋਂ ਮਹਾਰਾਜਾ ਦਲੀਪ ਸਿੰਘ ਲੱਗਾ ਸੀਗੇ he was also the guardian ਜਦੋਂ UK ਦੇ ਵਿੱਚ ਗਿਆ ਸੀਗਾ but ਜਿੱਦਾਂ let's focus ਜਿੱਦਾਂ ਆਪਾਂ ਕਹਿ ਸਕਦੇ ਆ on the Sikh relics and artifacts because ਜਦੋਂ ਉਹ ਟੋਸ਼ਕਾਨੇ ਦੇ ਵਿੱਚ ਉਹਨੇ ਵਿਜ਼ਿਟ ਕੀਤਾ ਉਹਨੇ ਆਮ ਜਿੱਦਾਂ ਇਨਵੈਂਟਰੀ ਜਿੱਦਾਂ ਬਣਾਉਣੀ ਸੀ ਕੀ ਚੀਜ਼ਾਂ ਹੈਗੀਆਂ ਕੀ ਨਹੀਂ ਹੈਗੀਆਂ ਟੋਸ਼ਕਾਨਾ ਦੇ ਵਿੱਚ ਸੋ ਇੱਕ ਉਹਨੇ ਕੀ ਦੱਸਿਆ ਸੋ what did he see ਉਹਨੇ ਜਿੱਦਾਂ ਇਨਵੈਂਟਰੀ ਜਦੋਂ ਬਣਾਈ ਸੀਗੀ ਉਹਨੇ ਜਿੱਦਾਂ ਕਿਹਾ ਸੀਗਾ ਉਹਨੇ ਮੈਨੂਸਕ੍ਰਿਪਟਸ ਉੱਤੇ ਦੇਖੇ ਸੀਗੇ ਕੀਮਤੀ ਜਿੱਦਾਂ ਸ਼ੀਲਡਸ ਜਿੱਦਾਂ ਤਲਵਾਰਾਂ ਆਪਾਂ ਕਹਿ ਸਕਦੇ ਹਾਂ ਸਵੋਰਡਸ ਟਾਲਸ ਜੁਐਲਰੀ ਗਹਿਣੇ ਕਸ਼ਮੀਰੀ ਜਿੱਦਾਂ ਸ਼ੋਲਸ ਤਾਂ ਹੋਰ ਵੀ ਆਬਜੈਕਟਸ ਜਿਹੜੇ ਉਹਨੇ ਜਿੱਦਾਂ ਉਹਨੇ ਇਨਵੈਂਟਰੀ ਬਣਾਈ ਸੀਗੀ ਪੰਜਾਬ ਦੇ ਵਿੱਚ ਸੋ ਇਟਸ ਵੈਰੀ ਫੈਸੀਨੇਟਿੰਗ ਜੇ ਆਪਾਂ ਕਹਿ ਸਕਦੇ ਹਾਂ ਉਹ ਪੰਜਾਬ ਦੇ ਵਿੱਚ ਵਾਈ ਦ ਇਨਵੈਂਟਰੀ ਇਜ਼ ਇੰਪੋਰਟੈਂਟ ਬਿਕਾਜ਼ ਇਨਵੈਂਟਰੀ ਤੋਂ ਇਹ ਆਮ ਵੀ ਜਿੱਦਾਂ ਕਹਿੰਦਾ ਆ ਕੋਈ ਲਿਸਟ ਉਦੋਂ ਤੱਕ ਕੋਈ ਪ੍ਰਪੇਅਰ ਨਹੀਂ ਕੀਤੀ ਸੀ ਕਿਸਨੇ ਔਰ ਅੰਡਰ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਡੋਂਟ ਨੋ ਜੇ ਕੋਈ ਪਰਸ਼ਨ ਦੇ ਵਿੱਚ ਕੋਈ ਸਿਸਟਮ ਸੀਗਾ ਜਿਹਦਾ ਰਿਕਾਰਡ ਕਰਨ ਕਿ ਨਹੀਂ ਉਹਦਾ ਉਹ ਲਿਖਦਾ ਇਹ ਪਹਿਲੀ ਵਾਰੀ ਸੀਗੀ ਜਦੋਂ ਲਿਸਟਿੰਗ ਬਣਾਈ ਆ ਕੀ ਜਿੱਦਾਂ ਰਿਲਿਕਸ ਜਿੱਦਾਂ ਸੀਗੇ ਟੋਸ਼ਕਾਨਾ ਦੇ ਵਿੱਚ ਲਾਹੌਰ ਦੇ ਵਿੱਚ ਸੋ ਇਹ ਜਿੱਦਾਂ ਵੈਰੀ ਇੰਟਰਸਟਿੰਗ ਗੱਲ ਆ ਜਦੋਂ ਬ੍ਰਿਟਿਸ਼ਰਸ ਨੇ ਜਿੱਦਾਂ ਪਹਿਲਾਂ ਜਿੱਦਾਂ ਇਨਵੈਂਟਰੀ ਜਿੱਦਾਂ ਪੋਸੀਬਲੀ ਬਣਾਈ ਹੋਗੀ ਸੋ ਜਦੋਂ ਇਨਵੈਂਟਰੀ ਬਣਾਤੀ 1849 ਦੇ ਵਿੱਚ what happened next is also important ਜਿਹਦਾ ਆਪਾਂ ਕਹਿ ਸਕਦੇ ਹਾਂ important because sales took place because ਆਮ ਜਦੋਂ ਲੋਕ ਸੋਚਦੇ ਆ ਜਿੱਦਾਂ ਬ੍ਰਿਟਿਸ਼ ਨੇ ਸਾਰੀਆਂ ਚੀਜ਼ਾਂ ਜਿੱਦਾਂ ਪੰਜਾਬ ਤੋਂ ਲੈ ਗਏ and took everything to the UK it's not quite correct next issue ਜਿਹੜਾ ਹੋਇਆ ਸੀਗਾ ਲਾਹੌਰ ਦੇ ਵਿੱਚ ਸੇਲਸ ਟੁਕ ਪਲੇਸ ਇਹ ਜਿਹੜੀਆਂ ਆਮ ਚੀਜ਼ਾਂ ਸੀਗੀਆਂ ਉਹਨਾਂ ਨੇ ਸੇਲਸ ਕੀਤੀਆਂ ਸੀਗਾ ਟੂ ਦਿਸ ਡੇਟ ਸਾਨੂੰ ਆਮ ਨਹੀਂ ਪਤਾ 5 ਸੇਲਸ ਸੀਗੀਆਂ 7 ਸੇਲਸ ਸੀਗੀਆਂ but basically some of these relics and artifacts were sold on the open market in Lahore so ਇਹ ਪਹਿਲੀ ਗੱਲ ਜਿੱਦਾਂ we need to understand ਇਹ ਬ੍ਰਿਟਿਸ਼ ਸਾਰੀਆਂ ਚੀਜ਼ਾਂ UK ਨੂੰ ਨਹੀਂ ਲੈ ਕੇ ਗਏ sales took place in Lahore outcome ਉਹਦੇ ਵਾਸਤੇ ਸਾਨੂੰ ਨਹੀਂ ਪਤਾ details are very sketchy and very limited in terms of what happened in terms of the actual sales ਤਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਰਹਿ ਗਈਆਂ ਸੀਗੀਆਂ ਉਹ ਜਿੱਦਾਂ ਫੇਰ ਮਗਰੋਂ ਸ਼ਿਪ ਕੀਤੀਆਂ ਸੀ ਉਹਨਾਂ ਨੇ ਵਾਪਸ UK ਨੂੰ also ਜਿਹੜਾ ਗਵਰਨਰ ਡਲਹਾਊਜ਼ੀ ਜਿੱਦਾਂ ਸੀਗਾ ਉਹਨੇ ਵੀ ਆਪ ਸੇਲਸ ਤੋਂ ਉਹਨੇ ਬਾਈ ਵੀ ਕੀਤੀਆਂ ਉਹਨੇ ਚੀਜ਼ਾਂ ਸੋ ਉਹਨੇ ਆਪਣਾ ਪਰਸਨਲ ਕਲੈਕਸ਼ਨ ਵਾਸਤੇ ਇਹਨੇ ਜਿੱਦਾਂ ਸੇਲਸ ਇਹਨੇ he just took things for himself as well ਉਹਦਾ ਤਾਂ ਉਹਨੂੰ ਇਹ ਪਿਕ ਐਂਡ ਚੂਜ਼ ਕਰ ਸਕਦਾ ਸੀਗਾ ਕੀ ਚੀਜ਼ਾਂ ਸੇਲਸ ਨੂੰ ਜਾਣਿਆ ਸੀਗਾ ਕੀ ਈਸਟ ਇੰਡੀਆ ਕੰਪਨੀ ਜਿੱਦਾਂ ਅਯੇਬਗਾਰ ਨੂੰ ਜਾਣਾ ਸੀਗਾ ਬਿਕਾਜ਼ ਜਿਹੜੀਆਂ ਚੀਜ਼ਾਂ ਜਿਹੜੇ UK ਨੂੰ ਗਈਆਂ ਪਹਿਲਾਂ ਉਹ ਅਯੇਬਗਾਰ ਨੂੰ ਗਏ ਈਸਟ ਇੰਡੀਆ ਕੰਪਨੀ ਮਿਊਜ਼ੀਅਮ ਜਿਹੜਾ ਸੀਗਾ ਲੰਡਨ ਦੇ ਵਿੱਚ ਸੋ ਉੱਥੇ ਪਹਿਲਾਂ ਚੀਜ਼ਾਂ ਜਿੱਦਾਂ ਪਹੁੰਚੀਆਂ ਸੀਗੀਆਂ ਸੈਕੰਡਲੀ ਜਿਹੜੀਆਂ ਚੀਜ਼ਾਂ ਜਿੱਦਾਂ ਪੰਜਾਬ ਤੋਂ ਨਿਕਲੀਆਂ ਸੀਗੀਆਂ ਉਹ ਉਹਨਾਂ ਨੇ ਦਿੱਤੀਆਂ ਸੀਗੀਆਂ ਟੂ ਕੁਈਨ ਵਿਕਟੋਰੀਆ ਸੋ ਜਿਹੜੇ ਤੋਪ ਜਿਹੜੇ ਆਪਾਂ ਕਹਿ ਸਕਦੇ ਗਨਸ ਜਿੱਦਾਂ ਆਪਾਂ ਕਹਿ ਸਕਦੇ ਉਹ ਵੀ ਜਿੱਦਾਂ ਕੁਈਨ ਵਿਕਟੋਰੀਆ ਨੂੰ ਗਈਆਂ ਐਂਡ ਸੈਕੰਡਲੀ ਸਾਨੂੰ ਆਮ ਜਿੱਦਾਂ ਪਤਾ ਆ ਜਿਹੜਾ ਕੋਹੀਨੂਰ ਵਨ ਆਫ ਦ ਮੋਸਟ ਜਿੱਦਾਂ ਐਕਸਪੈਂਸਿਵ ਆਈਟਮ ਜਿਹੜਾ ਆਪਾਂ ਕਹਿ ਸਕਦੇ ਆ ਉਹ ਵੀ ਜਿੱਦਾਂ was given to Queen Victoria as a gift from the East India Company ਜਿੱਦਾਂ ਕਹਿ ਸਕਦੇ ਆ ਓਕੇ ਸੋ ਹੁਣ ਸਾਡਾ ਟ੍ਰੈਜੈਕਟਰੀ ਜਿੱਦਾਂ ਕਹਿ ਸਕਦੇ ਆ ਫਿਰ ਜਦੋਂ ਜੇ ਆਪਾਂ ਕਾਸਟ ਉਹ ਜੇ ਆਪਾਂ ਕਹਿ ਸਕਦੇ how much was this treasury worth ਜਿੱਦਾਂ ਕਹਿੰਦੇ ਆ ਇਹ ਜਿੱਦਾਂ ਕਾਫੀ ਜਿੱਦਾਂ ਸਵਾਲ ਜਦੋਂ ਲੋਕ ਆਮ ਜਿੱਦਾਂ ਪੁੱਛਦੇ ਹੁੰਦੇ ਆ ਇਹ ਟ੍ਰੈਜਰੀ ਦਾ ਵੈਲਿਊ ਕੀ ਸੀਗਾ ਕਿੰਨਾ what is the cost of this treasury
to this date ਆਪਾਂ 100% certainty ਆਪਾਂ ਕਹਿ ਨਹੀਂ ਸਕਦੇ ਕਿੰਨਾ cost ਸੀਗਾ ਉਹ ਕਿੰਨਾ wealth ਸੀਗਾ ਇਸ ਸਿੱਖ treasury ਦੇ ਵਿੱਚ, because it is possibly over £1 million at that time. ਇਹ one estimate ਹੈਗਾ rupees ਦੇ ਵਿੱਚ ਸਭ ਜਿੱਦਾਂ ਆਪਾਂ ਕਹਿ ਸਕਦੇ ਜ਼ਿਆਦਾ ਜਿੱਦਾਂ ਪੜ੍ਹ ਲਿਖੇ ਬੰਦੇ ਕਹਿ ਸਕਦੇ ਆ what was the actual value today's date, but it was very very ਕੀਮਤੀ ਜਿੱਦਾਂ ਆਪਾਂ ਕਹਿ ਸਕਦੇ in terms of what the Sikh treasury was worth essentially. ਤਾਂ ਹੁਣ ਮੈਂ ਫਿਰ ਜਿੱਦਾਂ share screen ਕਰੂੰਗਾ ਫਿਰ, and just to give some examples in terms of ਕੀ ਜਿੱਦਾਂ ਸੀ ਇਹ treasury ਦੇ ਵਿੱਚ. So ਆਮ ਜਿੱਦਾਂ ਸਾਨੂੰ ਪਤਾ ਆ ਕੋਹੀਨੂਰ diamond ਜਿੱਦਾਂ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਹੋਈ ਆ, this is what the Kohinoor diamond looks like now ਜਿੱਦਾਂ ਕਹਿੰਦੇ ਹੁਣ ਉਹਦਾ ਮੈਂ ਜਦੋਂ ਸਾਡਾ 3D ਦਾ ਪ੍ਰੋਗਰਾਮ ਵਾਸਤੇ ਮੈਂ ਤੁਹਾਨੂੰ ਜਿੱਦਾਂ ਹੁਣੇ in a few minutes ਮੈਂ ਦੱਸੂਗਾ, ਮੈਂ show ਕਰੂੰਗਾ what the Kohinoor diamond looked like back in 1851 ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ। ਉਹਦਾ ਪਹਿਲੀ ਗੱਲ ਜਿਹੜੀ ਮੈਂ ਕਹਿਣ ਲੱਗਾ ਆ ਜਿੱਦਾਂ ਸਾਡੇ ਲਾਹੌਰ ਜਿਹੜੀ ਟ੍ਰੈਜਰੀ ਸੀਗੀ, ਪਹਿਲੀ ਗੱਲ ਜਿਹੜੀ ਸੀਗੀ ਨੰਬਰ ਆਫ ਸਿੱਖ ਮੈਨੂਸਕ੍ਰਿਪਟਸ ਜਿਹੜਾ ਜਿੱਦਾਂ ਲਾਹੌਰ ਨੂੰ ਜਿੱਦਾਂ UK ਨੂੰ ਆਇਆ is absolutely unbelievable. ਜਿਹੜਾ ਕੋਈ ਬੈਠਾ ਹੋਊਗਾ ਇੰਡੀਆ ਦੇ ਵਿੱਚ ਬੈਠਾ ਹੋਊਗਾ ਸੇ ਪਾਕਿਸਤਾਨ ਦੇ ਵਿੱਚ ਬੈਠਾ ਹੋਊਗਾ, they cannot seem to understand ਕਿੰਨੇ ਸਾਡੇ ਹੱਥ ਲਿਖਤ ਹੈਗੇ ਆ UK ਦੇ ਵਿੱਚ to date। ਤਾਂ ਇਹ ਹੱਥ ਲਿਖਤ ਜਿਹੜੇ ਹੈਗੇ ਆ ਇਹ ਸਾਡੇ ਹੈਗੇ ਗੁਰੂ ਗ੍ਰੰਥ ਸਾਹਿਬ ਵਾਸਤੇ, ਸ੍ਰੀ ਦਸਮ ਗ੍ਰੰਥ ਸਾਹਿਬ ਵਾਸਤੇ, ਜਨਮ ਸਾਖੀ, ਪੋਥੀਆਂ, different treaties in terms of medicine, in terms of the Punjabi language, but also ਜਿੱਦਾਂ ਆਪਾਂ ਕਹਿ ਸਕਦੇ ਸ਼ਾਹਮੁਖੀ ਦੇ ਵਿੱਚ ਵੀ ਜਿੱਦਾਂ ਹੈਗੇ ਜਿੱਦਾਂ ਲਿਖੇ ਹੋਏ which is also in the UK। ਉਹਦਾ one example ਜਿਹੜੇ ਮੈਂ ਦੇਣੀ ਸੀਗੀ it was related to ਜਿੱਦਾਂ ਮਹਾਰਾਣੀ ਜਿੰਦਲ ਕੌਰ। ਤਾਂ ਆ ਜਿਹੜਾ ਮੈਨੂਸਕ੍ਰਿਪਟ ਜਿੱਦਾਂ ਤੁਸੀਂ ਦੇਖ ਸਕਦੇ ਆ ਇਹ ਹੈਗਾ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ। ਤਾਂ ਇਹ ਜਿਹੜਾ ਇੱਕ ਸਰੂਪ ਜਿੱਦਾਂ ਇਹਦਾ ਪਰਸਨਲ ਜਿੱਦਾਂ ਆਪਾਂ ਕਹਿ ਸਕਦੇ ਪਰਸਨਲ ਜਿੱਦਾਂ ਪੋਥੀ ਜਿੱਦਾਂ ਸੀਗੀ which was kept with Maharaj Jinder Kaur, and unfortunately this was actually taken by the British as well. So these are the kind of the examples which is kept in UK to this date. So ਆਮ ਜਿੱਦਾਂ ਲੋਕ ਸਾਨੂੰ ਪੁੱਛਦੇ ਹੁੰਦੇ ਆ ਤਾਂ ਹੋਰ ਵੀ ਚੀਜ਼ਾਂ ਕੀ ਹੈਗੀਆਂ UK ਦੇ ਵਿੱਚ and where they kept. So first before I go into ਜਿੱਦਾਂ detail ਜਿੱਦਾਂ ਆਪਾਂ ਕਹਿਣ ਲੱਗੇ ਆ in terms of where ਕਿਹੜੀਆਂ ਚੀਜ਼ਾਂ ਸਾਡੀਆਂ ਹੈਗੀਆਂ, next assertion ਜਿਹੜਾ ਆਪਾਂ ਸਾਨੂੰ ਕਹਿਣਾ ਚਾਹੀਏ so where is these items in the UK. So ਆਮ ਜਿੱਦਾਂ ਸਾਨੂੰ ਪਤਾ ਹੈਗਾ ਆ ਇਹ ਅਜੀਬਘਰ ਜਿਹੜੇ UK ਦੇ ਵਿੱਚ ਹੈਗੇ ਆ, the biggest ਜਿੱਦਾਂ UK ਦੇ ਵਿੱਚ ਹੈਗੇ ਆ ਜਿੱਦਾਂ Victoria and Albert Museum, the Royal Armories, ਹੋਰ ਵੀ ਜਿੱਦਾਂ ਆਪਾਂ ਕਹਿ ਸਕਦੇ ਆ Royal Collection ਵੀ ਹੈਗਾ ਆ। ਇੱਕ also ਜਦੋਂ ਮੈਂ ਤੁਹਾਨੂੰ just recently 10 ਮਿੰਟ ਹੋ ਗਏ ਮੈਂ ਗੱਲ ਕਹੀ ਸੀਗੀ ਉਹ ਸੀਗੀ ਜਦੋਂ ਰੈਜੀਮੈਂਟ ਜਿਹੜੀ ਬ੍ਰਿਟਿਸ਼ ਰੈਜੀਮੈਂਟ ਗਏ ਸੀਗੇ ਪੰਜਾਬ ਨੂੰ, ਜਦੋਂ ਉਹਨਾਂ ਨੇ ਬੈਟਲਫੀਲਡ ਤੋਂ ਚੀਜ਼ਾਂ ਚੱਕੀਆਂ ਸੀਗੀਆਂ ਉਹ ਵਾਪਸ ਲੈ ਗਏ ਸੀਗੇ ਆਪਣੇ ਓਲਡ ਰੈਜੀਮੈਂਟਸ ਨੂੰ। ਉਹ ਰੈਜੀਮੈਂਟ ਜਿਹੜੇ ਹੈਗੇ ਆ they still exist to this very day। ਸੋ ਜਿੱਦਾਂ ਸਾਡੇ ਬੜੇ ਅਜੀਬਘਰ UK ਦੇ ਵਿੱਚ ਹੈਗੇ ਆ, but ये regimental museum भी UK ਦੇ ਵਿੱਚ 10, 15, 20, 30 ਜਿੰਨੇ ਹੈਗੇ ਆ ਉਹਨਾਂ ਦੇ separate ਅਜੀਬਘਰ ਹੈਗੇ ਆ related to the Anglo-Sikh War and Punjab and ਜਿੱਦਾਂ Toshkana as well। so ਉਹਨਾਂ ਦੇ ਵਿੱਚ ਵੀ ਜਿੱਦਾਂ ਕਾਫੀ ਜਿੱਦਾਂ ਆਈਟਮਸ ਹੈਗੀਆਂ। ਇਹ ਯੂਨੀਵਰਸਿਟੀ ਜਿਹੜੇ ਹੈਗੇ UK ਦੇ ਵਿੱਚ ਉਹਦੇ ਵਾਸਤੇ ਵੀ ਜਿੱਦਾਂ ਪੁਰਾਣੇ ਸਰੂਪ ਹੈਗੇ ਮੈਨੂਸਕ੍ਰਿਪਟਸ, and ਫਿਰ ਪ੍ਰਾਈਵੇਟ ਕਲੈਕਸ਼ਨਸ ਵੀ ਜਿੱਦਾਂ UK ਦੇ ਵਿੱਚ ਹੈਗੇ ਆ ਉਹਦੇ ਵਾਸਤੇ ਵੀ ਆਪਾਂ ਕਹਿ ਸਕਦੇ ਆ there's tremendous amount of ਜਿੱਦਾਂ ਪੁਰਾਣੀਆਂ ਚੀਜ਼ਾਂ within those collections। so ਦੇਖੋ ਕਿੰਨਾ widespread ਇਹ ਚੀਜ਼ਾਂ ਹੈਗੀਆਂ, museums, private collections, regimental museums, the Queen's collection ਜਿਹੜਾ ਆਪਾਂ ਕਹਿੰਦੇ royal collection ਵੀ ਹੈਗਾ ਆ। so ਇਹ private library ਵੀ ਜਿੱਦਾਂ ਹੈਗੀਆਂ। so it's very very difficult ਜਿੱਦਾਂ ਆਪਾਂ ਕਹਿ ਸਕਦੇ ਆ ਕਿੰਨੀਆਂ items ਹੈਗੀਆਂ UK ਦੇ ਵਿੱਚ to consider। ਉਹਦਾ ਦੇਖੋ ਮੈਂ ਰਹਿਣਾ ਸ਼ਹਿਰ ਵਿੱਚ ਹੈਗਾ ਲੈਸਟਰ ਜਿੱਦਾਂ ਮਿਡਲ ਦੇ ਵਿੱਚ ਹੈਗਾ UK ਦੇ ਵਿੱਚ। ਮੈਂ I can leave Leicester at any point and any direction UK ਦੇ ਵਿੱਚ ਮੈਂ ਜਾ ਸਕਦਾ 5 ਮੀਲ ਇੱਧਰ ਨੂੰ, 10 ਮੀਲ ਇੱਧਰ ਨੂੰ, 15 ਮੀਲ ਇੱਧਰ ਨੂੰ। UK ਦੇ ਵਿੱਚ ਇੰਨਾ ਕਨੈਕਸ਼ਨ ਹੈਗਾ ਪੰਜਾਬ ਨਾਲ it's unbelievable। ਤਾਂ ਜੇ ਕੋਈ ਲੋਕੇਸ਼ਨ ਹੋਵੇ ਜਾਂ ਕੋਈ ਅਜੀਬਘਰ ਹੋਵੇ ਜਾਂ ਕੋਈ ਬ੍ਰਿਟਿਸ਼ਰ ਹੋਵੇ ਜਿਹੜਾ ਪੰਜਾਬ ਨੂੰ ਗਿਆ ਹੋਊਗਾ
ਤਾਂ ਉਹਨਾਂ ਦੀ ਕੋਈ ਜਿੱਦਾਂ ਗ੍ਰੇਵ ਹੋਵੇ ਸੋ ਦੇयर इज ਅ ਬਿਗ ਲਿੰਕ ਤਾਂ ਆਪਾਂ ਤਾਂ ਹੀ ਆਪਾਂ ਕਹਿ ਸਕਦੇ ਐਂਗਲੋ ਸਿੱਖ ਲਿੰਕ ਹੈਗਾ ਆ ਬਿਟਵੀਨ ਦ ਯੂਕੇ ਐਂਡ ਪੰਜਾਬ ਸੋ ਇਹ ਜਿੱਦਾਂ ਵੈਰੀ ਵੈਰੀ ਇੰਪੋਰਟੈਂਟ ਗੱਲ ਹੈਗੀ ਹੈ ਜਿੱਦਾਂ ਕਹਿੰਦੇ ਨੂੰ ਸੋ ਹੋਰ ਵੀ ਜਿੱਦਾਂ ਮੈਂ ਕਹਿਣ ਲੱਗਾ ਜਿੱਦਾਂ ਡਾਕੂਮੈਂਟਸ ਹੋਰ ਵੀ ਜਿੱਦਾਂ ਹੈਗੇ ਯੂਕੇ ਦੇ ਵਿੱਚ ਹੋਰ ਵੀ ਜਿੱਦਾਂ ਇਨਫੋਰਮੇਸ਼ਨ ਹੈਗਾ ਆ ਸੋ ਫਿਰ ਵੀ ਆਪਾਂ ਹੁਣ ਸ਼ੇਅਰ ਸਕਰੀਨ ਕਰ ਸਕਦੇ ਹਾਂ in terms of basic information ਜਾਂ ਆਪਾਂ ਕਹਿ ਸਕਦੇ ਹਾਂ ਸੋ ਲੋਕ ਆਮ ਪੁੱਛਦੇ ਹੁੰਦੇ ਆ ਜਦੋਂ ਮੈਂ ਹੁਣੇ ਤੁਹਾਨੂੰ ਜਿੱਦਾਂ ਦੱਸਿਆ ਇਹ ਆਈਟਮਸ ਹੁਣ ਕਿੱਥੇ ਰਿਜ਼ਾਈਡ ਕਰਦੇ ਇਨ ਦ ਯੂਕੇ ਸੋ ਆਮ ਜਦੋਂ ਕੋਈ ਜਾਂਦਾ ਹੈਗਾ ਲੰਡਨ ਦੇ ਵਿੱਚ ਵਿਕਟੋਰੀਆ ਐਲਬਰਟ ਮਿਊਜ਼ੀਅਮ ਜੇ ਆਪਾਂ ਕਹਿ ਸਕਦੇ ਹਾਂ ਇਹ ਪਹਿਲਾਂ ਜਦੋਂ on display different ਹੈਗਾ to what they have ਜਿੱਦਾਂ in the back ਜਿੱਦਾਂ ਆਪਾਂ ਕਹਿ ਸਕਦੇ ਹਾਂ on display ਹੈਗੀ ਕੁਰਸੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ so that is on display ਇਹ ਆਪਾਂ ਤੁਹਾਨੂੰ ਦਿਸਦੀ ਹੈਗੀ ਆ also on display ਹੈਗਾ ਜਿੱਦਾਂ ਆਪਾਂ ਅਕਾਲੀ ਟਰਬਨ ਕਹਿੰਦੇ ਅਕਾਲੀ ਦਸਤਾਰ ਬੂੰਗਾ ਜਿੱਦਾਂ ਕਹਿੰਦੇ ਆ ਗਰਾਊਂਡ ਟਾਊਸ ਕਹਿੰਦੇ ਅਕਾਲੀ ਨਿਹੰਗ ਸਿੰਘਾਂ ਦਾ ਸੋ ਇਹ ਜਿੱਦਾਂ ਪਹਿਲਾਂ ਕਾਫੀ ਸਾਲ ਹੋ ਗਏ ਇਹ ਦੋ ਆਈਟਮਸ ਜਿਹੜੇ ਹੈਗੇ ਔਨ ਡਿਸਪਲੇ ਹੈਗਾ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਫॉर ਮੈਨੀ years for instance ਸੋ ਇਹ ਜਿੱਦਾਂ ਆਪਾਂ ਕੈਟੇਗੋਰੀਕਲੀ ਕਹਿ ਸਕਦੇ ਆ ਇਹ ਜਿੱਦਾਂ ਇਜ਼ ਰਿਲੇਟਡ ਟੂ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਐਂਡ ਦ ਤੋਸ਼ਾਕਾਨਾ ਐਸ ਵੈਲ ਫਿਰ ਜਿੱਦਾਂ ਰਾਈਟ ਹੈਂਡ ਸਾਈਡ ਤੇ ਹੈਗਾ ਆ ਇਹ ਜਿੱਦਾਂ ਆਪਾਂ ਕਹਿੰਦੇ ਪਾਊਡਰ ਫਲਾਸਕ ਹੈਗਾ ਆ ਬੈਲਟ ਜਿੱਦਾਂ ਹੈਗੀ ਆ ਇਹ ਵੀ ਡਾਇਰੈਕਟ ਲਿੰਕ ਹੈਗਾ with the ਤੋਸ਼ਾਕਾਨਾ of Lahore as well ਇਹ ਜਿੱਦਾਂ ਇਹਨਾਂ ਦਾ ਜਿੱਦਾਂ ਰਾਈਟ ਆਫ ਹੈਗਾ ਰੋਇਲ ਆਰਮਰੀਜ਼ ਇਹ ਵੀ ਜਿੱਦਾਂ ਸੁਜੈਸਸ਼ਨ ਬਣਾਉਂਦੇ ਹੈਗੇ ਆ this could have been ਜਿੱਦਾਂ related to ਮਹਾਰਾਜਾ ਰਣਜੀਤ ਸਿੰਘ itself so ਇਹ possibility ਹੈਗੀ ਰਣਜੀਤ ਸਿੰਘ ਦਾ ਜਿੱਦਾਂ ਇਹ ਹੋ ਸਕਦਾ ਇਹ ਸੁਜੈਸਸ਼ਨ ਹੈਗਾ we don't know so ਸਾਡਾ ਗਰੁੱਪ ਜਿਹੜਾ ਹੈਗਾ the Sikh Museum Initiative ਸਾਡੀ ਖਾਸ ਸੀਗੀ to make sense ਜੇ ਆਪਾਂ ਕਹਿ ਸਕਦੇ ਹਾਂ of ਪੁਰਾਣੇ ਜਿੱਦਾਂ ਪੁਰਾਤਨ ਸ਼ਾਸਤਰ ਪੁਰਾਤਨ ਜਿੱਦਾਂ ਆਪਾਂ ਕਹਿੰਦੇ ਗਹਿਣ ਹੈ ਪੁਰਾਤਨ ਜਿੱਦਾਂ everything in the UK to make some kind of digital museum out of ਜੇ ਆਪਾਂ ਕਹਿ ਸਕਦੇ ਹਾਂ so in order to do that ਜੇ ਆਪਾਂ ਕਹਿ ਸਕਦੇ ਹਾਂ what did we have to do ਸਾਡਾ trajectory ਕੀ ਸੀਗਾ ਇਹ ਸਿੱਖ relics ਨੂੰ ਜੇ ਆਪਾਂ ਕੋਈ ਅੰਡਰਸਟੈਂਡਿੰਗ ਕਰਨਾ ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ ਹੈਗਾ ਜੇ ਐਨੇ ਆਈਟਮ ਵਾਈਡ ਸਪਰੈਡ ਹੈਗਾ ਯੂਕੇ ਦੇ ਵਿੱਚ ਸੋ ਵੇਅਰ ਡੂ ਵੀ ਸਟਾਰਟ ਫਰਮ ਸਾਡਾ ਸਟਾਰਟਿੰਗ ਪੁਆਇੰਟ ਕੀ ਸੀਗਾ ਸੋ ਪਹਿਲੀ ਗੱਲ ਜਿਹੜੀ ਹੁੰਦੀ ਆ ਇਹ ਗੱਲਾਂ ਦੇ ਵਿੱਚ ਸਾਨੂੰ ਰਿਸਰਚ ਕਰਨਾ ਪੈਂਦਾ ਆ ਉਹਦਾ ਤਾਂ ਆਮ ਮੇਰਾ ਜਿੱਦਾਂ ਲਿੰਕ ਹੈਗਾ ਜਿੱਦਾਂ ਪੁਰਾਣੇ ਜਿੱਦਾਂ ਕਾਫੀ ਜਿੱਦਾਂ ਇਜਿਪਟਗਾਰਾਂ ਨਾਲ ਹੈਗਾ ਲਿੰਕ ਜੇ ਆਪਾਂ ਕਹਿ ਸਕਦੇ ਹਾਂ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਰੋਇਲ ਆਰਮਰੀਜ਼ ਲਿੰਕ ਹੈਗਾ ਹੋਰ ਵੀ ਜਿੱਦਾਂ ਇਜਿਪਟ ਯੂਕੇ ਦੇ ਵਿੱਚ ਸਾਡਾ ਲਿੰਕ ਹੈਗਾ ਆ ਉਹਦਾ ਮੈਂ ਇਹ ਰਿਸਰਚ ਜਿੱਦਾਂ ਸਾਡੀ ਟੀਮ ਨੇ ਜਾ ਕੇ ਇੱਕ ਆਈਟਮ ਨੂੰ ਜਿੱਦਾਂ ਆਪਾਂ ਡਾਕੂਮੈਂਟ ਕੀਤਾ ਹੈਗਾ in terms of what is there behind the scenes not ਜਿੱਦਾਂ ਆਪਾਂ ਕਹਿੰਦੇ ਡਿਸਪਲੇ ਦੇ ਵਿੱਚ ਕੀ ਲਿਖਿਆ ਹੋਇਆ but what is behind the scenes so ਜੇ ਆਪਾਂ ਦੇਖ ਸਕਦੇ ਆ ਆਹ ਪਿਕਚਰ ਜਿਹੜੀ ਮੇਰੀ ਹੈਗੀ ਆ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਦੇ ਵਿੱਚ ਹੈਗੀ ਜਿੱਦਾਂ ਮੈਂ ਹੁਣ ਤੁਹਾਨੂੰ ਦਿਖਾਇਆ ਸੀ ਅਕਾਲੀ ਦਸਤਾਰ ਆਹ ਸੈਕੰਡਰੀ ਅਕਾਲੀ ਦਸਤਾਰ ਹੈਗਾ ਇਹ ਵੀ ਜਿੱਦਾਂ ਲਾਹੌਰ ਤੋਂ ਆਇਆ ਹੋਇਆ ਸੋ ਇਹ ਵੀ ਜਿੱਦਾਂ ਸੈਕੰਡਰੀ ਪੰਜਾਬ ਆਈਟਮ ਹੈਗਾ ਸੋ ਜਦੋਂ ਮੈਂ ਗਿਆ ਸੀਗਾ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਦੇ ਵਿੱਚ ਬੈਕ ਜੇ ਆਪਾਂ ਕਹਿ ਸਕਦੇ ਹਾਂ ਉੱਥੇ ਇਜ਼ priceless items ਜਿੱਦਾਂ ਕਹਿ ਸਕਦੇ ਹਾਂ ਆਪਾਂ ਡਾਕੂਮੈਂਟ ਵੀ ਕੀਤੇ ਹੈਗੇ ਆ in terms of what the museum has ਜਿੱਦਾਂ ਆਪਾਂ ਕਹਿੰਦੇ ਡਾਇਰੈਕਟ ਲਿੰਕ ਹੈਗਾ with the ਲਾਹੌਰ ਤੋਸ਼ਾਕਾਨਾ ਜੇ ਆਪਾਂ ਰਾਈਟ ਹੈਂਡ ਸਾਈਡ ਜੇ ਆਪਾਂ ਦੇਖਦੇ ਹੈਗੇ ਇਹ ਹੈਗਾ ਰੋਇਲ ਆਰਮਰੀਜ਼ ਜਿੱਦਾਂ ਮੈਂ ਹੁਣ ਮੈਂਸ਼ਨ ਕੀਤਾ ਇਹ ਲੀਡਸ ਵਿੱਚ ਪੈਂਦਾ ਆ ਸੋ ਇਹ ਵੀ ਅਗੇਨ ਉਹਨਾਂ ਕੋ ਵੀ ਜਿੱਦਾਂ ਹੈਗਾ ਦਸਤਾਰ ਬੂੰਗਾ in their kind of catalog ਜਿੱਦਾਂ ਕਹਿ ਸਕਦੇ ਆ ਅੱਜ ਤਾਂ ਮੈਂ ਹੁਣ ਹੱਥ ਵਿੱਚ ਇੱਥੇ ਰੱਖਿਆ ਹੋਇਆ ਇਹ ਜਿੱਦਾਂ ਆਪਾਂ ਕਹਿੰਦੇ ਜਿੱਦਾਂ ਬਾਉ ਜਿੱਦਾਂ ਕਹਿ ਸਕਦੇ ਆ ਇਹ ਜਿੱਦਾਂ also related to the Punjab period ਵੀ ਹੈਗਾ ਆ so it's important ਪਹਿਲੀ ਗੱਲ ਜੇ ਆਪਾਂ ਕਹਿ ਸਕਦੇ ਆ to understand ਇਹ ਤੋਸ਼ਾਕਾਨਾ ਦੇ ਵਿੱਚ ਕਿੱਥੋਂ ਪੰਜਾਬ ਦੇ ਵਿੱਚ ਆਈਟਮਸ ਆਇਆ ਹੁਣ ਕਿੱਥੇ ਹੈਗੀਆਂ in the UK because ਭਲੇਖਾ ਲੋਕਾਂ ਨੂੰ ਪੈ ਜਾਂਦਾ ਜਿੱਦਾਂ ਇਹ ਇੱਕ ਮਿਊਜ਼ੀਅਮ ਵਿੱਚ ਹੋਊਗਾ ਜਿੱਦਾਂ UK ਦੇ ਵਿੱਚ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਓਨਲੀ but information is not correct so to speak ਇਹ ਜਿੱਦਾਂ ਯੇਬਗਰ ਕਾਫੀ ਹੈਗੇ UK ਦੇ ਵਿੱਚ ਜਿੱਦਾਂ ਪੰਜਾਬ ਆਈਟਮਸ ਹੈਗੀਆਂ ਸਿੱਖ ਆਈਟਮਸ and also ਮੁਸਲਮਾਨ ਦੀਆਂ ਹਿੰਦੂਆਂ ਦੀ ਆਈਟਮਸ ਹੈਗੀਆਂ all over the UK ਜਿੱਦਾਂ ਆਪਾਂ ਕਹਿ ਸਕਦੇ ਹਾਂ so ਜੇ ਆਪਾਂ
ਸਟੱਡੀ ਕਰਨੀਆਂ ਇਹ ਆਈਟਮਸ ਸਾਡਾ ਹੋਰ ਖਾਸ ਕੀ ਸੀਗਾ ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਨੂੰ ਇਨ ਟਰਮਸ ਆਫ ਆਪਾਂ ਅੰਡਰਸਟੈਂਡ ਕਰਨੇ ਨੂੰ ਆਈਟਮਸ ਜਿੱਦਾਂ ਕੋਈ ਇੰਟਰਪ੍ਰੀਟੇਸ਼ਨ ਆਪਾਂ ਕਿੱਦਾਂ ਕਰ ਸਕਦੇ ਆਫ ਸਿੱਖ ਆਈਟਮਸ ਸੋ ਆਮ ਜਿੱਦਾਂ ਸਾਨੂੰ ਪਤਾ ਸੀਗਾ ਜਿੱਦਾਂ ਅਜੇਬ ਦਾ ਯੂਕੇ ਦੇ ਵਿੱਚ ਬਣਨ ਨੂੰ ਜਿੱਦਾਂ ਕਾਸਟ ਵਾਸ ਗੋਇੰ ਟੂ ਬੀ ਵੈਰੀ ਵੈਰੀ ਹਾਈ ਸੋ ਟੂ ਸਪੀਕ ਤਾਂ ਆਪਾਂ ਜਿੱਦਾਂ ਚਾਹੁੰਦੇ ਸੀਗੇ ਆਪਾਂ ਕੋਈ ਹੋਰ digitally ਆਪਾਂ ਚਾਹੁੰਦੇ ਸੀਗੇ ਕੋਈ digital project ਆਪਾਂ ਕਰੀਏ initiate ਕਰੀਏ which gave ਜਿੱਦਾਂ ਆਮ ਕਹਿ ਸਕਦੇ ਆ a different way of looking at items ਜੇ ਆਪਾਂ ਕਹਿ ਸਕਦੇ ਆ so ਇਹ digital technologies ਜਿਹੜਾ ਆਪਾਂ ਹੁਣ initiate ਕੀਤਾ ਆਪਾਂ employ ਕੀਤਾ has to be the future to actually ਜਿੱਦਾਂ get access to the items ਜਿੱਦਾਂ ਆਮ ਲੋਕ ਕਹਿ ਸਕਦੇ ਆ ਜਿੱਦਾਂ am I allowed to go to a museum? ਮੈਂ ਤੇ UK ਦੇ ਵਿੱਚ ਜਾ ਸਕਦਾ ਦੇਖਣ ਨੂੰ some museums ਜਿੱਦਾਂ access ਦਿੰਦੇ some access ਨਹੀਂ ਦਿੰਦੇ ਆਪਾਂ ਜਿੱਦਾਂ ਕਾਫੀ ਜਿੱਦਾਂ ਲੱਕੀ ਹੈਗੇ ਆ ਜਿੱਦਾਂ ਮੇਰਾ ਕੰਮ ਤਾਂ ਜਿੱਦਾਂ ਸਿੱਖ ਰੈਲਿਕਸ ਨਾਲ ਦਾ nearly 20 years ਆ ਉਹਦਾ last 5 years ਦੇ ਵਿੱਚ ਹੁਣ ਬਹੁਤ ਸਾਡੇ museums UK ਦੇ ਵਿੱਚ very very open ਹੋਣ ਲੱਗ ਪਏ but in terms of digital technologies ਜੇ ਆਪਾਂ reclaim ਕਰਨਾ heritage ਜੇ ਆਪਾਂ reclaim ਕਰਨਾ ਪੰਜਾਬ heritage ਜੇ ਆਪਾਂ reclaim ਕਰਨਾ ਸਿੱਖ heritage ਆਪਾਂ ਸੋਚਿਆ ਸੀਗਾ we have to employ digital technologies to actually recreate these items ਜੇ ਆਮ ਜਿੱਦਾਂ items ਜਿੱਦਾਂ ਵਾਪਸ ਨਹੀਂ ਜਾ ਸਕਦੀਆਂ ਪੰਜਾਬ ਨੂੰ which is a ਵੱਖਰਾ question and is also a question which I can talk a bit more about later on but what can we do digitally so from a digital perspective ਆਪਾਂ investment ਕੀਤੀ ਜਿੱਦਾਂ ਹੈਗੀ into digital scanning so digital scanning ਦਾ ਮੈਨਾ ਹੈ ਜੇ ਆਪਾਂ item ਲੈ ਕੇ ਆਪਾਂ digitally ਜਿੱਦਾਂ ਸਕੈਨਰ ਲੈ ਕੇ ਸਕੈਨ ਕਰ ਸਕਦੇ ਆਪਾਂ item ਫਿਰ ਜੋ item ਜਿੱਦਾਂ ਆਪਾਂ ਵੈਬਸਾਈਟ ਵਿੱਚ ਫਿਰ ਆਪਾਂ ਪਾ ਸਕਦੇ ਆ ਸੈਕੰਡਰੀ ਗੱਲ ਜਿੱਦਾਂ ਹੁਣ ਆਪਾਂ ਆਈਟਮਸ ਹੁਣ ਦਿਸਦੇ ਇੱਥੇ ਹੈਗਾ ਆਪਾਂ 3D ਪ੍ਰਿੰਟਿੰਗ ਦੇ ਵਿੱਚ ਵੀ ਆਪਾਂ ਜਿੱਦਾਂ ਡਬਲ ਕੀਤਾ ਆ ਉਹਦਾ ਮੈਨਾ ਹੈਗਾ ਫਿਰ ਆਪਾਂ ਆਈਟਮਸ ਰੀਕ੍ਰੀਏਟ ਕਰ ਸਕਦੇ ਆ 3D ਪ੍ਰਿੰਟ ਕਰਕੇ ਇਹ ਜਿੱਦਾਂ ਹੁਣ ਤੁਹਾਨੂੰ ਇੱਥੇ ਦਿਸਦੇ ਆ ਹੁਣ ਇਹ ਜਿੱਦਾਂ ਇਹ ਤੀਰ ਦੇ ਜਿੱਦਾਂ ਬਣਾਏ ਹੋਏ ਆ in 3D as well so ਇਹ ਜਿੱਦਾਂ ਫਰਸਟ ਐਗਜ਼ਾਮਪਲ ਸੀਗੇ in terms of ਆਪਾਂ ਡਿਜੀਟਾਈਜ਼ ਕਰਨੇ ਆ ਆਈਟਮ ਡਿਜੀਟਾਈਜ਼ in terms of items ਜੇਬ ਕਰਕੇ ਜਾ ਕੇ and secondly ਆਪਾਂ items ਆਪਾਂ 3D print ਵੀ ਕਰ ਸਕਦੇ ਆ so ਇਹ ਜਿੱਦਾਂ ਸਿੱਧਾ ਸਾਡਾ ਪਹਿਲਾ ਖਾਸ to actually understand items of interest ਆਪਾਂ recreate ਕਿੱਦਾਂ ਕਰ ਸਕਦੇ ਆ so ਹੁਣ ਮੈਂ ਕਰਨ ਲੱਗਾ ਜਿੱਦਾਂ to talk a little bit about the Sikh Museum Initiative and the Anglo-Sikh Virtual Museum so ਜਿਹੜਾ Anglo-Sikh Virtual Museum ਹੈਗਾ ਆ ਇਹ ਜਿੱਦਾਂ ਸਾਡਾ ਪ੍ਰੋਡਕਟ ਹੈਗਾ ਜਿੱਦਾਂ 5 ਸਾਲ ਦਾ ਰਿਸਰਚ ਕਰਕੇ to bring to the fore items which are 3D modeled 3D scanned and now can be 3D viewed ਜਿੱਦਾਂ ਕਹਿ ਸਕਦੇ ਫਿਰ ਆਪਾਂ ਦੇਖ ਸਕਦੇ ਹਾਂ 3D ਦੇ ਵਿੱਚ so once again ਮੈਂ ਤੁਹਾਨੂੰ ਇਹ ਸਾਡਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਇਹ ਸਾਡਾ 3D museum ਕਹਿ ਸਕਦੇ ਹਾਂ Anglo-Sikh Virtual Museum website ਦਾ ਨਾਮ ਹੈਗਾ anglosikhmuseum.com/relics so ਜਦੋਂ ਆਪਾਂ ਪੇਜ ਤੇ ਜਾਂਦੇ ਆ we will witness ਜਿੱਦਾਂ ਕਹਿੰਦੇ ਆ different number of items related to Sikh ਇਤਿਹਾਸ ਪੰਜਾਬ ਇਤਿਹਾਸ so ਮੈਂ ਹੁਣ I'm going to ਜਿੱਦਾਂ give some examples of 3D items ਜਿਹੜਾ ਆਪਾਂ ਸਾਡਾ ਟੀਮ ਨੇ ਜਿੱਦਾਂ ਆਪਾਂ ਬਣਾਇਆ so ਪਹਿਲੀ ਗੱਲ ਜਿਹੜੀ ਹੈਗੀ ਆ ਸਾਡਾ ਮੈਂ ਗੱਲ ਕਰਨੀ ਆ ਵਾਸਤੇ Taran 3D ਜਿੱਦਾਂ ਬਰਮਿੰਘਮ UK ਦੇ ਵਿੱਚ ਹੈਗਾ ਉਹ ਡਿਜੀਟਲ ਐਕਸਪਰਟ ਹੈਗਾ ਉਹਨੇ ਜਿੱਦਾਂ ਕਾਫੀ ਜਿੱਦਾਂ ਕੰਮ ਇਨੀਸ਼ੀਏਟ ਕੀਤਾ ਸਭ ਨਾਲ to actually recreate these items in 3D so ਪਹਿਲੀ ਗੱਲ ਜਿਹੜੀ ਹੈਗੀ ਆ ਮੈਂ ਚਾਹੁੰਦਾ ਦੱਸਣੀ ਨੂੰ what is the difference between a 3D museum and ਜਿੱਦਾਂ ਆਪਾਂ ਕਹਿ ਸਕਦੇ ਆ normal ਅਜੇਬਘਰ for instance so ਜੇ ਆਪਾਂ ਅਜੇਬਘਰ ਨੂੰ ਆਪਾਂ ਕੋਈ ਜਾਣਦੇ ਆ ਫਿਰ ਜਦੋਂ ਆਪਾਂ ਕੋਈ ਆਈਟਮ ਦੇਖਦੇ ਆ ਕੋਈ ਡਿਸਪਲੇ ਤੇ ਉਹ ਆਈਟਮਸ ਜਿਹੜੀਆਂ ਹੁੰਦੀਆਂ ਆਪਾਂ one view ਮਿਲਦਾ ਆ ਸੋ ਆਪਾਂ ਕੋਈ ਗਲਾਸ ਕੈਬਨਟ ਦੇ ਵਿੱਚ ਹੋ ਸਕਦਾ ਆਈਟਮ ਜਾਂ ਕੋਈ ਆਈਟਮ ਸਾਨੂੰ ਇੱਕ ਸਾਈਡ ਤੋਂ ਦਿਸਦਾ ਆ ਪਰ ਜਦੋਂ ਸਾਡੇ ਕੋਲ 3D ਜਦੋਂ ਆਈਟਮ ਹੋ ਜਾਂਦੀ ਆ ਹੁਣ ਆਪਾਂ ਹੁਣ ਡਿਫਰੈਂਟ ਜਿੱਦਾਂ ਹੈਗਾ ਇੰਟਰਪ੍ਰੀਟੇਸ਼ਨ ਆਪਾਂ ਫਿਰ ਦੇਖ ਸਕਦੇ ਆ ਆਈਟਮਸ ਕਲੋਜ਼ ਅਪ ਆਪਾਂ ਜਿੱਦਾਂ ਸਪਿਨ ਕਰ ਸਕਦੇ ਆਈਟਮਸ ਫਿਰ ਆਪਾਂ ਦੇਖ ਸਕਦੇ ਆ digitally ਆਪਾਂ ਦੇਖ ਸਕਦੇ ਆ close up between items ਇਹ
ਜਿਹੜਾ ਹੈਗਾ 3D ਦੇ ਵਿੱਚ ਕੰਮ ਜਿਹੜਾ ਆਪਾਂ ਕਰਦੇ ਆ, this cannot be done, was not possible with real items ਜੇ ਆਪਾਂ ਕਹਿ ਸਕਦੇ ਆ। ਸੋ ਜਿਹੜੇ ਹੁਣ ਤੁਸੀਂ ਵਿਟਨੈਸ ਕਰਦੇ ਹੁਣ in front of you, ਇਹ ਹੈਗਾ ਚਾਰੇਨਾ ਪਰਸ਼ੀਅਨ ਲਫ਼ਜ਼ ਹੈਗਾ for 4 mirrors, ਇਹ breastplate ਆਪਾਂ ਕਹਿੰਦੇ ਆ। So this item was the first item ਆਪਾਂ recreate ਕੀਤਾ ਸੀਗਾ in 2016। ਇਹ ਮੈਂ showcase ਕੀਤਾ ਸੀਗਾ San Francisco and in New York ਦੇ ਵਿੱਚ ਵੀ। ਇਹ ਜਿੱਦਾਂ item ਜਿਹੜਾ ਹੈਗਾ ਇਹ ਜਿੱਦਾਂ is belonging to Guru Gobind Singh Maharaj ji, and it is kept presently in the Toshakhana of the Captain Marinder Singh of Patiala. So the item in question here we did not have access to. So no access nahi milya a item nu. Udda we were able to recreate this just from photographs. So photography to bitcho appa recreate kar sakda to show it to the exact what it looked like at the time. Aaj da Guru Sahib ne jidda war kita si at the Battle of Pagani Sahib 1688 de vich. So not only is this jidda Ajebgar about jidda ਆਪਾਂ ਕਹਿ ਸਕਦੇ ਆ about items to recreate which are with us now, but also ਜਿਹੜਾ heritage ਆਪਾਂ witness ਨਹੀਂ ਕਰ ਸਕਦੇ ਜੇ ਆਪਾਂ access ਨਹੀਂ ਹੈਗੇ ਚੀਜ਼ਾਂ ਨੂੰ। So this is the main jidda ਆਪਾਂ ਕਹਿ ਸਕਦੇ ਆ main crux of what our Anglo-Sikh Virtual Museum ਜਿੱਦਾਂ ਉਹਦਾ ਮੈਨਾ ਕੀ ਹੈਗਾ ਆ। ਸੋ ਹੋਰ ਵੀ ਆਈਟਮਸ ਜਿੱਦਾਂ ਸਾਡੇ ਮਿਊਜ਼ੀਅਮ ਵਿੱਚ ਹੈਗੇ ਆ, ਤਾਂ ਮੈਂ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਸਾਡੇ ਗਹਿਣੇ ਜਿੱਦਾਂ ਲਾਹੌਰ ਤੋਸ਼ਾਖਾਨਾ ਦੇ ਵਿੱਚ ਸੀਗੇ। ਮੈਂ ਹੋਰ ਐਗਜ਼ਾਮਪਲ ਮੈਂ ਦਿੰਦਾ ਆ, ਇਹ ਹੈਗਾ ਜਿੱਦਾਂ ਆਮਲਟ, ਆਪਾਂ ਆਮਲਟ ਕਹਿੰਦੇ ਜਿੱਦਾਂ ਆਮ ਦੇ ਵਿੱਚ ਜਿੱਦਾਂ ਇਹ ਪੈਂਦੀ ਆ, ਇਹ ਲੇਡੀਜ਼ ਜਿੱਦਾਂ ਪਾਉਂਦੇ ਹੁੰਦੇ ਸੀਗੇ, ਹੁਣ ਵੀ ਜਿੱਦਾਂ ਪਾ ਸਕਦੇ ਆ ਆਪਾਂ ਕਹਿ ਸਕਦੇ ਆ। But the interesting aspect to this ਜਿੱਦਾਂ ਆਪਾਂ ਕਹਿੰਦੇ ਆ, ਇਹ ਆਮਲਟ ਜਿਹੜੀ ਹੈਗੀ ਆ ਇਹ belonged ਜਿੱਦਾਂ ਆਪਾਂ ਕਹਿ ਸਕਦੇ ਆ ਮਹਾਰਾਜ ਜਿੰਦਰ ਕੌਰ ਦੀ again ਇਹ ਜਿੱਦਾਂ ਗਹਿਣਾ ਸੀਗਾ। So this belonged to ਮਹਾਰਾਜ ਜਿੰਦਰ ਕੌਰ। ਇਹ ਹੁਣ reside ਕਰਦਾ UK collection private collection ਦੇ ਵਿੱਚ। So belongs in a private collection। ਤਾਂ ਦੇਖੋ ਆਪਾਂ 3D ਦੇ ਵਿੱਚ ਆਪਾਂ ਕਿੰਨੇ ਡਿਟੇਲ ਦੇ ਵਿੱਚ ਆਪਾਂ ਦਿਖਾ ਸਕਦੇ ਆ ਇਹ ਚੀਜ਼ਾਂ। This is not possible to have access to these items in real life. So the Sikh Museum Initiative is the first initiative in the world to actually create these things in the 3D ਦੇ ਵਿੱਚ। So ਇਹ items ਜਿਹੜੀਆਂ ਸੀਗੀਆਂ ਇਹ first items ਆਪਾਂ ਪਹਿਲਾਂ digitize ਕੀਤੀਆਂ ਸੀਗੀਆਂ in 3D because ਸਾਨੂੰ ਆਮ ਪਤਾ ਸੀਗਾ it's very easy to ਜਿੱਦਾਂ digitize ਜਿਹੜਾ ਆਪਾਂ ਕਹਿ ਸਕਦੇ ਆ items related to ਜਿੱਦਾਂ swords ਜਿੱਦਾਂ ਆਪਾਂ ਤਲਵਾਰਾਂ ਦੀ ਆਪਾਂ ਗੱਲਾਂ ਕੀਤੀਆਂ, ਢਾਲ ਵਾਸਤੇ ਆਪਾਂ ਗੱਲਾਂ ਕੀਤੀਆਂ, but we ਆਪਾਂ ਸ਼ੁਰੂ ਕੀਤੀਆਂ in terms of jewelry. So our item ਜਿਹੜੀ ਸੀਗੀ ਇਹ ਮਹਾਰਾਜਾ ਜਿੰਦਰ ਕੌਰ ਦੀ ਸੀਗੀ, but eventually it was passed down to Maharaja Ranjit Singh, ਫਿਰ eventually Sophia Dalip Singh ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਜਿੱਦਾਂ ਬੇਟੀ ਸੀਗੀ। So another item of interest which we have recreated in 3D. So our 3D museum is full repository of items which has a direct link with the Punjab. So this item we have represents Lahore period as well, because Maharaja Ranjit Singh the ascension later on we 1828 Sikha was issued by Maharaja Ranjit Singh, but our Sikha is very, very special. It's special because of what it represents, because Maharaja Ranjit Singh is the son of Pataya, ਉਹ ਜਿੱਦਾਂ ਆਪਣੇ ਨਾਂ ਦੇ ਵਿੱਚ ਕਦੇ ਨਹੀਂ ਉਹਨੇ ਸਿੱਖੇ ਜਿੱਦਾਂ issue ਕੀਤੇ। It was always in terms of the Khalsa, always in terms of the Sikh Qawm. It was also in terms of a multi-plural history of Punjab. So Ajara Sikha you see in front of you, it's important because there was a slogan still slogan used kita of Deg Deg Fateh. A slogan started from Guru Gobind Singh, was used by Banda Singh Bahadur, also used within the missal period as well by the Pungi missal items issue kite sige. But the speciality of this Sikha is obviously
ਜੇ ਆਪਾਂ depiction ਆਪਾਂ ਦੇਖ ਸਕਦੇ ਹਾਂ Maharaja Ranjit Singh in front of you. Also in the Shan Sahib we have in the middle, but also more importantly is Baba Nanak, because what Maharaja Ranjit Singh is actually saying with this sikha is that we as Khalsa, as Sarkar-e-Khalsa, we are subservient to Baba Nanak. And this was, I think, the very beautiful idea that Maharaja Ranjit Singh was trying to depict ਜਦੋਂ ਆ ਸਿੱਖਾ ਜਦੋਂ ਉਹਨੇ ਇਸ਼ੂ ਕੀਤਾ ਸੀਗਾ. So ਜਿੱਦਾਂ ਕਹਿੰਦੇ ਆ ਇਹ item is again available to view on our website. So what else do we have ਜਿੱਦਾਂ ਆਪਾਂ ਕਹਿੰਦੇ ਆ on our website, but one of the most important items ਜੇ ਆਪਾਂ ਕਹਿੰਦੇ ਆ is the Kohinoor diamond ਜੇ ਆਪਾਂ ਕਹਿਣਾ ਆ. So yeah, Kohinoor diamond ਦਾ ਬਹੁਤ ਜਿੱਦਾਂ ਜ਼ਿਕਰ ਕੀਤਾ ਹੋਇਆ since day one. There's been a lot of talk ਜੇ ਆਪਾਂ ਕਹਿ ਸਕਦੇ ਆ in terms of ownership, appropriation ਜੇ ਆਪਾਂ ਕਹਿ ਸਕਦੇ ਆ. But the biggest issue I think regards the Kohinoor is not necessarily in terms of who it belongs to, but in terms of what it represented at the time of Maharaja Ranjit Singh. ਜਦੋਂ ਮੈਂ ਹੁਣ a few minutes ago ਮੈਂ ਦਿਖਾਈ ਸੀ the image of the Kohinoor. The issue was ਜਦੋਂ ਇਹ ਪਹੁੰਚ ਗਿਆ ਸੀਗਾ UK ਦੇ ਵਿੱਚ, Queen Victoria did not like the diamond as it was. So ਮਗਰੋਂ ਇਹ recut ਹੋਇਆ ਸੀਗਾ in terms of its display ਦੇ ਵਿੱਚ ਬੜਾ exhibition ਹੋਇਆ ਸੀਗਾ UK ਦੇ ਵਿੱਚ, great exhibition of 1851. But ਆਮ ਫਿਰ ਕੱਟ ਹੋ ਕੇ ਫਿਰ ਜਿੱਦਾਂ eventually Queen Mother ਦੇ crown jewels ਦੇ ਵਿੱਚ ਇਹ ਪੈ ਗਿਆ ਸੀਗਾ. But ਆਮ ਜੇ ਆਪਾਂ ਸਵਾਲ ਪੁੱਛੀਏ, what did it look like at the time of Maharaja Ranjit Singh? So now we can actually show you a Maharaja Ranjit Singh the time which ਕਿੱਦਾਂ ਲੱਗਦਾ ਹੁੰਦਾ ਸੀਗਾ ਇਹ Kohinoor diamond. So a Kohinoor diamond ਜੇ ਆਪਾਂ ਕਹਿ ਸਕਦੇ ਆ was worn by Maharaja Ranjit Singh. ਉਹ ਵੀ ਜਿੱਦਾਂ armlet on the arm ਜਿੱਦਾਂ ਆਪਾਂ ਕਹਿ ਸਕਦੇ ਆ. ਫਿਰ ਉਹਦੇ son ਨੇ ਵੀ ਜਿੱਦਾਂ ਜਦੋਂ ਮਹਾਰਾਜਾ ਸੀਗਾ ਉਹਨੇ ਵੀ ਜਿੱਦਾਂ ਫਿਰ ਮਗਰੋਂ armlet ਜਿੱਦਾਂ ਪਾਇਆ ਹੋਇਆ ਸੀਗਾ. So this for the first time we can see in detail ਕਿੱਦਾਂ Kohinoor ਲੱਗਦਾ ਸੀਗਾ during the time of Maharaja Ranjit Singh. And it's very, very special because ਜਦੋਂ ਆਪਾਂ appropriation ਆਪਾਂ ਕਹਿੰਦੇ ਆ, ਆਪਾਂ colonialism ਦੀ ਆਪਾਂ ਗੱਲ ਕਰਦੇ ਆ, decolonization ਜਿੱਦਾਂ ਆਪਾਂ ਕਹਿੰਦੇ ਆ sometimes, this is the best way to decolonize ਜਿੱਦਾਂ ਕਹਿੰਦੇ objects, because now ਇਹ ਸਾਡੇ ਹੱਥ ਦੇ ਵਿੱਚ ਹੁਣ ਹੈਗੇ ਆ, we can interpret it any way we like ਜਿੱਦਾਂ ਕਹਿ ਸਕਦੇ ਆ. So that's why the 3D project of the Sikh Museum Initiative is both special. It's very, very important to actually understand what it meant to the Lahore Darbar, what it meant to the court of Maharaja Ranjit Singh, and what it looked like. And this is the power of technology to this date. Because power regain in terms of Sikh history, in terms of Punjab history, then what is our history? Sara history kiya, because 1947 the which a combined Punjab was taken away from the Punjabis of Pakistan, the Punjabis of India, and to this date we are still we are still living the legacy of the partition of Punjab. But the partition of Punjab does not necessarily have to be a bad thing if we can get back together with the Punjabis of Pakistan and India and have the shared common heritage. So that's why these items Punjab who now reside in the UK, we need to make sense of it, because UK they have access to their item ਉਹਦਾ ਜਿਹੜੇ ਆਮ ਇੰਡੀਆ ਦੇ ਵਿੱਚ ਹੈਗੇ, ਪਾਕਿਸਤਾਨ ਦੇ ਵਿੱਚ ਹੈਗੇ, ਉਹਨਾਂ ਨੂੰ very, very difficult ਹੋਊਗਾ ਜਿੱਦਾਂ ਇਹ ਆਈਟਮ ਦੇਖਣੇ ਨੂੰ. So for us, for the first time, ਇਹ ਜਿੱਦਾਂ Anglo-Sikh Virtual Museum ਜਿਹੜਾ ਹੈਗਾ ਆ, we can see these items ਜੇ ਆਪਾਂ ਕਹਿ ਸਕਦੇ ਹਾਂ. We can see what ਜਿੱਦਾਂ ਇਹ ਤੋਸ਼ੋਖਾਨਾ ਦੇ ਵਿੱਚ ਕਿੱਦਾਂ items would look like, and you can have a ਜਿੱਦਾਂ ਆਪਾਂ ਕਹਿ ਸਕਦੇ ਆਪਾਂ play. But ਇਹ play ਜਿਹੜਾ ਹੈਗਾ ਆ is not necessarily just for ਬੱਚੇ. It's also for adults, so we can actually have this cultural appropriation. एक final item मैं दिखानी है, ये हैगा एक खंडा pistol हैगा. So एक खंडा pistol was belonging to the Maharaja of Pyala. So जो sometimes आप गल करते हैं
in terms of the British have taken this and the British have taken this, there was also a lot of items which were gifted as well. So ਜਿਹੜੀ item ਹੁਣ ਤੁਹਾਨੂੰ ਦਿਸਦੀ ਹੈਗੀ ਆ ਇਹ ਹੈਗਾ ਆਪਾਂ ਕਹਿੰਦੇ ਖੰਡਾ ਪਿਸਟਲ ਇਹ ceremonial item ਆ which meant ਇਹ battle ਦੇ ਵਿੱਚ ਨਹੀਂ use ਕੀਤਾ ਸੀਗਾ ਸੋ ਆਪਾਂ ਇੱਕ ਪਾਸੇ ਆਪਾਂ ਖੰਡਾ ਦਿਸਦਾ ਆ ਦੂਜਾ ਪਾਸਾ ਸਾਨੂੰ ਪਿਸਟਲ ਦਿਸਦਾ ਆ so ਇਹ important ਹੈਗਾ in terms of heritage to understand where these items are in the UK ਤਾਂ ਸਾਡੇ ਟੀਮ ਨੇ ਜਿੱਦਾਂ ਖੋਜ ਕੀਤਾ ਸੀਗਾ ਇਹ ਇੱਕ ਯੇਵਗਾਰ ਹੈਗਾ ਲੈਸਟਰ ਦੇ ਕੋਲੇ ਆ ਨੋਟਿੰਗਮ ਮਿਊਜ਼ੀਅਮ ਆਪਾਂ ਕਹਿੰਦੇ ਕੈਸਲ ਮਿਊਜ਼ੀਅਮ ਇਨ ਨੋਟਿੰਗਮ ਸੋ ਆਪਾਂ ਉਹਨਾਂ ਦੇ ਜਿੱਦਾਂ ਆਪਾਂ ਡਿਜੀਟਾਈਜ਼ ਕੀਤਾ ਸੀਗਾ ਉਹਨਾਂ ਦਾ ਕਲੈਕਸ਼ਨ ਸੋ ਇਹ ਪਹਿਲੀ ਆਈਟਮ ਆ ਜਿਹੜਾ ਨੋਟਿੰਗਮ ਮਿਊਜ਼ੀਅਮ ਵਿੱਚ ਆਪਾਂ ਜਿੱਦਾਂ ਇਹ ਸਾਡਾ 3D ਮਿਊਜ਼ੀਅਮ ਵਿੱਚ ਆਪਾਂ ਅੱਜ ਡੈਮੋਨਸਟ੍ਰੇਟ ਕਰ ਸਕਦੇ ਹਾਂ ਸੋ ਇਹ ਮਾਰਦਾ ਪਟਿਆਲਾ ਦਾ ਸੀਗਾ ਇਹ ਇਹਨੇ ਗਿਫਟ ਕੀਤਾ ਸੀਗਾ ਬ੍ਰਿਟਿਸ਼ਰਸ ਨੂੰ ਇਹ ਟੈਕਨੀਕਲੀ ਇਹ ਐਕਸੀਬਿਸ਼ਨ ਦੇ ਵਿੱਚ ਫਰਾਂਸ ਵਿੱਚ ਸੀਗਾ ਇਹ ਬ੍ਰਿਟਿਸ਼ ਜਾ ਕੇ ਫਰਾਂਸ ਵਿੱਚ ਜਾ ਕੇ ਫਿਰ ਉਹਨਾਂ ਨੇ ਬਾਈ ਕੀਤੀ ਆਈਟਮ ਫਿਰ ਉਹਨਾਂ ਨੇ ਡਿਪੋਜ਼ਿਟ ਕੀਤੀ ਆ ਨੋਟਿੰਗਮ ਦੇ ਵਿੱਚ ਸੋ ਇਹ ਸਮਟਾਈਮਸ ਸਾਨੂੰ ਫੇਅਰ ਬਣਨਾ ਪੈਂਦਾ in terms of where these items came from and how they ਜਿੱਦਾਂ ਆਪਾਂ ਕਹਿ ਸਕਦੇ ਆ do reside in the UK because not necessarily everything was taken from the British ਆਪਾਂ ਕਹਿ ਸਕਦੇ ਆ ਇੱਕ ਹੋਰ ਵੀ ਆਪਾਂ ਗੱਲ ਕਰ ਸਕਦੇ ਆ ਕਾਫੀ items were gifted as well ਮਹਾਰਾਜਾ ਰਣਜੀਤ ਸਿੰਘ ਨੇ ਵੀ ਗਿਫਟਿੰਗ ਕੀਤੀ ਸੀ ਬ੍ਰਿਟਿਸ਼ਰਸ ਨੂੰ Britishers ਨੇ ਆਮ ਵੀ ਗਿਫਟ ਕੀਤਾ ਸੀ to the Sikh Empire as well. A good example is ਜਦੋਂ ਤੇਰੇ ਤੋਪ ਸੀਆਂ ਜਿਹੜੇ ਗਨ ਸੀਗੇ the patterns ਜਿਹੜੇ ਸੀਆਂ ਉਹ Britishers ਨੇ ਸਿੱਖਾਂ ਨੂੰ ਦਿੱਤੀਆਂ ਸੀਗੀਆਂ and what the Sikhs or the Sikh Empire or the Khalsa army did was they actually improved on it in terms of these patterns as well. So there was this cross-fertilization of ideas between the British and the Sikhs as well during the time of Maharaja Ranjit Singh. So generally ਇਹ ਜਿੱਦਾਂ ਆਪਾਂ ਕਹਿ ਸਕਦੇ ਆ is the crux of my theme of talking the theme of what the importance is of Sikh relics in terms of from the Punjab going back to the UK and essentially it's over to everybody else to ask me a few questions and then more ਮੈਂ ਜਿੱਦਾਂ elaborate ਕਰ ਸਕਦਾ in terms of these items as well so over to you Pai Sahab ਜੀ ਸਰ ਬਹੁਤ ਸ਼ੁਕਰੀਆ ਬੜਾ ਜ਼ਬਰਦਸਤ ਬੜਾ ਮਜ਼ਾ ਆਇਆ ਸੀ ਸਾਰਾ ਸਾਨੂੰ ਇੱਕ ਵਾਰ ਘੁਮਾਇਆ ਹੈ ਸਾਰਾ ਮਿਊਜ਼ੀਅਮ ਵੇਖਿਆ ਮੈਂ ਪੁੱਛਣਾ ਚਾਹਾਂਗਾ ਕਿ ਇੱਥੇ ਤੁਹਾਡੇ ਕੋਲ ਕਿੰਨੇ ਹਾਊ ਮੈਨੀ ਆਬਜੈਕਟ ਕਿੰਨੇ ਤੁਹਾਡੇ ਕੋਲ ਇਹਦੇ ਵਿੱਚ ਹੈ ਨੇ ਆਬਜੈਕਟਸ ਸਾਡਾ ਮਿਊਜ਼ੀਅਮ ਦੇ ਵਿੱਚ ਰਫਲੀ ਜਿੱਦਾਂ ਆਪਾਂ ਕਹਿ ਸਕਦੇ ਹਾਂ we're coming up to about 13 to 15 objects at the moment there are 13 objects 14 objects ਸਾਡੇ ਕੋਲ ਹੈਗੇ ਆ on our website ਉਦਾਂ ਸਾਡਾ first phase ਜਿਹੜਾ ਹੈਗਾ in terms of digitization ਆਪਾਂ 20 objects ਤੱਕ ਆਪਾਂ ਲੈ ਜਾਣਾ and this will be undertaken by August this year 2020 ਸਾਡੇ 2 ਮਹੀਨੇ ਹੁਣ ਜਿੱਦਾਂ roughly ਰਹਿ ਗਿਆ for phase 1 of our digitization project ਜੀ ਤੁਸੀਂ ਇਸ ਟੈਕਨੋਲੋਜੀ ਦੇ ਹਵਾਲੇ ਨਾਲ ਥੋੜਾ ਜਿਹਾ ਸਾਡੇ ਨਾਲ ਗੱਲਬਾਤ ਕਰੋ ਕਿਉਂਕਿ ਅਸੀਂ ਜਿਹੜਾ ਹੈ ਹੁਣ ਜਿਸ ਤਰ੍ਹਾਂ ਚੀਜ਼ਾਂ ਨੂੰ ਡਿਜੀਟਲਾਈਜ਼ ਕਰਨ ਦਾ ਜਾਂ ਅਸੀਂ ਵਰਚੁਅਲ ਕਰ ਰਹੇ ਹਾਂ ਚੀਜ਼ਾਂ ਨੂੰ ਤੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਜਿਸ ਤਰ੍ਹਾਂ ਕਰ ਰਹੇ ਇਸ ਟੈਕਨੋਲੋਜੀ ਨਾਲ ਥੋੜਾ ਜਿਹਾ ਸਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸੋ ਤੇ ਫਿਰ ਅਸੀਂ ਕੁਝ ਹੋਰ ਕੁਐਸਚਨ ਵੀ ਕਰਦੇ ਠੀਕ ਆ ਸੋ ਇਨ ਫੈਕਟ ਮੇਰੇ ਕੋਲ ਹੋਰ ਵੀ ਜਿੱਦਾਂ ਸਲਾਈਡ ਹੈਗੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਦਿਖਾ ਸਕਦਾ ਪਹਿਲੀ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਸਾਡਾ ਪ੍ਰੋਗਰਾਮ ਹੈਗਾ ਡਿਜੀਟਲੀ ਜਿੱਦਾਂ ਐਕਸਪਲੇਨ ਕਰਨ ਨੂੰ ਕਿ ਇਹ ਟੈਕਨੋਲੋਜੀ ਕਰ ਸਕਦੀ ਆ ਸੋ ਇੱਕ ਵਾਰੀ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਹੁਣੇ ਹੀ ਇਨ ਟਰਮਸ ਆਫ ਆਪਾਂ ਜਾ ਸਕਦੇ ਹੈਗੇ ਆ ਜਾ ਕੇ ਆਪਾਂ ਡਿਜੀਟਾਈਜ਼ ਕਰ ਸਕਦੇ ਇਨਫੋਰਮੇਸ਼ਨ ਸੋ ਜਦੋਂ ਇਹ ਆਈਟਮਸ ਆਪਾਂ ਡਿਜੀਟਲਾਈਜ਼ ਕਰਦੇ ਆ ਆਪਾਂ ਫੋਟੋਗ੍ਰਾਫੀ ਯੂਜ਼ ਕਰ ਸਕਦੇ ਆ ਆਪਾਂ 3D ਸਕੈਨਰ ਵੀ ਆਪਾਂ ਯੂਜ਼ ਕਰ ਸਕਦੇ ਆ ਫਿਰ ਜਦੋਂ ਇੱਕ ਵਾਰ ਆਪਾਂ ਇਹ ਸਕੈਨ ਕਰਤੇ ਆਈਟਮਸ ਫਿਰ ਜਿੱਦਾਂ ਆਪਾਂ ਪ੍ਰੈਜ਼ੈਂਟ ਕਰ ਸਕਦੇ ਆ ਇਹ ਜਿੱਦਾਂ ਵੈਬਸਾਈਟ ਸਾਡਾ ਹੈਗਾ anglo-sikhmuseum.com ਇਹ ਆਪਾਂ 3D ਦੇ ਵਿੱਚ ਆਬਜੈਕਟ ਹੈਗੇ ਆ ਬਟ ਇਹ ਸਾਡਾ ਐਕਸਟੈਂਸ਼ਨ ਵੀ ਹੈਗਾ ਇਨ ਟਰਮਸ ਆਫ virtual reality ਤਾਂ let me explain ਕਰਾਂ virtual reality ਕੀ ਹੈਗਾ ਇਹ ਇਮੇजेस ਦੇ ਤੁਸੀਂ ਦੇਖ ਸਕਦੇ ਆ ਇਹਦਾ ਮੈਨਾ ਹੈਗਾ ਪਬਲਿਕ ਇਹ ਹੈਡਸੈਟ ਪਾ ਸਕਦੇ ਆ ਆਪਣੇ ਸਿਰ ਤੇ once they have worn these headsets
ਫਿਰ ਇਹ ਜਿਹੜੀਆਂ ਆਈਟਮ ਹੈਗੀਆਂ ਜਿੱਦਾਂ ਰੈਲਿਕਸ ਆਰਟੀਫੈਕਟ they can see them in 3D ਆਪਾਂ ਕਾਫੀ ਸ਼ੋਕੇਸ ਕੀਤੇ ਹੈਗੇ ਯੂਕੇ ਦੇ ਵਿੱਚ ਸੋ ਜਿੱਦਾਂ ਆਮ ਸਿੱਖਾਂ ਨੇ ਵੀ ਦੇਖਿਆ ਬ੍ਰਿਟਿਸ਼ਰਸ ਨੇ ਵੀ ਦੇਖਿਆ ਹੋਰ ਵੀ ਜਿੱਦਾਂ ਕਮਿਊਨਿਟੀਜ਼ ਦੇ ਵਿੱਚ ਯੂਕੇ ਦੇ ਵਿੱਚ ਨੇ ਵਿਟਨੈਸ ਕੀਤਾ ਸੋ ਮੈਂ ਹੁਣ ਥੋੜਾ ਜਿਹਾ ਮੈਂ ਵੀਡੀਓ ਜਿੱਦਾਂ ਮੈਂ ਤੁਹਾਨੂੰ ਸ਼ੇਅਰ ਕਰਨਾ ਆ ਤੁਹਾਡੇ ਵਾਸਤੇ ਸੋ ਆਹ ਵੀਡੀਓ ਜਿਹੜਾ ਹੈਗਾ demonstrates ਜੇ ਆਪਾਂ 3D headset ਆਪਾਂ ਪਾਈਏ this is what you will be able to see ਤਾਂ ਇਹ headset ਜਿਹੜੇ ਸਾਡੇ ਕੋਲ ਆਪਾਂ UK ਦੇ ਵਿੱਚ ਹੈਗੇ ਆ ਇਹ ਪਾ ਕੇ you can actually come up and you can see these objects in 3D ਹੁਣ ਦੇਖੋ ਆਹ ਤਲਵਾਰ ਆਪਾਂ controllers ਕਰਨੇ ਆ 3D controllers we can pick up the items and then we can demonstrate and hold the items in our hands ਜਿੱਦਾਂ ਆਪ ਕਹਿ ਸਕਦੇ ਆ so I don't think there's any museum from a Sikh or Punjabi perspective that can do this. This is the technology that the Sikh Museum Initiative is generating. This is the kind of interest APA is generating with the youth in the UK and hopefully abroad as well. So you can pick up these items with the 3D controller and then you can actually move them around as well. It's almost the item. So ਇਹ ਆਪਾਂ ਕਹਿੰਦੇ ਆ virtual reality so ਇਹ virtual reality ਜਿਹੜਾ ਹੈਗਾ is ਜਿੱਦਾਂ ਆਪਾਂ ਕਹਿੰਦੇ not a secondary phase ਇਹ ਤਾਂ virtual reality ਵੀ ਜਿੱਦਾਂ 2-3 ਸਾਲ ਹੋ ਗਏ ਆਪਾਂ ਇਹ ਕੰਮ ਕਰਦੇ ਆ in terms of digitization as well but I think ਇਹ ਗੱਲ ਜਿਹੜੀ ਹੈਗੀ very very powerful ਆ to actually understand what we can do with this technology so ਹੋਰ ਵੀ ਜਿੱਦਾਂ ਤੁਸੀਂ ਸਵਾਲ ਪੁੱਛਦੇ ਆ in a few seconds in terms of what this technology can do but this is primarily the importance of what we're trying to do ਜੀ ਸਰ ਟੈਕਨੋਲੋਜੀ ਦੇ ਹਵਾਲੇ ਨਾਲ ਤੇ ਅਸੀਂ ਗੱਲਬਾਤ ਹੋਰ ਵੀ ਕੁਐਸਚਨ ਕਰਾਂਗੇ ਇੱਕ ਕੁਐਸਚਨ ਹੈ ਵੇ ਬਹਰਹਾਲ ਇੱਕ ਗੱਲ ਹੈ ਪੁਰਾਣੀ ਗੱਲ ਹੈ ਅਸੀਂ ਥੋੜਾ ਜਿਹਾ ਤੁਹਾਡੇ ਕੋਲ ਕਿਉਂਕਿ ਤੁਸੀਂ ਉਹ ਆਰਟੀਫੈਕਟ ਇਕੱਠੇ ਕਰ ਰਹੇ ਹੋ ਇਹ ਕਿਹਾ ਜਾਂਦਾ ਸੀ ਕਿ ਦਲੀਪ ਸਿੰਘ ਨੇ ਜਦੋਂ ਇੰਗਲੈਂਡ ਆਇਆ ਤੇ ਫਿਰ ਉਹਨੇ ਦੁਬਾਰਾ ਇਹ ਕੋਈ ਨੂਰ ਜਲਾ ਗਿਫਟ ਕਰ ਦਿੱਤਾ ਕੁਈਨ ਨੂੰ ਇਹਦੇ ਚ ਤੁਸੀਂ ਇਹਨੂੰ ਕੁਝ ਪੜਿਆ ਕਿ ਇਹਦੇ ਚ ਰਿਐਲਿਟੀ ਕੀ ਹੈ ਜਾਂ ਕੀ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ ਅੱਛਾ ਸੋ ਮੈਂ ਇਹ ਜਿੱਦਾਂ ਤੁਸੀਂ ਦੇਖ ਸਕਦੇ ਆ ਉਹਦੇ ਵਿੱਚ ਜਿੱਦਾਂ the idea behind it is ਜਦੋਂ ਕੁਈਨ ਵਿਕਟੋਰੀਆ ਨੇ ਜਿੱਦਾਂ ਮੁਲਾਕਾਤ ਹੋਇਆ ਸੀਗਾ ਜਿੱਦਾਂ ਦਲੀਪ ਸਿੰਘ ਨਾਲ ਉਹ ਟਾਈਮ ਦੇ ਵਿੱਚ ਕੁਈਨ ਵਿਕਟੋਰੀਆ ਨੇ ਜਿੱਦਾਂ ਉਹਦੇ ਨੈਕ ਦੇ ਵਿੱਚ ਸੀਗਾ ਕੋਹੀਨੂਰ ਡਾਇਮੰਡ ਫਿਰ ਉਹਨੇ ਜਿੱਦਾਂ ਦਲੀਪ ਸਿੰਘ ਨੂੰ ਕਿਹਾ ਸੀਗਾ ਆ ਲਓ ਆ ਤੁਹਾਡਾ ਡਾਇਮੰਡ ਆ ਉਹਨੇ ਵਿਕਟੋਰੀਆ ਨੇ ਜਿੱਦਾਂ ਆਮ ਕਿੱਦਾਂ ਕਹੀਦਾ ਉਹਨੇ ਜਿੱਦਾਂ ਉਹਨੂੰ ਦਿੱਤਾ ਨਹੀਂ ਜਿੱਦਾਂ ਕਹਿਣਾ ਇਹਨੂੰ ਆ ਤੁਹਾਡਾ ਡਾਇਮੰਡ ਆ ਉਹਨੇ ਕਿਹਾ ਤੁਸੀਂ ਦੇਖ ਲਓ ਸੋ ਮਹਾਰਾਜਾ ਦਲੀਪ ਸਿੰਘ ਬਹੁਤ ਖੁਸ਼ ਸੀਗਾ ਬਿਕਾਜ਼ ਉਹਨੇ ਰੈਕਗਨਾਈਜ਼ ਕੀਤਾ ਸੀਗਾ ਜਦੋਂ ਬੱਚਾ ਸੀਗਾ what this diamond was ਦਲੀਪ ਸਿੰਘ ਨੇ ਫਿਰ ਇਹ ਡਾਇਮੰਡ ਦੇਖਿਆ ਫਿਰ ਉਹ ਜਦੋਂ ਉਹਨੇ ਦੇਖਿਆ ਉਹਨੇ ਜਿੱਦਾਂ he had to look at it ਫਿਰ ਉਹਨੇ ਵਾਪਸ ਦੇਤਾ ਕੁਈਨ ਵਿਕਟੋਰੀਆ ਨੂੰ ਸੋ ਉਹ ਟਾਈਮ ਤੋਂ ਤੁਸੀਂ ਆਪਣਾ ਇੰਟਰਪ੍ਰੀਟੇਸ਼ਨ ਲਾ ਦਿਓ ਉਹਨੇ ਜਿੱਦਾਂ ਵਾਪਸ ਦਿੱਤਾ in terms of ਉਹਨੇ he gave it back to Queen Victoria ਉਹਨੇ ਜਿੱਦਾਂ ਫੇਕ ਗਿਫਟ ਕੀਤਾ ਮੇਰਾ ਇੰਟਰਪ੍ਰੀਟੇਸ਼ਨ ਹੈਗਾ ਉਹਨੇ ਜਿੱਦਾਂ ਦੇਖ ਲਿਆ ਆਈਟਮ ਫਿਰ ਉਹਨੇ ਵਾਪਸ ਕੁਈਨ ਵਿਕਟੋਰੀਆ ਨੇ ਦਿੱਤਾ ਬਿਕਾਜ਼ ਕੁਈਨ ਵਿਕਟੋਰੀਆ ਨੇ ਉਹ ਟਾਈਮ ਤੇ ਕਿਹਾ ਨਹੀਂ ਆ ਤੁਹਾਡਾ ਵਾਪਸ ਜਿੱਦਾਂ ਇਹ ਤੁਹਾਡਾ ਜੂਲਾ that was not what was taking place so ਉਹ ਸਵਾਲ in terms of did he gift it back ਮੇਰੇ ਖਿਆਲ does not come into it because he was just giving it back and not gifting back to Queen Victoria ਜੀ ਸਰ ਦੂਸਰਾ ਜਿਹੜੀਆਂ ਟ੍ਰੇਜਰਸ ਨੇ ਇਹਨਾਂ ਦੇ ਹਵਾਲੇ ਨਾਲ ਕੋਈ ਇੰਡੀਜਨਸ ਰਿਕਾਰਡਸ ਮਿਲਦੇ ਨੇ ਸਾਨੂੰ ਕਿ ਇੱਥੇ ਜਿਹੜੇ ਕੋਈ ਤੁਹਾਨੂੰ ਰਿਕਾਰਡ ਮਿਲਿਆ ਹੋਵੇ ਜਿਹੜਾ ਪੰਜਾਬ ਤੋਂ ਬਣਿਆ ਹੋਵੇ ਕਿ ਪੰਜਾਬ ਦੀ ਉਸ ਗਵਰਨਮੈਂਟ ਨੇ ਬਣਾਇਆ ਹੋਵੇ ਮਹਾਰਾਜਾ ਦੇ ਵਕਤਾਂ ਦਾ ਤੇ ਜ਼ਾਹਿਰ ਹੈ ਸਾਡੇ ਕੋਲ ਅਗਰ ਬ੍ਰਿਟਿਸ਼ ਰਿਕਾਰਡ ਹੀ ਹੈ ਤੇ ਫਿਰ ਉਹਨਾਂ ਤੇ ਮੇਰਾ ਨਹੀਂ ਖਿਆਲ ਕਿ ਉਹ ਸਾਰਾ ਉਹਦੇ ਚ ਇਨਕਲੂਡ ਕੀਤਾ ਹੋਏਗਾ ਜਾਂ ਤੁਸੀਂ ਕਿਸ ਤਰ੍ਹਾਂ ਇਸ ਰਿਕਾਰਡ ਨੂੰ ਅਸੀਂ ਵੈਰੀਫਾਈ ਕਰ ਸਕਦੇ ਹਾਂਜੀ ਹਾਂਜੀ ਓਕੇ ਸੋ ਜਦੋਂ ਮੈਂ ਸਟਾਰਟ ਦੀ ਸਪੀਚ ਵਿੱਚ ਮੈਂ ਗੱਲ ਕੀਤੀ ਸੀਗੀ we are uncertain ਤੋਸ਼ਕਾਨਾ ਪੰਜਾਬ ਦੇ ਵਿੱਚ ਆਈਟਮਸ ਕੀ ਸੀਆਂ from the ਪੰਜਾਬ side so to date ਸਾਨੂੰ ਕੋਈ ਨਹੀਂ ਰਿਕਾਰਡ ਹੈਗਾ of in Persian in terms of ਕੀ ਸੀਗਾ ਤੋਸ਼ਕਾਨਾ ਦੇ ਵਿੱਚ so ਜੇ ਆਪਾਂ ਕਹਿੰਦੇ ਆ ਕਿਹੜੇ ਸਾਈਡ ਦੇ ਵਿੱਚ ਕੀ ਚੀਜ਼ਾਂ ਸੀਗੀਆਂ ਪਰ ਪੰਜਾਬ ਦੇ ਸਾਈਡ ਤੋਂ ਵੀ ਮੈਂ ਨਹੀਂ ਕਦੀ ਕੋਈ ਰਿਕਾਰਡ ਦੇਖਿਆ in terms of what was in the Toshakana from the British side
ਸੋ ਡੈਫੀਨਿਟਲੀ ਰਿਕਾਰਡ ਹੈਗੇ ਆ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਰਿਕਾਰਡ ਹੈਗੇ ਆ ਮੈਂ ਵੀ ਜਿੱਦਾਂ ਰਿਕਾਰਡ ਦੇਖੇ ਹੋਏ ਆ ਲਿਸਟਾਂ ਹੈਗੀਆਂ ਇਨ ਟਰਮਸ ਆਫ ਵਾਟ ਦ ਤੋਸ਼ਾਖਾਨਾ ਹੈਡ ਸੋ ਜਿਹੜਾ ਸਵਾਲ ਜਿਹੜਾ ਕੋਈ ਪੁੱਛਦਾ ਹੋਊਗਾ ਇਹ ਬ੍ਰਿਟਿਸ਼ ਐਕਚੁਅਲੀ ਫੁੱਲ ਲਿਸਟ ਉਹਨਾਂ ਨੇ ਦਿੱਤੀਆਂ ਹੋਈਆਂ ਆਈਟਮਸ ਜਾਂ ਜੇ ਨਹੀਂ ਦਿੱਤੀਆਂ ਹੋਊਗੀਆਂ ਕੁਆਇਟ ਪੋਸੀਬਲ ਹੈਗਾ ਜਿਹੜੀਆਂ ਆਈਟਮਸ ਜਿਹੜੀਆਂ ਤੋਸ਼ਾਖਾਨਾ ਦੇ ਵਿੱਚ ਹੈਗੀਆਂ ਫੁੱਲ ਆਈਟਮਾਈਜ਼ ਇਨਵੈਂਟਰੀ ਪੋਸੀਬਲ ਨਹੀਂ ਹੈਗਾ ਜੇ ਬ੍ਰਿਟਿਸ਼ ਨੇ ਜਿੱਦਾਂ ਲਿਖਾਇਆ ਹੋਊਗਾ there will definitely be items missing because ਜਿੱਦਾਂ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ ਇਹ ਸੇਲਸ ਹੋਈਆਂ ਸੀਗੀਆਂ ਜਿੱਦਾਂ ਲਾਹੌਰ ਦੇ ਵਿੱਚ so there's items which are missing from the Toshakhana which are still in the Punjab so ਇਹ ਪਹਿਲੀ ਗੱਲ ਆ ਸੈਕੰਡਰੀ ਜਿਹੜੀ ਗੱਲ ਸੀਗੀ ਜਿੱਦਾਂ ਮੈਂ ਨਹੀਂ ਮੈਂਸ਼ਨ ਕੀਤੀ earlier ਉਹਦਾ ਗੱਲ very prevalent ਆ ਉਹ ਹੈਗੀ ਗੱਲ ਜਦੋਂ ਆਈਟਮਸ ਲਿਸਟਾਂ ਸੀਗੀਆਂ ਪੰਜਾਬ ਦੇ ਵਿੱਚ some of the items went missing ਜਦੋਂ ਪੰਜਾਬ ਪਹੁੰਚ ਗਈਆਂ ਗੁੱਡ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂ 2 ਤਲਵਾਰਾਂ ਸੀਗੀਆਂ ਸੋਰਡ ਸੀਗੀਆਂ ਰਿਲੇਟਡ ਟੂ ਗੁਰੂ ਗੋਬਿੰਦ ਸਿੰਘ ਉਹ ਨਾ ਸੀਗਾ ਰੇਕੋਟ ਸੋਰਡ ਐਂਡ ਦਾ ਤੋਸ਼ਾਖਾਨਾ ਸੋਰਡ ਤਾਂ ਹੀ ਨਾ ਸੀਗਾ ਤੋਸ਼ਾਖਾਨਾ ਬਿਕਾਜ਼ ਇੱਕ ਤਲਵਾਰ ਵਾਸ ਇਨ ਦਾ ਤੋਸ਼ਾਖਾਨਾ ਆਫ ਦਾ ਲਾਹੌਰ ਜਿੱਦਾਂ ਫੋਰਟ ਜਿਹੜਾ ਆਪਾਂ ਕਹਿੰਦੇ ਆ ਉਹ 2 ਤਲਵਾਰਾਂ ਜਿਹੜੀਆਂ ਸੀਗੀਆਂ ਉਹ ਇੰਗਲੈਂਡ ਦੇ ਵਿੱਚ ਜਦੋਂ ਪਹੁੰਚ ਗਈਆਂ ਜੇ ਨਹੀਂ ਪਹੁੰਚ ਗਈਆਂ they went missing so the problem ਜਿੱਦਾਂ ਸੀਗੀਆਂ ਸਾਡੇ ਰਿਕਾਰਡਸ ਦੇ ਵਿੱਚ there's a lot of missing information incomplete information ਤਾਂ ਮਹਾਰਾਜਾ ਦਲੀਪ ਸਿੰਘ ਜਿਹੜਾ ਸੀਗਾ ਉਹਨੇ ਵੀ ਜਿੱਦਾਂ ਰਿਕਾਰਡ ਕੀਤਾ ਸੀਗਾ he found out 2 sales catalog ਉਹਨੇ ਆਪਣੇ ਆਪ reproduce ਕੀਤਾ ਸੀਗਾ composed of 2000 items because ਜਦੋਂ ਮਹਾਰਾਜਾ ਦਲੀਪ ਸਿੰਘ ਦੇਖਦਾ ਸੀਗਾ ਉਹ ਕਹਿੰਦਾ ਸੀਗਾ ਉਹਦੀ biggest issue ਜਿੱਦਾਂ ਸੀਗਾ ਦਲੀਪ ਸਿੰਘ ਲਈ ਸੀਗਾ ਜਦੋਂ ਬ੍ਰਿਟਿਸ਼ਰ ਤੋਸ਼ਾਖਾਨਾ ਲੈ ਗਏ ਸੀਗੇ ਉਹਨਾਂ ਨੇ ਡਿਫਰੈਂਸ਼ੀਏਟ ਨਹੀਂ ਕੀਤਾ ਬਿਟਵੀਨ ਪ੍ਰਾਈਵੇਟ ਪ੍ਰਾਪਰਟੀ ਆਫ ਦਾ ਮਹਾਰਾਜਾ ਜੇ ਆਪਾਂ ਕਹਿੰਦੇ ਸੁਖਚੱਖੀਆ ਦਾ ਮਿਸਲ ਦੀ ਪ੍ਰਾਈਵੇਟ ਪ੍ਰਾਪਰਟੀ ਐਂਡ ਪੰਜਾਬ ਸਟੇਟ ਪ੍ਰਾਪਰਟੀ ਬ੍ਰਿਟਿਸ਼ਰਸ ਨੇ ਸਾਰੀਆਂ ਚੀਜ਼ਾਂ ਇੱਕ ਹੀ ਜਿੱਦਾਂ ਇਕੱਠੀਆਂ ਕਰਤੀਆਂ ਸੋ ਸੌਰੀ ਦਲੀਪ ਸਿੰਘ ਜਦੋਂ ਯੂਕੇ ਦੇ ਵਿੱਚ ਸੀਗਾ ਉਹਦੀ ਬਿਗੇਸਟ ਜਿੱਦਾਂ ਤਕਲੀਫ ਸੀਗੀ ਬਿਕਾਜ਼ ਬ੍ਰਿਟਿਸ਼ਰਸ ਨੂੰ ਕਹਿੰਦਾ ਸੀਗਾ ਤੁਸੀਂ ਇੰਨੀਆਂ ਚੀਜ਼ਾਂ ਮੇਰੇ ਤੋਂ ਲੈ ਲਈਆਂ ਸਾਡੀ ਫੈਮਿਲੀ ਤੋਂ ਲਈਆਂ ਉਹ ਜਿਹੜੀਆਂ ਮੇਰੀਆਂ ਆਈਟਮ ਸੀਗੀਆਂ ਉਹ ਤਾਂ ਵਾਪਸ ਸਾਨੂੰ ਦੇਣੀਆਂ ਚਾਹੀਦੀਆਂ ਉਹ not necessarily ਕੋਹੀਨੂਰ ਡਾਇਮੰਡ ਬਟ essentially ਹੋਰ ਵੀ ਆਈਟਮਸ ਜਿਹੜੀਆਂ ਸੀਗੀਆਂ ਤਾਂ ਉਹਨੇ ਜਿੱਦਾਂ ਮੈਂ ਕਿਹਾ ਸੀ ਉਹਨੇ 2 ਸੇਲਸ ਕਿਤਾਬਾਂ ਜਿਹੜੇ ਆਪਾਂ ਕਹਿ ਸਕਦੇ ਆ ਉਹਨੇ ਰੀਕ੍ਰੀਏਟ ਕੀਤੀਆਂ of 2000 items which he said it is also missing as well so it is a very ਜਿੱਦਾਂ ਆਪਾਂ ਕਹਿੰਦੇ complicated picture in terms of the whole items ਜੀ ਬਿਲਕੁਲ ਜਿਸ ਤਰ੍ਹਾਂ ਸੁਖੂਨ ਸਿੰਘ ਜੀ ਨੇ ਸਵਾਲ ਕੀਤਾ ਸੀ ਦਲੀਪ ਸਿੰਘ ਦੇ ਹਵਾਲੇ ਨਾਲ ਤੇ ਉਹਨਾਂ ਨੂੰ ਆਨਸਰ ਵੀ ਮਿਲ ਗਿਆ ਕਾਫੀ ਲੋਕਾਂ ਨੇ ਥੱਲੇ ਵੀ ਗੱਲਬਾਤ ਕੀਤੀ ਰਮਨਦੀਪ ਸਿੰਘ ਨੇ ਵੀ ਕੁਐਸਚਨ ਕੀਤਾ ਔਰ ਮੇਰਾ ਵੀ ਇੱਕ ਸੀ ਕੁਐਸਚਨ ਕਿ ਸਾਡਾ ਖਿਆਲ ਹੈ ਕਿ ਐਡੀ ਵੱਡੀ ਜਿਹੜੀ ਇਹ ਟ੍ਰੇਜਰੀ ਹੈ ਇਹਦੇ ਵਿੱਚ ਇਹਦਾ ਰਿਕਾਰਡ ਜ਼ਰੂਰ ਹੋਏਗਾ ਇਹ ਹੋ ਨਹੀਂ ਸਕਦਾ ਕਿ ਨਾ ਹੋਵੇ ਲੇਕਿਨ ਉਹ ਫਿਲਹਾਲ ਜਿਹੜਾ ਹੈ ਸਾਡੇ ਕੋਲ ਮਿਸਿੰਗ ਹੈ ਜਾਂ ਉਹਨੂੰ ਅਸੀਂ ਨਹੀਂ ਲੱਭ ਪਾ ਰਹੇ ਜੋ ਵੀ ਕਹਿ ਸਕਦੇ ਹਾਂ ਸਰ ਜਿਹੜੀ ਤੁਸੀਂ ਟੈਕਨੋਲੋਜੀ ਦੀ ਗੱਲ ਕੀਤੀ ਬਿਕਾਜ਼ ਮੈਂ ਇਹਦੇ 'ਚ ਇੰਟਰਸਟਿਡ ਆ ਖੁਦ ਵੀ ਕਿ ਜਿਹੜੇ ਟੈਕਨੋਲੋਜੀ ਹੈ ਉਹਦੇ ਨਾਲ ਤੁਸੀਂ ਇੱਕ ਬਿਲਡਿੰਗਸ ਚਲੀਆਂ ਨੇ ਇਹਨਾਂ ਦੇ ਉੱਤੇ ਜਿਹੜੇ ਫ੍ਰੈਸਕੋਜ਼ ਵਗੈਰਾ ਬਣੇ ਇਹ ਵੀ ਰੀਪਰੋਡਿਊਸ ਹੋ ਸਕਦੇ ਨੇ ਕਿਉਂਕਿ ਬਹੁਤ ਵੱਡਾ ਹੈਰੀਟੇਜ ਤੇ ਬਿਲਡਿੰਗ ਦੀ ਸੂਰਤ ਵਿੱਚ ਵੀ ਮੌਜੂਦ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਕੁਝ ਕਰ ਸਕਦੇ ਹੋ ਹਾਂਜੀ 100% ਮੇਰੇ ਖਿਆਲ ਸਾਡੇ ਵਾਸਤੇ ਜਿੱਦਾਂ ਫਰਸਟ ਫੇਜ਼ ਜਿਹੜਾ ਆਪਾਂ ਕਹਿ ਸਕਦੇ ਹਾਂ ਹੈਗਾ ਡਿਜੀਟਾਈਜ਼ ਇਨ ਟਰਮਸ ਆਫ ਆਬਜੈਕਟਸ ਸੋ ਜਿੱਦਾਂ ਆਪਾਂ ਆਈਟਮਸ ਆਫ ਇੰਟਰਸਟ ਆਪਾਂ ਦਿਖਾਈਆਂ ਅੱਜ ਡੈਮੋਨਸਟ੍ਰੇਟ ਕੀਤੀਆਂ ਸਾਡੇ ਵੈਬਸਾਈਟ ਤੇ ਹੈਗੀਆਂ ਉਹਦਾ ਨੈਕਸਟ ਫੇਜ਼ ਵੀ ਹੋਊਗਾ ਜਿੱਥੇ ਆਪਾਂ ਜਾ ਸਕਦੇ ਹਾਂ ਆਪਾਂ ਰੀਕ੍ਰੀਏਟ ਕਰ ਸਕਦੇ ਹਵੇਲੀਆਂ ਆਪਾਂ ਗੁਰਦੁਆਰਾ ਵੀ ਬਣਾ ਸਕਦੇ ਹਾਂ ਆਪਾਂ ਮਸਜਿਦ ਵੀ ਆਪਾਂ ਜਿੱਦਾਂ ਰੀਕ੍ਰੀਏਟ ਕਰ ਸਕਦੇ ਹਾਂ ਫਿਰ ਜਦੋਂ ਆਪਾਂ ਐਂਟਰ ਕਰ ਸਕਦੇ ਬਿਲਡਿੰਗ ਦੇ ਵਿੱਚ ਇਹ ਜਿਹੜੇ ਫ੍ਰੈਸਕੋ ਵੀ ਹੋਗੇ ਉਹ ਵੀ ਆਪਾਂ ਰੀਕ੍ਰੀਏਟ ਕਰ ਸਕਦੇ ਹਾਂ ਸੋ ਸਾਨੂੰ 1-2 ਆਫਰ ਵੀ ਆਈਆਂ ਹੋਈਆਂ ਟੂ ਰੀਕ੍ਰੀਏਟ ਜਿੱਦਾਂ ਕਹਿੰਦੇ ਆ ਹਵੇਲੀਆਂ ਛੋਟੀਆਂ ਜਿੱਦਾਂ ਬਿਲਡਿੰਗਾਂ ਵੀ ਸੋ ਇਹ ਆਪਾਂ ਵੀ ਆਰ ਲੁਕਿੰਗ ਇਨਟੂ ਇਟ ਐਟ ਦਿਸ ਮੋਮੈਂਟ ਇਨ ਟਾਈਮ ਆਪਾਂ ਚਾਹੁੰਦੇ ਆ ਜਿੱਦਾਂ ਵੀ ਵਿਲ ਡੂ ਦੈਟ ਨੈਕਸਟ ਆਪਾਂ ਕਹਿੰਦੇ ਜਿੱਦਾਂ ਪਾਕਿਸਤਾਨ ਦੇ ਸਾਈਡ ਤੋਂ ਸਾਡਾ ਜੋੜ ਹੋਵੇ ਸਾਡੇ ਅਜੀਬ ਘਰ ਜਿਹੜੇ ਹੈਗੇ ਪਾਕਿਸਤਾਨ ਵਿੱਚ ਉਹਨਾਂ ਨੂੰ ਵੀ ਜਿੱਦਾਂ ਸਾਨੂੰ ਕੰਟੈਕਟ ਕਰਨਾ ਚਾਹੀਦਾ ਸਿੱਖ ਮਿਊਜ਼ੀਅਮ ਇਨੀਸ਼ੀਏਟਿਵ ਨੂੰ so we can ਜਿੱਦਾਂ ਆਪਾਂ cross ideas ਆਪਾਂ ਕਰ ਸਕਦੇ ਹਾਂ ਉਹਦਾ but the answer ਜਿੱਦਾਂ ਤੁਹਾਡੇ ਸਵਾਲ ਨੂੰ yes buildings can be recreated they could be recreated in 3D ਆਪਾਂ 3D 360 photography ਆਪਾਂ ਕਰ ਸਕਦੇ ਹਾਂ ਆਪਾਂ on testing ਵੀ ਕਰਦੇ ਹਾਂ in terms of the kind of so
it will be something we will be doing in the future. ਆਹ ਸਰ ਇਹ ਤੇ ਬਹੁਤ ਜ਼ਬਰਦਸਤ ਹੋ ਜਾਏਗਾ ਔਰ ਅਸੀਂ ਜ਼ਰੂਰ ਚਾਹਾਂਗੇ ਕਿ ਅਸੀਂ ਕਿਸੇ ਤਰੀਕੇ ਹੜੱਪਾ ਦਾ ਜਿਹੜਾ ਸਾਡੇ ਕੋਲ ਇੱਕ ਹੈ ਨਹੀਂ ਉਹਨਾਂ ਦੀਆਂ ਫਾਊਂਡੇਸ਼ਨਸ ਹੈ ਨਹੀਂ ਅਗਰ ਅਸੀਂ ਉਹਨੂੰ ਰੀਪਰੋਡਿਊਸ ਕਰ ਸਕੀਏ ਔਰ ਅਸੀਂ ਤੁਹਾਡੇ ਨਾਲ ਜ਼ਰੂਰ ਉਹਦੇ ਹਵਾਲੇ ਨਾਲ ਜੋ ਵੀ ਹੋਇਆ ਰਾਬਤਾ ਕਰ ਸਕਾਂਗੇ ਤੁਸੀਂ ਆਪਣਾ ਇਹ ਪ੍ਰੋਜੈਕਟ ਵੀ ਚਲਾ ਰਹੇ ਹੋ ਇਹਦੇ ਹਵਾਲੇ ਨਾਲ ਵੀ ਕੋਈ ਤੁਹਾਨੂੰ ਕਿਸ ਤਰ੍ਹਾਂ ਕੋਈ ਮਦਦ ਕਰ ਸਕਦਾ ਹੈ ਉਹਦੇ ਹਵਾਲੇ ਨਾਲ ਵੀ ਕੋਈ ਗੱਲਬਾਤ ਹੈ ਸੋ ਸਾਡਾ ਜਿਹੜਾ ਫੰਡਿੰਗ ਜਿਹੜਾ ਆਪਾਂ ਕਹਿੰਦੇ ਆ ਸਾਡਾ ਫੰਡਿੰਗ ਤਾਂ ਵੈਰੀ ਲਿਟਲ ਹੈਗਾ ਯੂਕੇ ਵਿੱਚ ਫੰਡਿੰਗ ਹੈਗੀ ਫॉर ਸਟੇਜ 1 ਜਿੱਦਾਂ ਕਹਿੰਦੇ ਆ ਸੋ ਅਗਸਤ 2020 ਦੇ ਵਿੱਚ ਫਿਰ ਆਪਾਂ ਦੇਖਾਂਗੇ ਹੁਣ ਆਪਾਂ ਨੈਕਸਟ ਸਟੇਜ ਕੀ ਆ ਆਪਾਂ ਕੀ ਕਰਨਾ ਨੈਕਸਟ ਆਪਾਂ ਡਿਜੀਟਲੀ ਆਬਜੈਕਟਸ ਕਰਨੇ ਆਪਾਂ ਬਿਲਡਿੰਗਸ ਕਰਨੇ ਆ ਸੋ ਜਿਨ੍ਹਾਂ ਨੇ ਜਿੱਦਾਂ ਸਾਡਾ ਜੋੜ ਕਰਨਾ who wants to contribute to us ਇਹ ਸਾਡੀ ਵੈਬਸਾਈਟ ਨੂੰ ਜਾਣਾ ਚਾਹੀਦਾ www.anglo-sikhmuseum.com ਕੋਈ ਰਿਸੋਰਸਸ ਹੋਵੇ whatever they want to contribute they can do and it'll be very very useful for us because ਜੇ ਆਪਾਂ ਪ੍ਰੋਜੈਕਟ ਜਿਹੜਾ ਹੈਗਾ ਜੇ ਆਪਾਂ ਇੰਟਰਨੈਸ਼ਨਲ ਬਣਾ ਸਕਦੇ ਆ ਤਾਂ ਬਹੁਤ ਚੰਗਾ ਹੋਊਗਾ ਇੱਕ ਚੰਗਾ ਹੋਊਗਾ ਕੌਮ ਸਾਡੇ ਪੰਜਾਬ ਦੇ ਵਿੱਚ ਪੰਜਾਬ ਪਾਕਿਸਤਾਨ ਸਾਈਡ ਐਂਡ ਇੰਡੀਆ ਸਾਈਡ and worldwide as well because at the moment ਜਿੱਦਾਂ ਇਹ localized project ਹੈਗਾ UK ਦੇ ਵਿੱਚ national project ਹੈਗਾ UK ਦੇ ਵਿੱਚ but we are want to ਆਪਾਂ ਚਾਹੁੰਦੇ ਆ extend ਕਰਨ ਨੂੰ worldwide project ਨੂੰ so ਫਿਰ ਕੋਈ ਪ੍ਰਾਈਵੇਟ ਕਲੈਕਟਰ ਕੇ ਅਮਰੀਕਾ ਦੇ ਵਿੱਚ ਕੋਈ ਬੈਠਾ ਹੋਊਗਾ ਉਹ ਕਹਿ ਸਕਦਾ ਹੋਊਗਾ ਦੇਖੋ ਮੇਰੇ ਕੋਲ ਪ੍ਰਾਈਵੇਟ ਕਲੈਕਸ਼ਨ ਦੇ ਵਿੱਚ ਹੈਗੀ ਆ ਚੀਜ਼ ਤੁਸੀਂ ਵੀ ਆ 3D ਡਿਜੀਟਾਈਜ਼ ਕਰ ਸਕਦੇ ਆ ਇਹ ਕੋਈ ਅਜੀਬਘਰ ਹੋਵੇ ਪਾਕਿਸਤਾਨ ਦੇ ਵਿੱਚ ਲਾਹੌਰ ਜਿੱਦਾਂ ਫੋਰ ਇੰਸਟੈਂਸ ਫੋਰਟ ਸਾਨੂੰ ਅਪਰੋਚ ਕਰੇ ਕਹੇ ਤੁਹਾਨੂੰ ਆ ਚੀਜ਼ਾਂ ਆਪਾਂ 3D ਦੇ ਵਿੱਚ ਕਰ ਸਕਦੇ ਆ ਐਟਸੈਟਰਾ ਇਹ ਜਿਹੜਾ ਪ੍ਰੋਗਰਾਮ ਹੈਗਾ ਇਜ਼ ਨੈਵਰ ਐਂਡਿੰਗ ਸੋ ਵੀ ਡੂ ਵਾਂਟ ਜਿੱਦਾਂ ਕਹਿੰਦੇ ਆਈ ਵਾਂਟ ਟੂ ਜਿੱਦਾਂ get in touch with us if they want to do some donations fantastic if they want to provide resources absolutely fantastic ਜਿਹੜਾ ਵੈਬਸਾਈਟ ਹੈਗਾ ਉਹ ਵੈਬਸਾਈਟ ਤੇ ਜਾਣਾ ਹੈਗਾ ਸ਼ੇਅਰ ਕਰਨਾ ਹੈਗਾ ਸੋ ਇਹ ਐਨੀਥਿੰਗ ਮਦਦ ਜਿਹੜਾ ਕੋਈ ਕਰ ਸਕਦਾ ਸਾਡੇ ਵਾਸਤੇ ਵੀ be very very appreciative so we welcome ਜਿੱਦਾਂ any support ਜਿਹੜਾ ਕੋਈ ਦੇ ਸਕਦਾ ਸਾਨੂੰ ਜੀ ਸਰ ਬਿਲਕੁਲ ਜ਼ਬਰਦਸਤ ਸਰ ਅਸੀਂ ਸਵਾਲੇ ਨਾਲ ਵੀ ਕੋਈ ਤੁਹਾਡੇ ਨਾਲ ਸਾਂਝ ਜ਼ਰੂਰ ਕਰਾਂਗੇ ਕਿ ਅਸੀਂ ਇਹ ਆਰਟੀਫੈਕਟਸ ਦੇ ਹਵਾਲੇ ਨਾਲ ਕੁਝ ਕਰ ਸਕੀਏ ਜਿੱਦਾਂ ਹੜੱਪਾ ਦਾ ਕਿਆ ਔਰ ਇਸ ਤਰ੍ਹਾਂ ਹੀ ਡਿਜਕੋਟ ਮਾਉਂਡ ਔਰ ਮੁਖਤਲਿਫ ਹੋਰ ਝੰਗ ਵਾਲੀ ਸਾਈਡ ਤੇ ਮੁਲਤਾਨ ਤੱਕ ਕੇ ਜਾਂਦੇ ਨੇ ਜਿਹੜੀਆਂ ਹੜੱਪੇ ਦੀਆਂ ਬਸਤੀਆਂ ਸਨ ਮਾਉਂਡ ਸਨ ਪਏ ਹੋਏ ਉਹਨਾਂ ਦੇ ਆਰਟੀਫੈਕਟਸ ਵੀ ਮੌਜੂਦ ਨੇ ਕਿਸੇ ਮਿਊਜ਼ੀਅਮਸ ਦੇ ਵਿੱਚ ਵੀ ਨੇ ਔਰ ਅਦਰਵਾਈਜ਼ ਵੀ ਸੋ ਇੱਥੇ ਗੱਲ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਵੀ ਕੀਤੀ ਹੈ ਤੇ ਅਸੀਂ ਵੀ ਥੋੜੀ ਜਿਹੀ ਗੱਲ ਕਰਾਂਗੇ ਕਿਉਂਕਿ ਅਸੀਂ ਡੀਕਨਸਟਰਕਟ ਕਰ ਰਹੇ ਹਾਂ ਡਿਫਰੈਂਟ ਟਰਮਸ ਦੇ ਹਵਾਲੇ ਨਾਲ ਲਾਈਫ ਯੰਗ ਹਿਸਟੋਰੀਅਨ ਕਲੱਬ ਜਿਹੜਾ ਕਰਦਾ ਪਿਆ ਕੰਮ ਇਹ ਅਸੀਂ ਕੀ ਇਸ ਜਿਹੜੀਆਂ ਇਹ ਆਰਟੀਫੈਕਟਸ ਨੇ ਉਹਨੂੰ ਅਸੀਂ ਪੰਜਾਬ ਨੇਸ਼ਨ ਦਾ ਨਹੀਂ ਕਹਿ ਸਕਦੇ ਆਰਟੀਫੈਕਟਸ ਤਾਂ ਕਿ ਅਸੀਂ ਸਾਰੀ ਪ੍ਰਾਈਡ ਕਰ ਸਕੀਏ no absolutely ਇਹ ਜਿਹੜੀ ਗੱਲ ਜਿਹੜੀ ਹੈਗੀ ਆ ਇਹ ਐਂਗਲੋ ਸਿੱਖ ਮਿਊਜ਼ੀਅਮ ਜਿਹੜਾ ਆਪਾਂ ਬਣਾਇਆ ਹੋਇਆ ਨਾ ਇਹ ਆਪਾਂ ਕਹਿ ਸਕਦੇ ਐਂਗਲੋ ਸਿੱਖ ਮਿਊਜ਼ੀਅਮ ਆਪਾਂ ਐਂਗਲੋ ਪੰਜਾਬ ਮਿਊਜ਼ੀਅਮ ਕਹਿ ਸਕਦੇ ਆਪਾਂ ਪੰਜਾਬ ਮਿਊਜ਼ੀਅਮ ਵੀ ਕਹਿ ਸਕਦੇ ਹਾਂ ਮੈਂ ਜਿੱਦਾਂ ਤੁਹਾਨੂੰ ਵੀ ਕਹਿ ਸਕਦਾ ਭਾਈ ਸਾਹਿਬ ਨੂੰ ਵੀ ਕਹਿ ਸਕਦਾ don't get hung up on words ਜਿੱਦਾਂ ਕਹਿੰਦੇ don't get hung up on the words of Anglo Sikh it's just ਜਿੱਦਾਂ it's very good for the UK in terms of this title but technically yes ਜੇ ਆਪਾਂ each item ਨੂੰ ਆਪਾਂ ਦੇਖਦੇ ਹਾਂ it's Punjab heritage at the end of the day ਇਹ Punjab heritage ਹੈਗਾ ਆ labels are labels ਜਿੱਦਾਂ ਕਹਿ ਸਕਦੇ ਆ but definitely this is Punjab heritage ਸਰ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਇੱਕ ਬਹੁਤ ਖੂਬਸੂਰਤ ਜਿਹੜਾ ਹੈ ਨਾ ਉਹ ਇਜ਼ਾਫਾ ਹੋਇਆ ਸਾਡੇ ਇੱਕ ਹੋਰ ਐਡੀਸ਼ਨ ਹੋਇਆ ਸਾਡੀ ਇਸ ਪੂਰੀ ਆਰਕਾਈਵ ਦੇ ਵਿੱਚ ਤੁਹਾਡੇ ਆਉਣ ਨਾਲ ਔਰ ਸਭ ਤੋਂ ਅਹਿਮ ਗੱਲ ਜਿਹੜੀ ਮੈਨੂੰ ਬਹੁਤ ਜ਼ਬਰਦਸਤ ਲੱਗਦੀ ਹੈ ਕਿ ਜਿਸ ਤਰ੍ਹਾਂ ਚੀਜ਼ਾਂ ਨੂੰ ਡਿਜੀਟਲਾਈਜ਼ ਕਰਕੇ ਇੱਕ ਟੈਕਨੋਲੋਜੀ ਦੇ ਥਰੂ ਤੁਸੀਂ ਪ੍ਰੀਜ਼ਰਵ ਕਰ ਲਿਆ ਬਿਕਾਜ਼ ਇੱਥੇ ਬਹੁਤ ਸਾਰੀਆਂ ਬਿਲਡਿੰਗਸ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸਾਹਮਣੇ ਹੀ ਖਤਮ ਹੋ ਰਹੀਆਂ ਨੇ ਮੈਂ ਗੱਲ ਕਰਾਂਗਾ ਬਲਕਿ ਮੈਂ ਇਸ ਤੇ ਹੜੱਪਾ ਦੇ ਵਿੱਚ ਸਿਰਫ 10% ਉਹਦਾ ਅਜੇ ਤੱਕ ਜਿਹੜਾ ਨਾ ਉਹਦੀ ਖੁਦਾਈ ਹੋ ਸਕੀ ਹੈ ਤੇ ਬਾਕੀ ਉਦਾਂ ਹੀ ਪਿਆ ਔਰ ਉਹਦੇ ਵਿੱਚ ਬਹੁਤ ਕੁਝ ਹੈ ਉਹਨਾਂ ਦੇ ਮਿਊਜ਼ੀਅਮ ਦੇ ਹਵਾਲੇ ਨਾਲ ਵੀ ਅਸੀਂ ਉਹਨੂੰ ਅਗਰ ਕਰ ਸਕੀਏ ਇੱਕ ਸਾਡਾ ਉਹ ਬੁਨਿਆਦ ਹੈ ਮੇਰਾ ਖਿਆਲ ਹੈ ਕਿ ਹੜੱਪੇ ਤੋਂ ਅੱਗੇ ਨਹੀਂ ਉਹਨੂੰ ਲੈ ਕੇ ਹੀ ਅੱਗੇ ਜਾਇਆ ਜਾ ਸਕਦਾ ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਵਿਰਕ ਸਾਹਿਬ ਨੇ ਇੱਥੇ ਗੱਲ ਕੀਤੀ ਸੀ ਕਿ ਯੂਕੇ ਦੇ ਵਿੱਚ ਵੀ ਤਕਰੀਬਨ ਅਜੇ ਤੱਕ ਜਿਹੜੇ ਸਾਡੇ ਪੰਜਾਬ ਦੇ ਰੈਲਿਕ ਔਰ ਆਰਟੀਫੈਕਟਸ ਨੇ ਉਹਨਾਂ ਦਾ ਵੀ 10% ਹੀ ਅਜੇ ਡਿਸਪਲੇ ਸਾਨੂੰ ਨਜ਼ਰ ਆਉਂਦਾ ਹੈ ਬਾਕੀ ਜਿਹੜਾ ਨਾ ਉਹ ਨਹੀਂ ਹੈ ਸੋ ਇਸ ਵਾਸਤੇ ਤੁਸੀਂ ਜਿਹੜੀ ਖੋਜ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆ ਰਹੇ ਹੋ
ਇਹ ਸਰ ਬਹੁਤ ਅਹਿਮ ਨੇ ਔਰ ਮੈਂ ਸਮਝਦਾ ਕਿ ਬੀਇੰਗ ਪੰਜਾਬੀ ਸਾਡੇ ਉੱਤੇ ਸਾਡੇ ਇੱਕ ਭਰਾ ਦਾ ਇੱਕ ਪੰਜਾਬੀ ਪੁੱਤਰ ਦਾ ਇਹ ਵੀ ਆਸਾਨ ਹੋਏਗਾ ਕਿ ਇਹ ਚੀਜ਼ਾਂ ਜਿਹੜੀਆਂ ਅਸੀਂ ਵੇਖ ਨਹੀਂ ਸਕਦੇ ਸੁਣੀਆਂ ਨੇ ਵੇਖ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਯੂਕੇ ਨਹੀਂ ਗਏ ਜਾਂ ਯੂਕੇ ਜਾਈਏ ਵੀ ਤਾਂ ਸ਼ਾਇਦ ਨਾ ਵੇਖ ਸਕੀਏ ਲੇਕਿਨ ਇਹਨੂੰ ਅਸੀਂ ਵੇਖ ਸਕਦੇ ਹਾਂ ਔਰ 3D ਦਾ ਮਜ਼ਾ ਹੈ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਉਹਨੂੰ ਵੇਖ ਸਕਨੇ ਹਾਂ ਚਾਰਾਂ ਸਾਈਡਾਂ ਤੋਂ ਸੋ ਸਰ ਇਸ ਵਾਸਤੇ ਤੁਹਾਡੀ ਖਾਸ ਤੁਹਾਡੀ ਮਿਹਰਬਾਨੀ ਵੀ ਕਿ ਤੁਸੀਂ ਇਹ ਕੰਮ ਕੀਤਾ ਔਰ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਨਾਲ ਲੈਕਚਰ 'ਚ ਵੀ ਰਹਿਣਾ ਜੀ ਤਾਂ final ਲਫ਼ਜ਼ ਜੇ ਮੈਂ ਬੋਲ ਸਕਦਾ ਪਹਿਲਾਂ ਧੰਨਵਾਦ and thank you very much for inviting me on the show ਤੁਹਾਡਾ show absolutely 100% correct ਆ in terms of ਜਿੱਦਾਂ ਸਾਂਝ ਕਰਨੀ ਪਾਕਿਸਤਾਨ ਨਾਲ ਇੰਡੀਆ ਦਾ ਪੰਜਾਬੀਅਤ ਜਿੱਦਾਂ ਆਪਾਂ ਕਹਿ ਸਕਦੇ ਆ we have to keep talking about this one nation ਜਿਹੜਾ ਹੈਗਾ ਆ border ਹੋਵੇ ਨਹੀਂ border ਹੋਵੇ the people are the same ਜਿੱਦਾਂ ਮੈਂ ਆਮ ਉਹਦਾ ਤਾਂ ਮੈਂ ਯੂਕੇ ਦੇ ਵਿੱਚ ਬੋਰਨ ਹੋਇਆ but my mother my father's stories still ਦੱਸਦੇ ਆ ਦੋ grandfathers ਇੱਕ ਕੁਏਟਾ ਦੇ ਵਿੱਚ ਕੰਮ ਕਰਦਾ ਸੀਗਾ ਦੂਜਾ ਬਹਾਵਲਪੁਰ ਦੇ ਵਿੱਚ ਰਹਿੰਦਾ ਸੀਗਾ so ਸਾਡਾ connection ਹੈਗਾ so it's not disconnected we need to be reconnected ਜਿੱਦਾਂ ਆਪਾਂ ਕਹਿ ਸਕਦੇ ਆ ਉਹਦਾ ਜੇ ਇੱਕ final ਗੱਲ ਮੈਂ ਕਹਿ ਸਕਦਾ ਆ ਇਹ ਜਿੱਦਾਂ ਹੁਣ ਸਾਡੀ ਕਿਤਾਬ ਜਿਹੜੀ ਹੁਣ ਰੀਸੈਂਟਲੀ ਆਪਾਂ ਇਸ਼ੂ ਕੀਤੀ ਹੈਗੀ ਆ ਇਹ ਹੈਗਾ ਬ੍ਰਿਟਿਸ਼ ਐਂਡ ਦ ਸਿੱਖਸ ਇਹ ਕਿਤਾਬ ਜਿਹੜੀ ਹੈਗੀ ਆ ਇਹ ਹੁਣੇ ਜਿੱਦਾਂ ਰਿਲੀਜ਼ ਹੋਈ ਆ ਯੂਕੇ ਦੇ ਵਿੱਚ ਇਹ ਕਿਤਾਬ ਦੇ ਵਿੱਚ ਵੀ ਜਿੱਦਾਂ ਸਿੱਖ ਰੈਲਿਕਸ ਵਾਸਤੇ ਵੀ ਇਨਫੋਰਮੇਸ਼ਨ ਹੈਗਾ ਸਿੱਖ ਮਿਸਲਸ ਦੇ ਵਿੱਚ ਵਾਸਤੇ ਵੀ ਇਨਫੋਰਮੇਸ਼ਨ ਹੈਗੀ ਆ ਉੱਦਾਂ ਤਾਂ ਆਮ ਅਜੇ ਯੂਕੇ ਦੇ ਵਿੱਚ ਮਿਲਦੀ ਆ ਅਮਰੀਕਾ ਕੈਨੇਡਾ ਦੇ ਵਿੱਚ ਮਿਲਦੀ ਆ eventually it ਪਹੁੰਚ ਜੂਗੀ because of the pandemic ਹੈਗਾ ਇੰਡੀਆ ਐਂਡ ਪਾਕਿਸਤਾਨ ਵਿੱਚ ਵੀ eventually ਰੀਚ ਹੋਊਗੀ ਉਹਦਾ ਯੂਕੇ ਦੇ ਵਿੱਚ ਮਿਲ ਸਕਦੀ ਹੈ ਜੇ ਕਿਸ ਨੇ ਲੈਣੀ ਹੋਗੀ hellion.co.uk ਹੈਗਾ ਵੈਬਸਾਈਟ ਬਟ very very important because ਇਹਦੇ ਵਿੱਚ ਕਾਫੀ ਜ਼ਿਆਦਾ ਮੈਂ ਹਿਸਟਰੀ ਦਿੱਤੀ ਹੋਈ ਆ in terms of where the relics came from the Punjab documents ਵੀ ਮੈਂ ਦਿਖਾਏ ਹੋਏ ਆ so very very interesting for people who are interested in Sikh relics and artifacts ਸਰ ਜ਼ਬਰਦਸਤ ਔਰ ਅਸੀਂ ਤੇ ਸਰ ਬਹੁਤ ਦੇਰ ਤੋਂ ਕਰ ਰਹੇ ਹਾਂ ਕੰਮ ਔਰ ਅਸੀਂ ਚਾਹ ਰਹੇ ਹਾਂ ਕਿ ਕੋਈ ਮਿਸਲਾਂ ਦੇ ਉੱਪਰ ਵੀ ਕੰਮ ਸਾਡੇ ਸਾਹਮਣੇ ਆਵੇ ਔਰ ਉਹਨਾਂ ਨੂੰ ਵੀ ਸਮਝਣਾ ਬਹੁਤ ਜ਼ਰੂਰੀ ਹੈ ਅਸੀਂ ਬੁੱਕ ਦੇ ਹਵਾਲੇ ਨਾਲ ਵੀ ਆਪਣਾ ਇੱਕ ਬੁੱਕ ਆਫ ਦਾ ਵੀਕ ਵੀ ਕਰਦੇ ਹਾਂ ਤੇ ਅਸੀਂ ਉਸ ਤਰ੍ਹਾਂ ਵੀ ਕੁਝ ਵੇਖਾਂਗੇ ਅਗਰ ਸਾਡੇ ਨਾਲ ਕੋਈ ਹੋਇਆ ਤੇ ਅਸੀਂ ਜ਼ਰੂਰ ਸਰ ਕਰਾਂਗੇ ਔਰ ਇਹਨੂੰ ਚੀਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੋਣਾ ਚਾਹੀਦਾ ਔਰ ਅਸੀਂ ਵੀ ਥੋੜਾ ਜਿਹਾ ਡਿਜੀਟਲ ਦੇ ਵਿੱਚ ਜਿਹੜਾ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਇਹੀ ਕੀਤੀ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਜਿਹੜੇ ਸਾਡੇ ਸਕਾਲਰ ਪੂਰੀ ਦੁਨੀਆ ਦੇ ਵਿੱਚ ਇੰਨਾ ਜ਼ਬਰਦਸਤ ਕੰਮ ਕਰਕੇ ਬੈਠੇ ਨੇ ਸੋ ਇੰਟਰਨੈਸ਼ਨਲ ਬੋਲੀ ਹੈ ਜਾਂ ਜੋ ਵੀ ਉਹਦੀ ਲੋੜ ਥੋੜੇ ਉਹਨਾਂ ਨੇ ਅੰਗਰੇਜ਼ੀ ਵਿੱਚ ਕੰਮ ਕੀਤਾ ਚੰਗੀ ਗੱਲ ਹੈ ਬਹੁਤ ਕਰਨਾ ਚਾਹੀਦਾ ਪਰ ਜਿਹੜੀ ਮੈਂ ਸਮਝਦਾ ਕਿ ਜਿਹੜੀ 70% ਜਿਹੜੇ ਲੋਕ ਨੇ ਉਹ ਇਸ ਬੋਲੀ ਤੋਂ ਦੂਰ ਨੇ ਅਜੇ ਵੀ ਜਿਹੜੇ ਪੰਜਾਬੀ ਦੀ ਗੱਲ ਕਰਦੇ ਨੇ ਜਿਹੜੀ ਪੰਜਾਬੀ ਨਾਲ ਜੁੜੇ ਨੇ ਜਿਹੜੀ ਲੋਕ ਬੋਲੀ ਨਾਲ ਜੁੜੇ ਨੇ ਉਹ ਅਜੇ ਵੀ ਇਸ ਤੋਂ ਇਹਨਾਂ ਕਿਤਾਬਾਂ ਤੱਕ ਉਹਨਾਂ ਦੀ ਅਪੜ ਨਹੀਂ ਤੇ ਉਹ ਵੇਖਣਾ ਚਾਹ ਉਹਨਾਂ ਨੂੰ ਉਹ ਸੋਚਦੇ ਨੇ ਕਿ ਅਸੀਂ ਵੀ ਕੁਝ ਹੈ ਵਾ ਜਾਂ ਨਹੀਂ ਪਰ ਜਦੋਂ ਅਸੀਂ ਇਹ ਸਰਵੇ ਕਰਦੇ ਹਾਂ ਔਰ ਅਸੀਂ ਕਰਦੇ ਰਹੇ ਹਾਂ ਕਿ ਵੀ ਜਦੋਂ ਸਕਾਲਰਸ ਆ ਕੇ ਗੱਲਾਂ ਕਰਦੇ ਤੇ ਜਿਹੜੇ ਆਮ ਲੋਕੀ ਸਨ ਉਹ ਉਹਦੇ ਨਾਲ ਕੰਟਰੀਬਿਊਟ ਕਰਦੇ ਰਹੇ ਕਿ ਵੀ ਹਾਂ ਇਹ ਗੱਲ ਤੇ ਸਾਨੂੰ ਸਾਡੇ ਦਾਦੇ ਦੱਸੀ ਹੈ ਇਹ ਗੱਲ ਤੇ ਸਾਡੇ ਪਿੰਡ ਹੋਈ ਸੀ ਜਾਂ ਆਹ ਵਾਪਰੀ ਸੀ ਤੁਸੀਂ ਇਸ ਤਰ੍ਹਾਂ ਨਹੀਂ ਗੱਲ ਸੀ ਇਹ ਇਸ ਤਰ੍ਹਾਂ ਸੀ ਪਰ ਜਦੋਂ ਉਹ ਬੋਲੀ ਦੀ ਵਿੱਚ ਪੈੜਦੇ ਪਏ ਉੱਤੇ ਉਹ ਗੱਲਾਂ ਨਹੀਂ ਸਮਝ ਆਈਆਂ ਤੇ ਅਜੇ ਤੱਕ ਵੀ ਸਾਡੀਆਂ ਅਦਾਲਤਾਂ ਤੇ ਸਾਨੂੰ ਅੰਗਰੇਜ਼ੀ 'ਚ ਫੈਸਲਾ ਲਿਖ ਦਿੰਦੀਆਂ ਵਕੀਲ ਕਹਿੰਦਾ ਤੁਸੀਂ ਕੇਸ ਜਿੱਤ ਗਏ ਹੋ ਤੇ ਬਾਅਦ 'ਚ ਪਤਾ ਲੱਗਦਾ ਕਿ ਹਾਰ ਗਏ ਇਹ ਵਾਅਦੇ ਤੇ ਬਹੁਤ ਸਾਰੇ ਹੋਏ ਲੇਕਿਨ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਸੀਨੀਅਰ ਸਕਾਲਰਸ ਦਾ ਤੇ ਮੈਂ ਜਦੋਂ ਉਹਨਾਂ ਦੇ ਨਾਲ ਗੱਲ ਕਰਨਾ ਸਾਂ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਵੀ ਸਨ ਜਿਨ੍ਹਾਂ ਨੇ ਕਿਹਾ ਕਿ ਮੈਂ ਪਹਿਲੀ ਦਫਾ ਪੰਜਾਬੀ 'ਚ ਲੈਕਚਰ ਦਿਆਂਗਾ ਬਟ ਮੈਂ ਦਾਂਗਾ ਇਹ ਤੇ ਹੋਣਾ ਚਾਹੀਦਾ ਜ਼ਬਰਦਸਤ ਤੇ ਅਸੀਂ ਇਸ ਤਰ੍ਹਾਂ ਇੱਕ ਪੰਜਾਬੀ ਦਾ ਇੱਕ ਜਿਹੜਾ ਸਮੇਂ ਪੰਜਾਬੀ ਵਿੱਚ ਇੱਕ ਵਧੀਆ ਕਿਸਮ ਦੀ ਅਥੈਂਟਿਕ ਇਨਫੋਰਮੇਸ਼ਨ ਦਾ ਇੱਕ ਵੱਡਾ ਆਰਕਾਈਵ ਹਿਸਟਰੀ ਦਾ ਆਰਕੀਓਲੋਜੀ ਦਾ ਸੋਸ਼ਲ ਸਾਇੰਸਸ ਦਾ ਔਰ ਉਹਦੇ ਨਾਲ ਪੰਜਾਬ ਤੇ ਜਿਹੜੀਆਂ ਅਹਿਮ ਕਿਤਾਬਾਂ ਨੇ ਉਹ ਔਰ ਨਾਲ ਸ਼ਹਿਰਾਂ ਦੀ ਹਿਸਟਰੀ ਪੀਪਲਸ ਹਿਸਟਰੀ ਦਾ ਜਿਹੜਾ ਸ਼ਹਿਰਾਂ ਦੇ ਵਿੱਚ ਲੋਕਾਂ ਦੀ ਤਾਰੀਖ ਸੀ ਮਹੱਲੇ ਸਨ ਲੋਕ ਸਨ ਉਹ ਸਾਰਾ ਅਸੀਂ ਇਕੱਠਾ ਕਰਨ ਦਾ ਕਰ ਰਹੇ ਹਾਂ ਔਰ ਸਾਰੇ ਦੋਸਤ ਸਾਡੇ ਨਾਲ ਔਰ ਅਸੀਂ ਮਿਲ ਕੇ ਕਰ ਰਹੇ ਹਾਂ ਸਰ ਜੀ ਨਹੀਂ ਬਹੁਤ ਵਧੀਆ ਵੀ 100% ਹੋਣੇ ਆ archives of any nature ਬਹੁਤ ਇੰਪੋਰਟੈਂਟ ਆ ਜਿੱਦਾਂ ਮੈਂ ਪਹਿਲਾਂ ਸ਼ੁਰੂ ਤੋਂ ਗੱਲ ਜਿਹੜੀ ਮੈਂ ਕਹੀ ਸੀਗੀ ਮੈਨੂਸਕ੍ਰਿਪਟਸ ਹੋਵੇ ਡਾਕੂਮੈਂਟਸ ਹੋਵੇ ਆਰਟੀਫੈਕਟਸ ਹੋਵੇ ਰੈਲਿਕਸ ਹੋਵੇ ਕੋਈ ਚੀਜ਼ਾਂ ਦਾ ਹੋਵੇ ਬਿਕਾਜ਼ ਜਿਹੜਾ ਨੇਸ਼ਨ ਹੁੰਦਾ ਕੋਈ ਨੇਸ਼ਨ ਹੋਵੇ ਵਰਲਡ ਵਿੱਚ
ਉਹ represented ਆ by the artifacts, because ਉਹ history ਜਿਹੜੀ ਹੈਗੀ it ਆਪਾਂ ਵਾਪਸ ਜਾ ਸਕਦੇ ਆ in time, ਆਪਾਂ ਵਾਪਸ ਜਾ ਸਕਦੇ, and ਉਹ one item, ਇੱਕ item ਹੈਗੀ ਆ ਕੋਈ ਜਿਹਦਾ relic ਜਾਂ artifact ਹੋਵੇ which was can take us back to the past, ਉਹ past ਤੋਂ ਆਪਾਂ ਜਾ ਸਕਦੇ, ਫਿਰ ਆਪਾਂ interpretation ਕਰ ਸਕਦੇ ਆ, ਫਿਰ ਆਪਾਂ ਹੋਰ documents ਨਾਲ ਜੋੜ ਕਰਕੇ ਫਿਰ ਆਪਾਂ history ਬਣਾ ਸਕਦੇ ਆ, because history ਜਿਹੜੀ ਹੈਗੀ ਆ, ਨਹੀਂ ਤਾਂ history ਆਪਾਂ documents ਤੋਂ ਲੈਂਦੇ ਆ, ਨਹੀਂ ਤਾਂ ਆਪਾਂ oral history ਜਿਹੜਾ ਕਹਿੰਦੇ ਆਪਾਂ ਲੈ ਸਕਦੇ ਆ, ਜੇ ਆਪਾਂ relics and artifacts ਲੈ ਸਕਦੇ ਆ, ਉਹਦਾ complete ਜਿਹੜਾ ਮੇਰੇ ਵਾਸਤੇ ਜਿਹੜਾ ਮੈਂ complete historian has to have a combination of ਸਭ ਕੁਝ, ਸਾਰੀ ਚੀਜ਼ਾਂ combination ਹੁੰਦੀਆਂ, ਜੇ field scholarism, documents, relics and artifacts, oral history, ਜਿਹੜਾ balance ਕਰ ਸਕਦਾ ਉਹੀ ਸਾਰੀਆਂ ਚੀਜ਼ਾਂ, ਉਹ complete scholar ਹੁੰਦਾ। ਆਪਾਂ ਵੀ try ਕਰਦੇ attain ਕਰਨ ਨੂੰ complete scholar ਬਣਨ ਨੂੰ, ਹੋਰ ਵੀ ਆਪਾਂ ਚਾਹੁੰਦੇ ਆ ਜਿੱਦਾਂ ਹੋਰ scholar ਜਿਹੜੇ ਹੈਗੇ ਬਾਹਰ ਜਾ ਕੇ, ਜਿੱਦਾਂ book knowledge is not the final complete information ਜਿਹੜਾ ਆਪਾਂ ਕਹਿ ਸਕਦੇ ਆ, but information ਜੇ ਆਪਾਂ present ਕਰ ਸਕਦੇ ਨੇ multitude of ways, ਮੈਂ ਨਾ ਦੇਖੋ ਮੈਂ ਕਿਤਾਬਾਂ ਲਿਖਦਾ ਆ, ਮੈਂ ਲੈਕਚਰ ਕਰਦਾ, ਹੁਣ ਜੇ ਆਪਾਂ ਡਿਜੀਟਲ ਟੈਕਨੋਲੋਜੀਜ਼ ਆਪਾਂ ਯੂਜ਼ ਕਰ ਸਕਦੇ ਆ, this is ਜਿੱਦਾਂ ਨਵਾਂ ਮੈਕੈਨਿਜ਼ਮ ਹੈਗਾ, ਜਿੱਦਾਂ ਮਾਡਰਨ ਵੇ ਦੇ ਵਿੱਚ ਆਪਾਂ ਐਕਸਪਲੇਨ ਕਰ ਸਕਦੇ ਆ ਇਤਿਹਾਸ, ਪੰਜਾਬ ਹੈਰੀਟੇਜ, ਇਹ ਅੱਛੀ ਚੀਜ਼ ਹੋ ਸਕਦੀ ਆ। ਜੀ ਸਰ, ਬਹੁਤ ਸ਼ੁਕਰੀਆ ਸਰ ਤੁਹਾਡੇ ਆਉਣ ਦਾ। ਜੀ ਨੋ ਥੈਂਕ ਯੂ, ਬਹੁਤ ਧੰਨਵਾਦ। ਨਾਲੇ ਜਿਹੜੇ ਵਿਊਜ਼ ਜਿਹੜੇ ਹੈਗੇ ਆ, ਜੇ ਸਾਰੇ ਸਵਾਲ ਜਿਹੜੇ ਆਨਸਰ ਕਰ ਸਕਦਾ ਸੀ ਬ੍ਰਿਲੀਅੰਟ, ਜੇ ਨਹੀਂ ਆਪਾਂ ਜਿੱਦਾਂ ਮੇਰੇ ਫੇਸਬੁੱਕ ਤੇ ਆ ਕੇ ਜਾਂ ਕਨੈਕਟ ਕਰਕੇ ਮੈਂ 100% ਹੈਪੀ ਹੋਗਾ ਜਿੱਦਾਂ ਹੋਰ ਸਵਾਲ ਪੁੱਛਣੇ ਨੂੰ। ਉਹਦਾ 100% ਲੋਕਾਂ ਨੇ ਜਾਣਾ www.anglo-sikh-museum.com, ਉੱਤੇ ਵਿਜ਼ਿਟ ਕਰਨਾ, ਆਈਟਮਸ ਦੇਖਣਾ ਹੈਗਾ, ਫਿਰ ਜਿੱਦਾਂ ਫਿਰ ਫੀਡਬੈਕ ਵੀ ਵੈਲਕਮ ਇਟ ਜਿੱਦਾਂ ਆਪਾਂ ਕਹਿ ਸਕਦੇ ਹਾਂ। ਜੀ ਬਿਲਕੁਲ, ਤੁਸੀਂ ਸਾਰੇ ਦੋਸਤ ਜਿਹੜੇ ਨੇ ਉਹ ਇਹਨਾਂ ਦਾ ਜਿਹੜਾ ਮਿਊਜ਼ੀਅਮ ਹੈ ਐਂਗਲੋ ਸਿੱਖ ਮਿਊਜ਼ੀਅਮ ਜਿਹੜਾ ਨੇ ਡਿਜੀਟਲ ਕੀਤਾ, ਉਹਦੀ ਵੈਬਸਾਈਟ ਵੀ ਅਸੀਂ ਲਾਈ ਹੈ, ਉਹ ਤੁਸੀਂ ਵੇਖ ਲੈਣਾ। ਉਹਨਾਂ ਨੇ ਆਪਣੇ ਜਿਹੜੀ ਸਰ ਨੇ ਬਣਾ ਕੇ ਲਾਇਆ ਸੀ ਉਹਦੇ ਵਿੱਚ ਵੀ ਲੱਗੀ, ਔਰ ਮੈਂ ਜਿਹੜਾ ਲਿਖ ਕੇ ਲਾਇਆ ਸੀ ਉਹਦੇ ਵਿੱਚ ਵੀ ਲੱਗੀ। ਅਦਰਵਾਈਜ਼ ਮੈਂ ਸ਼ੇਅਰ ਵੀ ਕਰ ਦਾਂਗਾ, ਅਗਰ ਕਿਸੇ ਕੋਲ ਨਹੀਂ ਹੈ ਤਾਂ ਲੈ ਸਕਦਾ ਹੈ, ਉਹ ਜ਼ਰੂਰ ਵੇਖੋ। ਔਰ ਜਿਹੜੇ ਤੁਸੀਂ ਸਰ ਕਮੈਂਟ ਵੇਖ ਲੈਣਾ ਜਿਹੜੇ ਲੋਕਾਂ ਨੇ ਕੀਤੇ ਨੇ, ਉਹਦੇ 'ਚ ਅਗਰ ਕਿਸੇ ਸਵਾਲ ਦਾ ਤੁਸੀਂ ਜਵਾਬ ਦੇਣਾ ਚਾਹੋ ਤੇ ਸਰ ਬਹੁਤ ਮਿਹਰਬਾਨੀ ਹੋਏਗੀ। ਸਰ ਬਹੁਤ ਸ਼ੁਕਰੀਆ। ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਟਰਮਸ ਦੀ ਗੱਲ ਹੋਈ ਔਰ ਟਰਮਸ ਦੀ ਗੱਲ ਕਰਦੇ ਰਵਾਂਗੇ, ਕਾਸ਼ਫ ਜੀ ਨੇ ਵੀ ਕਿਹਾ ਔਰ ਅਸੀਂ ਵੀ ਇਹ ਕਰਦੇ ਰਵਾਂਗੇ ਕਿ ਜਿਹੜਾ ਐਂਗਲੋ ਲਫ਼ਜ਼ ਹੈ ਔਰ ਜਿਹੜਾ ਬ੍ਰਿਟਿਸ਼ ਲਫ਼ਜ਼ ਹੈ, ਇਹ ਜਿਹੜੇ ਵਰਡਸ ਨੇ ਔਰ ਇੱਥੇ ਜਿਹੜੇ ਵਰਡਸ ਸਾਨੂੰ ਸਿਖਾਏ ਗਏ ਨੇ ਜਾਂ ਸਾਡੇ ਵਾਸਤੇ ਜਿਹੜੇ ਵਰਤੇ ਜਾਂਦੇ ਨੇ, ਇਹਨਾਂ ਦੀ ਡਿਸਕ੍ਰਿਮੀਨੇਟਰੀ ਜਿਹੜੇ ਵਰਡ ਵਰਤੇ ਜਾਂਦੇ ਨੇ, ਜਿਹੜੇ ਡਿਵਾਈਡ ਕਰਨ ਵਾਲੇ ਵਰਤੇ ਜਾਂਦੇ ਨੇ, ਉਹਨਾਂ ਟਰਮਸ ਨੂੰ ਅਸੀਂ ਕਿਸ ਤਰ੍ਹਾਂ ਲੈ ਕੇ ਚੱਲਣਾ। ਬਿਕੋਜ਼ ਸਾਡਾ ਸਾਰਾ ਪੈਨਲ ਇੱਥੇ ਸਾਨੂੰ ਵੇਖਣ ਵਾਲੇ, ਸਾਡੇ ਨਾਲ ਆਉਣ ਵਾਲੇ ਸਾਰੇ ਲੋਕ ਹਿਸਟਰੀ ਦੀ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੇ ਨੇ, ਔਰ ਅਸੀਂ ਜਿਹੜੇ ਸਟੂਡੈਂਟ ਹਾਂ, ਅਸੀਂ ਜਿਹੜੇ ਤਾਰੀਖ ਸਿੱਖ ਰਹੇ ਹਾਂ, ਸਾਡੇ ਵਾਸਤੇ ਵੀ ਉਹ ਇੱਕ ਜਿਹੜਾ ਜਿਹਨੂੰ ਅਸੀਂ ਉਰਦੂ 'ਚ ਕਹੇ ਮਸ਼ਲੇ ਰਾਹ ਨੇ, ਸਾਡੇ ਵਾਸਤੇ ਉਹ ਜਿਹੜੇ ਸਾਡੇ ਆਗੂ ਨੇ, ਹੁਣ ਸਾਨੂੰ ਸਮਝਾ ਸਕਦੇ ਨੇ ਕਿ ਕਿਸ ਤਰ੍ਹਾਂ। ਬਹਰਾਲ ਲਈ ਜਿਹੜੀਆਂ ਟਰਮਸ ਨੇ ਇਹਨਾਂ ਦੇ ਉੱਪਰ ਜਿਹੜਾ ਅਸੀਂ ਗੱਲਬਾਤ ਕਰਦੇ ਰਵਾਂਗੇ ਔਰ ਇਹਨਾਂ ਟਰਮਸ ਨੂੰ ਖੋਲਾਂਗੇ, ਇਹਨਾਂ ਨੂੰ ਕੱਢਾਂਗੇ ਔਰ ਇਹਨਾਂ ਤੇ ਗੱਲਬਾਤ ਹੋਏਗੀ ਕਿ ਇਹ ਕਿੱਦਾਂ ਬਣਾਈਆਂ ਗਈਆਂ ਔਰ ਕਿਸ ਤਰ੍ਹਾਂ ਹੋਈਆਂ। ਸੋ ਅਸੀਂ ਜਿਹੜਾ ਹੈ ਔਰ ਮਜ਼ੀਦ ਸਾਡੇ ਲੈਕਚਰ ਜਿਹੜੇ ਨੇ ਉਹ ਹੁੰਦੇ ਰਹਿਣਗੇ, ਔਰ ਅਸੀਂ ਹੁਣ ਜਿਹੜਾ ਹੈ ਅਗਲਾ ਲੈਕਚਰ ਡੈਫੀਨੇਟਲੀ 2 ਜੁਲਾਈ ਨੂੰ ਕਰਾਂਗੇ ਜੀ। ਔਰ ਉਪਿੰਦਰ ਕੌਰ ਤਿਖਾਰ ਜੀ ਸਾਡੇ ਨਾਲ ਹੋਣਗੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਅਸੀਂ ਉਹਨਾਂ ਦਾ ਪੋਸਟਰ ਵੀ ਸ਼ੇਅਰ ਕਰ ਦਿਆਂਗੇ। ਉਹ ਸਾਡੇ ਨਾਲ ਵੋਲਵਰਹੈਂਪਟਨ ਯੂਨੀਵਰਸਿਟੀ ਤੋਂ ਆਉਣਗੇ ਔਰ ਉਹਨਾਂ ਦੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਵਾਂਗੇ, ਆਪ ਵੀ ਔਰ ਨਵੀਂ ਗੱਲਬਾਤ ਦੇ ਉਹਨਾਂ ਦੇ ਕੋਲੋਂ ਸੁਣਾਂਗੇ। ਸੋ ਮਿਲਨੇ ਆ ਜੀ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।